ਕੋਹਲੀ ਸਾਹਿਬ ਇੱਕ ਗੱਲ ਦੱਸੋ ਜਿਹੜੀ ਹਰ ਦੁਨੀਆ ਜਾਣਨਾ ਚਾਹती है, मंजिल कोहली है कौन? देखो एक सिंपल जी चीज़ हैगी है, द फर्स्ट थिंग ऑलवेज टू लिव लाइफ बाय प्रिंसिपल्स। ਲਾਈਫ ਨੂੰ ਕਿਸੇ ਵੀ ਸ਼ਖਸੀਅਤ ਨਾਲ ਜਾਂ ਉਹਨਾਂ ਦੀ ਪ੍ਰੋਗਰੈਸ ਜਾਂ ਫੇਲੀਅਰ ਨਾਲ ਕੰਪੇਅਰ ਨਹੀਂ ਕਰਨਾ। ਕੰਸਟਰਕਟਿਵ ਫੀਡਬੈਕ ਕਮਿਊਨਿਟੀ ਤੋਂ ਆਉਂਦਾ ਹੈ, ਉਹਨੂੰ ਇੰਬਾਈਬ ਕਰੋ, ਇੰਪਰੂਵ ਕਰੋ। ਹਾਂਜੀ, ਸੋ ਵੈਰੀ ਸਿੰਪਲ ਬੈਕਗ੍ਰਾਉਂਡ, ਆਈ ਕਮ ਫਰਮ ਚੰਡੀਗੜ੍ਹ, ਆਈ ਵਾਸ ਬੋਰਨ ਐਂਡ ਰੇਜ਼ਡ देयर। ਅੱਛਾ, ਕੈਪੀਟਲ ਆਫ ਪੰਜਾਬ ਐਂਡ ਹਰਿਆਣਾ। ਤਾਂ ਤੁਹਾਡੀ ਵੀ ਇੱਕ ਲੱਤ ਹਰਿਆਣਾ ਤੇ ਇੱਕ ਲੱਤ ਪੰਜਾਬ 'ਚ ਰਹਿੰਦੀ ਹੈ? ਦੋਨੋਂ ਹੀ ਪੈਂਦੀ ਹੈ ਜੀ। ਸੋ ਇਟਸ ਮੰਜ਼ਿਲ ਭਾਜੀ, ਇੱਕ ਗੱਲ ਮੈਨੂੰ ਹੋਰ ਦੱਸੋ, ਜੇ ਮੇਰੇ ਕੋਲ $20,000 ਅੱਜ ਸੇਵ ਹੋ ਗਏ, ਜੇ ਮੈਂ ਕਰ ਲਿਆ, ਕੀ ਮੈਂ ਰੀਅਲ ਸਟੇਟ ਬਾਏ ਕਰ ਸਕਦਾ? ਤੁਹਾਨੂੰ ਇੱਕ ਸਾਲ ਵਿੱਚ ਐਟਲੀਸਟ 5 ਬੈਂਕ ਲੈਂਡਰਸ ਨਾਲ ਰਿਸ਼ਤੇਦਾਰੀ ਬਣਾ ਕੇ ਰੱਖਣੀ ਚਾਹੀਦੀ, ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ। ਮੂੰਹ ਬੋਲੀ ਚਾਚੀ ਬਣਾ ਲਓ, ਭੂਆ ਬਣਾ ਲਓ, ਤਾਇਆ ਬਣਾ ਲਓ। ਹਾਂ, ਉਹ ਰਿਸ਼ਤੇਦਾਰੀ ਉਹ ਜੀ ਨਹੀਂ ਕਹਿ ਰਹੀ ਸੀ, ਬਟ ਇਨ ਟਰਮਸ ਆਫ ਜਿਹੜੇ ਤੁਹਾਡੇ ਨਾਲ ਦੇ ਆ, ਜਿਹੜੇ ਨਹੀਂ ਅੱਗੇ ਵੱਧ ਪਏ, ਜਾਂ ਹਾਊ ਯੂ ਸੀ ਦੈਟ ਪਰਸਨ ਜਦ ਉਹ ਨੈਗੇਟਿਵ ਜਦੋਂ ਬੋਲਦੇ ਹੋਣਗੇ ਤੁਹਾਡੇ ਬਾਰੇ, ਜਾਂ ਤੁਹਾਨੂੰ ਪਤਾ ਯਾਰ ਮੇਰੇ ਨਾਲ ਹੀ ਰਹਿੰਦਾ ਸੀ, ਉਹ ਅੱਜ ਇਸ ਕਰਕੇ ਨੈਗੇਟਿਵ ਬੋਲ ਰਿਹਾ ਕਿ ਵਿਚਾਰਾ ਗਰੋ ਨਹੀਂ ਹੋ ਪਾਇਆ। ਹਾਂਜੀ, ਰਾਈਟ। ਔਰ ਅੱਜ ਮੈਂ ਇਸ ਲੈਵਲ ਤੇ ਗੁਰੂ ਸਾਹਿਬ ਨੇ ਮੈਨੂੰ ਪਹੁੰਚਾਤਾ। ਹਾਂਜੀ, ਸੋ ਉਸ એનર્ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ? I'm your host Harkirat Singh Ahluwalia. Today I have a special guest with me in this studio, and we always bring some phenomenal guests and they give you lots of knowledge. Today I have someone from our own community, and he go by as a top realtor in this city, and how he became top, and ਇੰਡੀਅਨਐਪਲਸ ਦੇ ਵਿੱਚ ਰੀਅਲ ਏਸਟੇਟ ਇੰਡਸਟਰੀ ਜਿਹੜੀ ਹੈ ਉਹ ਕਿਵੇਂ ਰੈਪਿਡਲੀ ਗਰੋਇੰਗ ਹੋ ਰਹੀ ਹੈ, ਔਰ ਇੱਕ ਤੋਂ ਬਾਅਦ ਇੱਕ ਰੀਅਲਟਰ ਜਿਹੜਾ ਉਹ ਵੇਖਣ ਨੂੰ ਮਿਲਦਾ। ਰੀਅਲਟਰ ਆ ਤਾਂ ਰਹੇ ਨੇ ਬਹੁਤ ਸਾਰੇ, ਔਰ ਆਉਣੇ ਵੀ ਚਾਹੀਦੇ ਹੈ, ਇਟਸ ਗੁੱਡ ਫॉर ਦ ਬਿਜ਼ਨਸ। ਪਰ ਰੀਅਲਟਰਸ ਆਉਣ ਦੇ ਨਾਲ ਨਾਲ ਕੀ ਉਹ ਜੂਸ ਮਾਰਕੀਟ ਦੇ ਵਿੱਚ ਹੈਗਾ ਜੋ ਰੀਅਲਟਰਾਂ ਨੂੰ ਲੱਗਦਾ? ਜੇ ਹੈਗਾ ਹੈ ਤਾਂ ਕਿੰਨੇ ਉਹ ਮਨੀ ਬਣਾ ਰਹੇ ਨੇ? ਜੇ ਮਨੀ ਬਣਾ ਰਹੇ ਨੇ ਤਾਂ ਫਿਰ ਕਿੱਥੋਂ ਬਣਾ ਰਹੇ ਨੇ? ਕਿਹੜੀ ਸਿਟੀਜ਼ ਦੇ ਵਿੱਚ ਮਨੀ ਬਣ ਰਿਹਾ? ਬੜੇ ਸਾਰੇ ਸਵਾਲ ਨੇ, ਕਿਉਂਕਿ ਜਦ ਵੀ ਕੋਈ ਇੱਥੇ ਆਉਂਦਾ ਹੈ ਉਹਨੂੰ ਹਰ ਕੋਈ ਸਲਾਹ ਦੇ ਦਿੰਦਾ, ਯਾਰ ਬੜੇ ਸਾਰੇ ਲੋਕ ਮੂਵ ਹੋ ਰਹੇ ਨੇ, ਤੂੰ ਰੀਅਲਟਰ ਬਣ ਜਾ, ਯਾਰ ਲਾਇਸੈਂਸ ਲੈ ਲੈ। ਮੈਂ ਜਦ ਵੀ ਸਵੇਰੇ ਉੱਠਦਾ ਤਾਂ ਇੱਕ ਨਵਾਂ ਚਿਹਰਾ ਮੈਨੂੰ ਸਾਹਮਣੇ ਮਿਲਦਾ ਹੈ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ। ਪਰ ਇੱਕ ਚਿਹਰਾ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ, ਜੋ ਕਿ ਰੀਅਲ ਸਟੇਟ ਦੀ ਗੱਲ ਕਰੀਏ ਜਾਂ ਕਮਿਊਨਿਟੀ ਈਵੈਂਟਸ ਦੀ ਗੱਲ ਕਰੀਏ, ਇਹ ਚਿਹਰਾ ਤੁਹਾਨੂੰ ਹਮੇਸ਼ਾ ਕਿਤੇ ਨਾ ਕਿਤੇ ਜ਼ਰੂਰ ਮਿਲੇਗਾ, ਕਿਉਂਕਿ ਇਹਨਾਂ ਦਾ ਆਪਣਾ ਨੈਟਵਰਕ ਸਿਸਟਮ ਹੈ, ਇਹਨਾਂ ਦੀ ਆਪਣੀ ਅਪਰੋਚ ਹੈ, ਆਪਣਾ ਮਾਰਕੀਟਿੰਗ ਸਟਾਈਲ ਹੈ। ਸੋ ਲੈਟਸ ਵੈਲਕਮ ਔਨ ਆਰ ਸਪੈਸ਼ਲ ਪੋਡਕਾਸਟ ਟੁਡੇ, ਐਂਡ ਵਿਲ ਨੋ ਅਬਾਊਟ ਰੀਅਲ estate in Indiana, and will also give you knowledge what's happening and what are the new projects coming, and how he is becoming top realtor day by day, ਕਿਉਂਕਿ ਉਹ ਖੁਦ ਆਪ ਕਹਿੰਦੇ ਨੇ, ਮੈਂ ਨਹੀਂ ਕਹਿੰਦਾ, ਖੁਦ ਆਪ ਕਹਿੰਦੇ ਨੇ। वेलकम मंजिल साहब, आपको बुलाने के लिए, आपसे मिलने के लिए काफ़ी टाइम से हम सोच रहे थे कि दोनों भाई बैठेंगे और बातें करेंगे, बहुत सारी बातें, एंड आई हैव अ प्रिविलेज टू हैव यू इन माय स्टूडियो। पहले ये बताओ कैसा लग रहा है? थैंक यू फर्स्ट ऑफ ऑल, और आपके सारे दर्शकों को भी, और सबसे पहले हरकीरत आलूवालिया जी को बहुत बहुत बधाई हर जस्ट डिजिटल पॉडकास्ट के लिए। ये बहुत ही अच्छा एक इनिशिएटिव है, बहुत ही अच्छा एक इवेंट है जो आपने एक प्लेटफॉर्म क्रिएट किया है सबको साथ लाने के लिए। सो ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ, ਤੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਆਈ ਨੋ ਤੁਹਾਡੀ ਪੰਜਾਬੀ ਵੀ ਬਹੁਤ ਵਧੀਆ ਹੈ, ਹਿੰਦੀ ਵੀ ਬਹੁਤ ਵਧੀਆ, ਤੇ ਇੰਗਲਿਸ਼ ਤਾਂ ਮਾਸ਼ਾਅੱਲਾ ਵਧੀਆ ਹੀ ਹੈ। ਥੈਂਕ ਯੂ। ਤੇ ਉਰਦੂ ਵੀ ਬਹੁਤ ਵਧੀਆ। ਹਾਂਜੀ। ਕੋਹਲੀ ਸਾਹਿਬ, ਇੱਕ ਗੱਲ ਦੱਸੋ ਜਿਹੜੀ ਹਰ ਦੁਨੀਆ ਜਾਣਨਾ ਚਾਹੁੰਦੀ ਹੈ, ਮੰਜ਼ਿਲ ਕੋਹਲੀ ਹੈ ਕੌਣ? ਮੰਜ਼ਿਲ ਕੋਹਲੀ ਜਿੱਥੇ ਜਾਓ, ਜਿਵੇਂ ਨਰਿੰਦਰ ਮੋਦੀ ਦੀ ਫੋਟੋ ਦਿਖਦੀ ਹੈ ਸਵੇਰੇ ਉੱਠੋ ਤਾਂ ਮੰਜ਼ਿਲ ਕੋਹਲੀ ਦੀ ਫੋਟੋ ਦਿਖਦੀ ਹੈ। ਸੋ ਲਾਈਕ what is how this everything started, and your approach of marketing is way different from others. ਹਾਂਜੀ। Some people take it in a positive way, some people take it in a negative way. Same with me when we do any kind of thing. Right. So how you take this approach? ਦੇਖੋ ਇੱਕ ਸਿੰਪਲ ਜੀ ਚੀਜ਼ ਹੈਗੀ ਹੈ, ਪੁੱਛਣਾ ਕਿ ਮੰਜ਼ਿਲ ਕੋਹਲੀ ਕੌਣ ਹੈਗਾ ਜਾਂ ਹਰਕੀਰਤ ਕੌਣ ਹੈਗੇ ਨੇ, ਜਾਂ ਤੁਸੀਂ ਪ੍ਰਾਈਮ ਮਿਨਿਸਟਰ ਦਾ ਨਾਂ ਲੈ ਰਹੇ ਹੋ, ਚਲੋ ਵੱਡੇ ਹਸਤੀ ਨੇ। ਪਹਿਲੀ ਚੀਜ਼ ਤਾਂ ਜ਼ਿੰਦਗੀ ਜਿਹੜੀ ਹੁੰਦੀ ਹੈ ਸਾਰਿਆਂ ਦੀ, ਵੈਦਰ ਯੂ ਆਰ ਐਨ ਇਮੀਗ੍ਰੈਂਟ ਇਨ ਦਿਸ ਕੰਟਰੀ ਜਾਂ ਤੁਸੀਂ ਇੱਥੇ ਜੰਮੇ ਪਲੇ ਹੋ, ਕਿੱਥੋਂ ਵੀ, ਐਨੀ ਵਾਕ ਆਫ ਲਾਈਫ ਦੈਟ ਯੂ ਕਮ ਫਰੋਮ, ਕੋਈ ਅਮੀਰ ਆਉਂਦਾ, ਕੋਈ ਗਰੀਬ ਆਉਂਦਾ, ਕੋਈ $20 ਲੈ ਕੇ ਆਉਂਦਾ, ਕੋਈ ਚੰਗੇ ਆਲਰੇਡੀ ਸੈਟਅਪ ਲੈ ਕੇ ਆਉਂਦਾ। ਦ ਫਰਸਟ ਥਿੰਗ ਇਜ਼ ਆਲਵੇਜ਼ ਟੂ ਲਿਵ ਲਾਈਫ ਬਾਈ ਪ੍ਰਿੰਸੀਪਲਸ। ਐਂਡ ਇੱਕ ਪ੍ਰਿੰਸੀਪਲ ਜਿਹੜਾ, ਚਾਹੇ ਤੁਸੀਂ 9 to 5 ਜੋਬ ਕਰ ਰਹੇ ਹੋ ਜਾਂ ਤੁਸੀਂ ਬਿਜ਼ਨਸ ਕਰ ਰਹੇ ਹੋ, ਇੱਕ ਬਹੁਤ ਇੰਪੋਰਟੈਂਟ ਪ੍ਰਿੰਸੀਪਲ ਹੁੰਦਾ ਕਿ ਕਦੀ ਵੀ
ਆਪਣਾ ਆਪਣੀ ਲਾਈਫ ਨੂੰ ਕਿਸੇ ਵੀ ਸ਼ਖਸੀਅਤ ਨਾਲ ਜਾਂ ਉਹਨਾਂ ਦੀ ਪ੍ਰੋਗਰੈਸ ਜਾਂ ਫੇਲੀਅਰ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਠੀਕ ਹੈ। ਤੁਸੀਂ ਆਪਣੇ ਚੈਪਟਰ 1 ਤੇ ਹੋ ਸਕਦੇ ਹੋ, ਉਹ ਆਪਣੇ ਕਿਤਾਬ ਦੇ ਚੈਪਟਰ 22 ਤੇ ਹੋ ਸਕਦੇ ਨੇ। ਆਪਣਾ ਪਹਿਲਾ ਚੈਪਟਰ ਉਹਨਾਂ ਦੇ 21ਵੇਂ 22ਵੇਂ ਚੈਪਟਰ ਨਾਲ ਕੰਪੇਅਰ ਕਰਨਾ ਕਦੀ ਵੀ ਵਾਈਜ਼ ਨਹੀਂ ਹੁੰਦਾ। ਐਂਡ ਫॉर दैट ਰੀਜ਼ਨ ਆਈ ਥਿੰਕ ਇਹ ਚੀਜ਼ ਆਪਣੇ ਆਪ ਨੂੰ ਜੇ ਬੰਦਾ ਵਾਰੀ ਬੋਲੇ ਜਾਂ ਰਿਮਾਈਂਡ ਕਰਾਏ ਕਿ ਮੈਂ ਕੰਪੇਅਰ ਨਹੀਂ ਕਰਨਾ ਕਿਸੇ ਨੂੰ, ਮੇਰਾ ਮਾਰਕੀਟਿੰਗ ਦਾ ਸਟਾਈਲ ਵੱਖਰਾ ਵਾ, ਮੇਰਾ ਕੰਮ ਕਰਨ ਦਾ ਸਟਾਈਲ ਵੱਖਰਾ ਵਾ, ਐਂਡ ਵੀ ਟੇਕ ਪ੍ਰਾਈਡ ਇਨ ਦੈਟ, ਵੀ ਆਰ ਵੈਰੀ ਯੂਨੀਕ, ਐਂਡ ਉਹਦੇ ਵਿੱਚ ਗਰਵ ਲੈ ਕੇ ਤੁਹਾਨੂੰ ਅੱਗੇ ਵਧਣਾ ਚਾਹੀਦਾ ਜੋ ਤੁਸੀਂ ਕਰ ਰਹੇ ਹੋ। ਐਂਡ ਉਹੀ ਪ੍ਰਿੰਸੀਪਲ ਤੁਹਾਨੂੰ ਸੈਲਫ ਮੋਟੀਵੇਟਡ ਰੱਖਦਾ, ਅੰਦਰ ਦੀ ਜਿਹੜੀ ਅੱਗ ਹੁੰਦੀ ਹੈ ਉਹ ਫਾਇਰ ਨੂੰ ਬੁੱਝਣ ਨਹੀਂ ਦਿੰਦਾ, ਤਾਂ ਤੁਸੀਂ ਅੱਗੇ ਵੱਧਦੇ ਰਹਿੰਦੇ ਹੋ। ਕੰਸਟਰਕਟਿਵ ਫੀਡਬੈਕ ਕਮਿਊਨਿਟੀ ਤੋਂ ਆਉਂਦਾ ਹੈ, ਉਹਨੂੰ ਇੰਬਾਈਬ ਕਰੋ, ਇੰਪਰੂਵ ਕਰੋ। ਨੈਗੇਟਿਵ ਫੀਡਬੈਕ ਕਮਿਊਨਿਟੀ ਤੋਂ ਆਉਂਦਾ, ਉਹਨੂੰ ਇੰਬਾਈਬ ਕਰੋ, ਇੰਪਰੂਵ ਕਰੋ। ਕਦੀ ਚਿੱਕੜ ਵੀ ਲੱਗ ਜਾਂਦਾ ਚਲਦੇ ਉਹਨੂੰ ਹਟਾਓ, ਸ਼ੇਕ ਆਫ ਕਰੋ, ਇੰਪਰੂਵ ਕਰੋ, ਮੂਵ ਔਨ। ਬਟ ਅਗੇਨ ਡੋਂਟ ਲੈਟ ਅਦਰ ਪੀਪਲ ਪੁੱਲ ਯੂ ਡਾਊਨ ਔਨ ਐਨੀ ਕਾਈਂਡ ਆਫ ਫੀਡਬੈਕ। ਹਮੇਸ਼ਾ ਹਰ ਚੀਜ਼ ਨੂੰ ਪੋਜ਼ੀਟਿਵ ਆਊਟਲੁੱਕ ਰੱਖੋ, ਪਰ ਕੰਪੇਅਰ ਆਪਣੇ ਆਪ ਨੂੰ ਕਦੀ ਨਾ ਕਰੋ ਕਿਸੇ ਨਾਲ। ਐਂਡ ਲਾਈਫ ਇੰਨੀ ਸੋਹਣੀ ਹੈ, ਲਾਈਫ ਇੰਨੀ ਬਿਊਟੀਫੁਲ ਹੈਗੀ ਹੈ। ਤੁਸੀਂ ਕਿਸੇ ਵੀ ਵਾਕ ਆਫ ਲਾਈਫ ਵਿੱਚ ਰਹਿੰਦੇ ਹੋ, ਪ੍ਰੋਗਰੈਸ ਐਂਡ ਸਕਸੈਸ ਐਂਡ ਮਨੀ ਜੋ ਵੀ ਤੁਹਾਨੂੰ ਮੋਟੀਵੇਟ ਕਰਦਾ ਲਾਈਫ ਵਿੱਚ, ਉਹ ਹਮੇਸ਼ਾ ਤੁਹਾਡੇ ਕਦਮ ਚੂਮਦੀ ਹੈ। ਤੁਹਾਡਾ ਭਾਜੀ ਪਿਛੋਕੜ ਕੀ ਹੈ? ਪਿੱਛੋਂ ਤੁਸੀਂ ਕਿੱਥੋਂ ਔਰ ਕੀ ਤੁਹਾਡਾ ਐਜੂਕੇਸ਼ਨ ਬੈਕਗਰਾਊਂਡ ਹੈ? ਹਾਂਜੀ, ਔਰ ਕਿਵੇਂ ਤੁਸੀਂ ਰੀਅਲ ਸਟੇਟ 'ਚ ਆਏ? ਹਾਂਜੀ, ਸੋ ਵੈਰੀ ਸਿੰਪਲ ਬੈਕਗਰਾਊਂਡ। ਆਈ ਕਮ ਫਰਮ ਚੰਡੀਗੜ੍ਹ। ਆਈ ਵਾਸ ਬੋਰਨ ਐਂਡ ਰੇਜ਼ਡ ਦੇਅਰ। ਅੱਛਾ, ਕੈਪੀਟਲ 'ਚ ਆਫ ਪੰਜਾਬ ਐਂਡ ਹਰਿਆਣਾ। ਤਾਂ ਤੁਹਾਡੀ ਵੀ ਇੱਕ ਲੱਤ ਹਰਿਆਣਾ ਤੇ ਇੱਕ ਲੱਤ ਪੰਜਾਬ 'ਚ ਰਹਿੰਦੀ ਹੈ? ਦੋਨੋਂ ਰਹਿੰਦੀ ਹੈ ਜੀ। ਹਾਂਜੀ, ਸੋ ਇਟਸ ਅ ਐਜ਼ ਅ ਯੂਨੀਅਨ ਕਲਾਇੰਟ ਵਾਈਜ਼ ਕਹਿ ਰਿਹਾ ਮੈਂ। ਨਹੀਂ, ਚੰਗੀ ਗੱਲ ਹੈ। ਤੇ ਤੁਹਾਨੂੰ ਪਤਾ ਯੂਨੀਅਨ ਟੈਰੀਟਰੀ ਹੈ, ਐਂਡ ਇਟਸ ਵਨ ਆਫ ਦ ਪੋਸ਼ੈਸਟ ਸਿਟੀਜ਼ ਇਨ ਦ ਕੰਟਰੀ ਆਫ ਇੰਡੀਆ। ਠੀਕ ਹੈ। ਸੋ ਸਾਨੂੰ ਵੀ ਵਰ ਬਲੈਸਡ, ਵੀ ਵਰ ਰੇਜ਼ਡ ਇਨ ਐਨ ਇਨਵਾਇਰਮੈਂਟ, ਆਪਣੇ ਕਾਫੀ ਹੱਸਦੇ ਖੇਡਦੇ ਪਰਿਵਾਰਾਂ ਨਾਲ ਅਸੀਂ ਪਲੇ ਵਧੇ ਹਾਂ। ਐਂਡ ਦੈਨ ਮਾਈ ਬੈਕਗਰਾਊਂਡ, ਆਈ ਡਿਡ ਮਾਈ ਸਕੂਲਿੰਗ ਇਨ ਚੰਡੀਗੜ੍ਹ। ਫਿਰ ਮੈਂ IIT ਕਾਨਪੁਰ ਤੋਂ ਪੜ੍ਹੇ ਹੋਏ ਹਾਂ ਵੈਸੇ। ਸੋ ਆਈ ਐਮ ਐਨ ਇੰਜੀਨੀਅਰ। I am an IITian, ਹਾਂਜੀ। IITian doing real estate? IITian selling realty globally, ਹਾਂਜੀ। ਕੀ ਬਾਤ ਹੈ। ਓਕੇ। ਸੋ ਮੈਂ ਇੰਜੀਨੀਅਰ ਵੀ ਹਾਂ। ਫਿਰ ਮੈਂ MBA ਮਾਸਟਰਸ ਡਿਗਰੀ ਲਿੱਤੀ ਹੋਈ ਹੈ, ਮਾਰਕੀਟਿੰਗ ਐਂਡ ਸੇਲਸ ਐਂਡ ਮਾਰਕੀਟਿੰਗ, ਦੈਟਸ ਮਾਈ ਨਿਸ਼ ਏਰੀਆ। I got hired by a big IT giant called IBM ਕੰਪਿਊਟਰਸ। ਉਹਨਾਂ ਨੇ ਮੈਨੂੰ ਮੈਨਹੈਟਨ ਨਿਊਯਾਰਕ ਫਲਾਈ ਕਰਕੇ ਲਿਆਏ ਸੀ ਲੀਗਲੀ। ਅੱਜ ਕੱਲ੍ਹ ਉਹ ਵੀ ਦੱਸਣਾ ਪੈਂਦਾ ਕਿ that you are not a non-alien. ਸੋ ਐਨੀਵੇਜ਼, ਜੋਕਸ ਅਪਾਰਟ, ਬਹੁਤ ਸਾਲ ਪਹਿਲਾਂ ਉਹਨਾਂ ਨੇ ਵੀਜ਼ਾ ਕਰਾ ਕੇ ਐਜੂਕੇਸ਼ਨ ਦੇ ਬਾਅਦ ਉਹ ਲਿਆਏ ਸੀ। ਸੋ ਮੈਨੂੰ ਆਈ ਵਾਜ਼ ਫੋਰਚੂਨੇਟ ਇਨਫ, ਚੰਗੀ ਪੜ੍ਹਾਈ ਕਰਕੇ ਚੰਗੇ ਕਾਲਜ ਤੋਂ ਚੰਗੀ ਇੱਕ ਪਲੈਟਫਾਰਮ ਮਿਲਿਆ ਸੀ ਸ਼ੁਰੂਆਤ ਕਰਨ ਦਾ ਇੱਕ ਨਵੀਂ ਦੇਸ਼ ਵਿੱਚ। ਠੀਕ ਹੈ। ਸੋ ਸਾਡੀ ਕੋਈ ਉਹ ਰੈਗਸ ਟੂ ਰਿਚਸ ਸਟੋਰੀ ਨਹੀਂ ਹੈਗੀ ਕਿ ਮੈਂ ਜੇਬ 'ਚ $20 ਲੈ ਕੇ ਆਇਆ ਸੀ ਜਾਂ ਉਹ ਆਇਆ ਸੀ, ਉਹ ਕੋਈ ਨਹੀਂ ਹੈਗਾ। ਚੰਗੇ ਬੈਕਗਰਾਊਂਡ ਤੋਂ, ਚੰਗੇ ਫਾਊਂਡੇਸ਼ਨ ਤੋਂ ਆਏ ਹਾਂ। ਐਂਡ ਦੈਨ ਰੀਅਲ ਇਸਟੇਟ ਮੇਰਾ ਹਮੇਸ਼ਾ ਪੈਸ਼ਨ ਸੀਗਾ ਹਰਕੀਰਤ। ਮੈਂ ਇੰਡੀਆ ਵੀ ਕਿਹੜੇ ਈਅਰ 'ਚ ਸ਼ੁਰੂ ਕੀਤਾ ਰੀਅਲ ਇਸਟੇਟ? ਰੀਅਲ ਇਸਟੇਟ ਖਰੀਦਣਾ ਐਂਡ ਲਾਇਸੈਂਸ ਲੈਣਾ ਦੋ ਵੱਖਰੀਆਂ ਚੀਜ਼ਾਂ ਹੈਗੀਆਂ। ਠੀਕ ਹੈ। ਸੋ ਮੈਂ ਖਰੀਦਣਾ ਤਾਂ ਬਹੁਤ ਸਾਲਾਂ ਦਾ ਸ਼ੁਰੂ ਕਰ ਲਿਆ ਸੀ। 2007-08 ਵਿੱਚ ਤੁਹਾਨੂੰ ਪਤਾ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਆਏ ਸੀ ਅਮਰੀਕਾ ਵਿੱਚ। ਸੋ ਆਈ ਹੈਡ ਮਾਈ ਆਈ ਔਨ ਅ ਲੋਟ ਆਫ ਰੀਅਲ ਇਸਟੇਟ। ਮੈਂ ਉਸ ਸਵਾਲ 'ਤੇ ਜਾਣਾ, ਪਰ ਮੈਂ ਇਹ ਜ਼ਰੂਰ ਨਾ ਜਾਣਨਾ ਚਾਹੁੰਦਾ ਪਹਿਲਾਂ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਹੋਏ? ਇੰਡੀਆਨਾ ਨੂੰ ਕਿੰਨੀ ਦੇਰ ਦੀ ਤੁਹਾਨੂੰ ਸਮਝ ਹੈ? ਆਲਮੋਸਟ ਮੈਨੂੰ 2 ਡਿਕੇਡਸ ਹੋ ਗਏ ਨੇ, ਅਤੇ 20 ਸਾਲਾਂ ਦੇ ਕਰੀਬ ਹੋ ਗਿਆ। ਠੀਕ ਹੈ। ਅਤੇ ਮੈਂ ਫਿਸ਼ਰਸ ਇੰਡੀਆਨਾ ਵਿਖੇ ਰਹਿੰਦਾ, ਅਤੇ ਇਸ ਮਾਰਕੀਟ ਦੀ ਕਾਫੀ ਪਕੜ ਹੈਗੀ ਹੈ ਅਤੇ ਕਾਫੀ ਸਮਝ ਹੈਗੀ ਹੈ। ਮਤਲਬ ਤੁਸੀਂ ਘੁੱਟ ਲਿਆ ਪੂਰਾ ਪਾਣੀ ਪੀ ਲਿਆ ਕਿ ਸਾਰੀ ਥਾਵਾਂ? ਘਾਟ ਦਾ ਪਾਣੀ ਪੀਤਾ ਜੀ ਇੰਡੀਆਨਾ ਦਾ। ਹਾਂਜੀ। ਅਤੇ ਹੁਣ ਜਦ ਤੁਸੀਂ ਲਾਇਸੈਂਸ ਲਿਆ IT ਜੋਬ ਛੱਡ ਕੇ, ਆਈ ਮਸਟ ਬੀ ਅ ਗ੍ਰੇਟ ਜੋਬ ਐਟ ਦੈਟ ਟਾਈਮ। ਹਾਂਜੀ। ਅਤੇ ਉਹ ਜੋਬ ਛੱਡ ਕੇ ਵਾਈ ਡਿਡ ਯੂ ਕੇਮ ਇਨਟੂ ਰੀਅਲ ਇਸਟੇਟ ਦੀ ਲੋੜ ਕਿਉਂ ਪਈ? ਨਹੀਂ, ਦੈਟਸ ਅ ਗੁੱਡ ਕੁਐਸਚਨ। ਮੈਂ ਉਹੀ ਦੱਸ ਰਿਹਾ ਸੀ। ਸੋ ਇੱਕ ਚੀਜ਼ ਹੁੰਦੀ ਹੈ ਨੌਕਰੀ ਕਰਨਾ, ਇੱਕ ਚੀਜ਼ ਹੁੰਦੀ ਹੈ ਪੈਸ਼ਨੇਟ ਹੋ ਕੇ ਨੌਕਰੀ ਕਰਨਾ। ਰਾਈਟ। ਅਤੇ ਮੈਂ ਬਹੁਤ ਵਧੀਆ ਪੜ੍ਹਾਈ ਵੀ ਕੀਤੀ ਹੈ, ਬਹੁਤ ਵਧੀਆ ਨੌਕਰੀ 'ਤੇ ਵੀ ਸੀਗਾ, ਪਰ ਮੈਨੂੰ ਕहीं ਨਾ ਕहीं ਕੁਝ ਮਿਸ ਹੋ ਰਿਹਾ ਸੀ ਲਾਈਫ ਵਿੱਚ। ਨਾਲੇ ਜਦੋਂ ਆਪਣੀ ਫੈਮਿਲੀ ਪ੍ਰਾਇਓਰਿਟੀਜ਼ ਚੇਂਜ ਹੁੰਦੀਆਂ, ਮੇਰਾ ਵਿਆਹ ਹੋ ਗਿਆ, ਦੈਨ ਵੀ ਹੈਡ 2 ਬੇਬੀਜ਼, ਐਂਡ ਵੈਨ ਵੀ ਵਰ ਪ੍ਰੀਪੇਅਰਿੰਗ ਫॉर ਦ ਬੇਬੀਜ਼ ਐਜ਼ ਵੈਲ, ਮੈਨੂੰ ਇਹ ਲੱਗਦਾ ਸੀ ਕਿ ਮੈਂ ਨੌਕਰ ਹਾਂ ਕਿਸੇ ਦਾ, ਜਾਂ ਮੈਂ ਜੋਬ ਵਿੱਚ ਲੱਗੇ ਹੋਏ ਹਾਂ, ਅਤੇ ਉੱਥੇ ਨਾ ਉਹ ਫਰੀਡਮ ਨਹੀਂ ਮਿਲ ਰਿਹਾ ਸੀ ਕਿ ਮੈਂ ਆਪਣੇ ਟਾਈਮ ਨੂੰ, ਛੋਟੇ ਬੱਚਿਆਂ ਨੂੰ ਟਾਈਮ ਦੇ ਸਕਾਂ ਐਂਡ ਆਪਣਾ ਸਕੇਡਿਊਲ ਖੁਦ ਡਿਫਾਈਨ ਕਰ ਸਕਾਂ। ਅੱਜ ਰਾਤੀ ਫੋਨ ਆਉਂਦਾ ਸੀ ਬੌਸ ਦਾ ਕਿ ਕੱਲ੍ਹ ਫਲਾਈਟ 'ਤੇ ਬੈਠੋ ਜੀ, ਤੇਰੀ ਜਾਪਾਨ ਟੋਕੀਓ ਮੀਟਿੰਗ ਹੈਗੀ ਹੈ। ਪਰਸੋਂ ਫੋਨ ਆਉਂਦਾ ਸੀ ਟੋਰੰਟੋ ਕੈਨੇਡਾ, ਅਗਲੇ ਦਿਨ ਬ੍ਰਾਜ਼ੀਲ ਜਾਓ। So you're living out of suitcases, you're living out of flights and hotels. But how was that life, like the corporate life? People very flashy, want to do very it, good. want Yes. to explore that world. Yes. Coming from that corporate world to a real estate world, how was that? ਮੈਂ ਮਜ਼ਾਕ ਵਿੱਚ ਆਨਸਰ ਪਹਿਲਾਂ ਦੇ ਦਿੰਦਾ। ਪਹਿਲਾਂ ਵੀ ਮੈਂ ਬਿਜ਼ਨਸ ਕਲਾਸ ਵਿੱਚ ਇੰਡੀਆ ਫਲਾਈ ਕਰਦਾ ਸੀ, ਹੁਣ ਵੀ ਕਰਦਾ। ਪਹਿਲਾਂ ਕੰਪਨੀ ਪੇ ਕਰਦੀ ਸੀ, ਹੁਣ ਖੁਦ ਪੇ ਕਰਦਾ। ਬਟ ਜੋਕਸ ਅਪਾਰਟ, ਬਹੁਤ ਫਲੈਸ਼ੀ ਹੁੰਦਾ ਹੈ।
ਤੁਹਾਨੂੰ 5 ਸਟਾਰ 7 ਸਟਾਰ ਹੋਟਲਸ ਦਾ ਟੇਸਟ, ਤੁਹਾਨੂੰ ਟੌਪ ਕਲਾਸ ਡਿਗਨਿਟਰੀਜ਼ CEOs ਐਗਜ਼ੈਕਟਿਵਸ ਨਾਲ ਮਿਲਣ ਦਾ, ਫੋਰਚੂਨ 50 ਕੰਪਨੀਜ਼, ਨੇਮ ਐਨੀ ਬਿਗ ਅਮਰੀਕਨ ਕਾਰਪੋਰੇਸ਼ਨ, ਦ ਮੋਸਟ ਪ੍ਰੋਫੈਸ਼ਨਲ ਪੀਪਲ ਦੈਟ ਯੂ ਰਿਲੇਟ ਟੂ, ਉਹਨਾਂ ਨਾਲ ਉੱਠਣਾ ਬੈਠਣਾ, ਤੁਹਾਡੇ ਪਹਿਨਾਵ, ਤੁਹਾਡਾ ਗੱਲ ਕਰਨ ਦਾ ਤਰੀਕਾ, ਕੰਸਟਰਕਟਿਵ ਫੀਡਬੈਕ ਦੇਣ ਦਾ ਤਰੀਕਾ, ਜਿਹੜੇ ਬੰਦੇ ਤੁਹਾਡੇ ਲਈ ਕੰਮ ਵੀ ਕਰ ਰਹੇ ਨੇ ਉਹਨਾਂ ਨੂੰ ਵੀ ਨੈਗੇਟਿਵ ਜੇ ਦੇਣਾ ਵੀ ਹੈ ਕੁਝ ਫੀਡਬੈਕ, ਉਹਨਾਂ ਨੂੰ ਕਿਵੇਂ ਉਹ ਨੈਗੇਟਿਵ ਫੀਡਬੈਕ ਦੇਣਾ, ਉਹਨੂੰ ਕੰਸਟਰਕਟਿਵ ਫੀਡਬੈਕ ਕਹਿੰਦੇ ਨੇ। ਰਾਈਟ, ਉਹ ਚੀਜ਼ਾਂ ਸਾਨੂੰ ਸਿਖਾਈ ਜਾਂਦੀ ਸੀ, ਸੌਫਟ ਸਕਿੱਲਸ ਟ੍ਰੇਨਿੰਗ ਐਂਡ ਅ ਲੋਟ ਆਫ ਅਦਰ ਸਟਫ ਇਨ ਐਡੀਸ਼ਨ ਟੂ ਸੇਲਸ। ਬਹੁਤ ਹੀ ਫਲੈਸ਼ੀ ਕਰੀਅਰ, ਵੈਰੀ ਗੁੱਡ ਮਨੀ ਐਜ਼ ਵੈਲ, ਬਟ ਅਗੇਨ ਸਮਟਾਈਮਜ਼ ਯੂ ਡੂ ਗੈਟ ਬਰਨਟ ਆਊਟ, ਇਟਸ ਅ ਲੋਟ ਆਫ ਟਰੈਵਲ, ਤੁਹਾਡੀ ਫੈਮਿਲੀ ਥੋੜ੍ਹਾ ਜਿਹਾ ਸੈਕਰੀਫਾਈਸ ਹੁੰਦਾ ਅਤੇ ਸਫਰ ਕਰਦੀ ਹੈ। You are a lively example yourself. I know you're one of the leading photographers, videographers in the Midwest area and actually across the United States now. And you have your hands in other verticals. And no one knows better than you, when your client calls, business takes priority and you have a little baby, you have to leave home, right? ਰਾਈਟ। So ਮੈਂ ਵੀ ਉਹੀ ਕਰ ਰਿਹਾ ਸੀ ਕਾਫੀ ਸਾਲਾਂ ਤੱਕ, 18 ਸਾਲ ਮੈਂ ਕੀਤਾ ਹੈ, ਬਟ ਕਿਤੇ ਨਾ ਕਿਤੇ ਫਿਰ ਹਰਟ ਹੋਣਾ ਸ਼ੁਰੂ ਹੋਇਆ ਕਿ ਨਹੀਂ ਯਾਰ ਆਪਣਾ ਥੋੜ੍ਹਾ ਜਿਹਾ ਕੁਝ ਸ਼ੁਰੂ ਕਰੀਏ। ਠੀਕ ਹੈ। ਐਂਡ ਹੋਰ ਵੀ ਮਾਧਿਅਮ ਸੀਗੇ। ਤੁਹਾਡਾ ਕੁਐਸਚਨ ਸੀਗਾ ਵਾਈ ਰੀਅਲ ਏਸਟੇਟ ਤੁਸੀਂ ਕਿਵੇਂ ਐਂਟਰ ਕੀਤੇ। ਮਾਧਿਅਮ ਸੀਗੇ, ਆਈ ਕੁਡ ਬੀ ਅ ਫਾਈਨੈਂਸ਼ੀਅਲ ਐਡਵਾਈਜ਼ਰ, ਮੈਂ ਇੰਸ਼ੋਰੈਂਸ ਵੇਚ ਸਕਦਾ ਸੀ, ਮੈਂ ਕੁਝ ਵੀ ਕਰ ਸਕਦਾ ਸੀ, ਬਟ ਇੰਡੀਆ ਤੋਂ ਸਾਡੀ ਬੜੀ ਸ਼ੌਂਕ ਸੀਗਾ ਕਿ ਰੀਅਲ ਏਸਟੇਟ ਬਾਰੇ ਥੋੜ੍ਹਾ ਸਿੱਖੀਏ। ਅਮਰੀਕਾ ਆ ਕੇ ਸਿੱਖਿਆ ਤਾਂ ਨਿਊਯਾਰਕ ਬਹੁਤ ਮਹਿੰਗਾ ਸੀਗਾ, ਐਂਡ ਕੁਦਰਤੀ ਫਿਰ ਮੈਂ ਇੰਡੀਆਨਾ ਸੈਟਲ ਹੋਇਆ। ਮਾਈ ਵਾਈਫ ਇਜ਼ ਅ ਹੈਲਥ ਕੇਅਰ ਵਰਕਰ ਹੇਅਰ, ਉਹ ਇੱਥੇ ਸੀਗੇ, ਸ਼ੀ ਵੈਂਟ ਟੂ ਸਕੂਲ ਹੇਅਰ। ਸੋ ਮੈਂ ਇੱਥੇ ਆਇਆ ਤਾਂ ਮੈਨੂੰ ਇੰਡੀਅਨਾਪੋਲਿਸ ਵਿਖੇ ਰੀਅਲ ਏਸਟੇਟ ਬਹੁਤ ਹੀ ਲੁਕਰੇਟਿਵ, ਬਹੁਤ ਹੀ ਵੈਲਿਊ ਐਡਿਡ ਚੰਗੀ ਮਿਲੀ। ਸੋ ਮੈਂ ਆਉਂਦੇ ਹੀ ਪਹਿਲੇ ਸਾਲ ਥੋੜ੍ਹਾ ਜਿਹਾ ਹੱਥ ਮਾਰ ਕੇ ਆਪਣਾ ਘਰ ਵੀ ਖਰੀਦਿਆ ਅਤੇ ਸੇਮ ਗਲੀ ਵਿੱਚ 7-8 ਘਰ ਹੋਰ ਖਰੀਦ ਲਏ ਇਨਵੈਸਟਮੈਂਟ। ਸੋ ਉੱਥੋਂ ਮੇਰੀ ਥੋੜ੍ਹੀ ਸ਼ੁਰੂਆਤ ਹੋਈ ਅਤੇ ਮੈਨੂੰ ਲੱਗਿਆ ਜੇ ਆਪਾਂ ਇਹਨੂੰ ਸਕੇਲ ਅਪ ਕਰੀਏ ਅਤੇ ਇਸ ਲੈਵਲ 'ਤੇ ਲਿਆਈਏ ਕਿ ਇਹਨੂੰ ਪੈਸਿਵ ਇਨਕਮ ਕਹਿੰਦੇ, ਕਿਰਾਏ ਦੀ ਇਨਕਮ ਨੂੰ ਆਪਣੀ ਐਕਟਿਵ ਸੈਲਰੀ ਨਾਲ ਰਿਪਲੇਸ ਕਰ ਸਕਦੇ ਹਾਂ ਜੇ, ਅਤੇ ਮੈਨੂੰ ਟਾਈਮ ਕਿੰਨਾ ਫਰੀਡਮ ਉਹਦਾ ਮਿਲਦਾ ਹੈ that I can spend more time, quality time with my family, with my loved ones, with my friends. So मंजिल भाई, एक बात मैं और सबके लिए जानना चाहता हूँ, मैं हिंदी और पंजाबी में रखूँगा ताकि हमारी वाइडर ऑडियंस सुन सके इस बात को। हमारी कई सारी इंडियन कम्युनिटीज़ या इंडियन फैमिलीज़ जो हैं या पंजाबी फैमिली हैं साड़ियाँ जड़ियाँ, वी डोंट वी नेवर वांट टू स्टडी ए रियल स्टेट वर्ल्ड। दो पैसे जैसी बना ले, मतलब सॉरी टू से फुकरी च मारते, ਜਾ ਕੇ ਗੱਡੀ ਲਿਆਏ, ਬ੍ਰੈਂਡਡ ਕੱਪੜੇ ਲੈ ਲਏ। ਅੱਜ ਮੇਰਾ ਮਕਸਦ ਜਿਹੜਾ ਤੁਹਾਡੇ ਨਾਲ ਪੋਡਕਾਸਟ ਕਰਨ ਦਾ ਸੀਗਾ ਤਾਂ ਕਿ ਅਸੀਂ ਐਜੂਕੇਸ਼ਨ ਦੇ ਸਕੀਏ ਕਿ ਆਪਾਂ ਰੀਅਲ ਸਟੇਟ ਬਾਏ ਕਰਕੇ ਜਾਂ ਥੋੜ੍ਹੇ ਪੈਸੇ ਸੇਵ ਕਰਕੇ ਜਾਂ 20% ਡਾਊਨ ਪੇਮੈਂਟ ਦੇ ਕੇ ਘੁੱਟ ਪੀ ਕੇ ਥੋੜ੍ਹਾ ਜਿਹਾ, ਅਤੇ ਅਸੀਂ ਜੇ ਉਹ ਬਾਏ ਕਰਦੇ ਹਾਂ ਅਤੇ ਆਪਣੀ ਵੈਲਥ ਜਿਹੜੀ ਸਾਡੀ ਮੈਨੇਜਮੈਂਟ ਹੈ ਬੇਸਿਕਲੀ ਆਪਣੇ ਆਪ ਨੂੰ ਹੋਰ ਵਧੀਆ ਬਣਾਉਣਾ, ਅਤੇ ਆਪਾਂ ਕਿਵੇਂ ਬਣਾ ਸਕਦੇ ਹਾਂ, ਕਿਉਂਕਿ ਸਾਡਾ ਦਿਮਾਗ ਨਹੀਂ ਲੱਗਦਾ। ਦੋ ਪੈਸੇ ਸਾਡੇ ਕੋਲ ਆਏ, ਅਸੀਂ ਕਹਿੰਦੇ ਚੱਲ ਯਾਰ ਅੱਜ ਆਪਾਂ ਇਹ ਗੱਡੀ ਲਿਆਉਂਦੇ ਹਾਂ, ਫਲਾਣਾ ਟੀ ਲਿਆਉਂਦੇ ਹਾਂ, ਕਦੀ ਨਹੀਂ ਸੋਚਦੇ ਕਿ ਚੱਲ 50-60,000 ਦਾ ਵੀ ਘਰ ਸ਼ੁਰੂ ਹੁੰਦਾ, ਉਹ ਬਾਏ ਕਰ ਲੈਣਾ, ਕੋਈ ਚੀਜ਼ ਹੀ ਬਣ ਜਾਏਗੀ। ਬਹੁਤ ਚੰਗਾ ਸਵਾਲ ਹੈ, ਐਂਡ ਮੈਨੂੰ ਇਹ ਚੰਗਾ ਲੱਗਿਆ ਤੁਸੀਂ ਇਹ ਕੁਐਸਚਨ ਵੀ ਪੁੱਛਿਆ, ਕਿਉਂਕਿ ਸਾਡੀ ਕਮਿਊਨਿਟੀ ਸਪੈਸ਼ਲੀ ਸਾਨੂੰ ਲੋੜ ਹੈਗੀ ਹੈ ਕਿ ਅਸੀਂ ਗ੍ਰਾਸ ਰੂਟ ਲੈਵਲਸ 'ਤੇ ਆਪਣੇ ਭਰਾਵਾਂ ਨੂੰ, ਵੀਰਾਂ ਨੂੰ, ਈਵਨ ਲੇਡੀਜ਼ ਨੂੰ, ਕਈ ਕਰਦੇ ਹੋਣਗੇ, ਆਈ ਐਮ ਨਾਟ ਸੇਇੰਗ ਐਵਰੀਵਨ, ਉਹਨਾਂ ਨੂੰ ਐਜੂਕੇਟ ਕਰੀਏ ਕਿ ਅਗੇਨ ਆਈ ਵੁੱਡ ਗੋ ਬੈਕ ਟੂ ਮਾਈ ਆਨਸਰ। ਇੱਕ ਤਾਂ ਪਹਿਲੀ ਗੱਲ, ਕਿਸੇ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਨਾ। ਜੇ ਆਪਾਂ ਇੰਨੀ ਮਾਇਆ ਕਮਾ ਰਹੇ ਹਾਂ, ਇੰਨੀ ਕਮਾ ਰਹੇ ਹਾਂ, ਇੰਨੀ ਕਮਾ ਰਹੇ ਹਾਂ, ਉਹ ਗੱਲ ਨਹੀਂ ਹੈਗੀ ਜਸਟ ਕਿਉਂਕਿ ਗੁਆਂਢੀ ਨੇ ਇੱਕ ਮਰਸੀਡੀਜ਼ ਲੈ ਲਈ ਅਤੇ ਅਸੀਂ ਵੀ ਲੈਣੀ ਆ, ਨਹੀਂ। ਅਸੀਂ ਆਪਣਾ ਪਹਿਲਾਂ ਫਾਈਨੈਂਸ਼ੀਅਲ ਵੈਲਬੀਇੰਗ ਐਂਡ ਵੈਲਥ ਮੈਨੇਜਮੈਂਟ, ਜਿਵੇਂ ਤੁਸੀਂ ਬਿਲਕੁਲ ਕਰੈਕਟਲੀ ਕਿਹਾ, ਉਹ ਦੇਖਣੀ ਹੈ। ਸਾਡੇ ਗੋਲਸ ਕੀ ਨੇ ਲਾਈਫ ਵਿੱਚ, ਉਹ ਦੇਖਣੇ ਆ। ਕਦੀ ਵੀ ਆਪਣੀ ਕਿਤਾਬ ਦਾ ਲਾਈਕ ਆਈ ਸੈਡ ਪਹਿਲਾ ਚੈਪਟਰ ਦੂਜੇ ਦੀ ਕਿਤਾਬ ਦਾ 40ਵੇਂ ਚੈਪਟਰ ਤੋਂ ਕੰਪੇਅਰ ਨਹੀਂ ਹੁੰਦਾ, ਰਾਈਟ। ਕੋਈ ਤੁਹਾਡੇ ਤੋਂ ਪਹਿਲਾਂ ਦਾ ਸ਼ੁਰੂ ਹੋਇਆ, ਕੋਈ ਬਾਅਦ 'ਚ ਸ਼ੁਰੂ ਹੋਇਆ। ਬਟ ਤੁਸੀਂ ਬੜੀ ਚੰਗੀ ਗੱਲ ਕੀਤੀ ਹੈ, ਵੈਲਥ ਪਲੈਨਿੰਗ, ਫਾਈਨੈਂਸ਼ੀਅਲ ਮੈਨੇਜਮੈਂਟ ਆਲਸੋ। ਆਈ ਸੀ ਅ ਲੋਟ ਆਫ ਆਰ ਫੈਮਲੀਜ਼ ਮਿਸਿੰਗ ਦੈਟ ਮਾਈਂਡ ਸੈਟ ਐਜ਼ ਵੈਲ। ਮੈਂ ਰੀਅਲ ਏਸਟੇਟ 'ਤੇ ਵੀ ਅਪਲਾਈ ਕਰਦਾ। ਤੁਹਾਡੀ ਗੱਲ ਤੁਸੀਂ ਪੋਡਕਾਸਟ ਦੀ ਇੰਟਰੋਡਕਸ਼ਨ ਵਿੱਚ ਵੀ ਸ਼ੁਰੂ ਕੀਤੀ ਸੀ ਕਿ ਹਰ ਘਰ ਵਿਖੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਨਵੇਂ ਰੀਅਲਟਰਸ ਆ ਗਏ, ਸਮ ਆਰ ਨੌਲੇਜੇਬਲ, ਸਮ ਆਰ ਨਾਟ ਫॉर ਦੈਟ ਮੈਟਰ ਇਨ ਦ ਇੰਡਸਟਰੀ। ਉਹਨਾਂ ਨੂੰ ਬੜਾ ਟ੍ਰਾਂਜੈਕਸ਼ਨਲ ਰਿਲੇਸ਼ਨਸ਼ਿਪ ਲੱਗਦਾ। ਉਹ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਦਿਸ ਇਜ਼ ਅ ਪ੍ਰੈਕਟੀਕਲ ਥਿੰਗ ਆਮ ਟੈਲਿੰਗ। ਹਾਂਜੀ, ਜਿਹੜਾ ਬੰਦਾ ਨਿਊਯਾਰਕ ਦੇ ਵਿੱਚ ਰੀਅਲਟਰ ਸੀਗਾ, ਹਾਂਜੀ, ਠੀਕ ਹੈ, ਉਹਨੂੰ ਨਿਊਯਾਰਕ ਦੀ ਜ਼ਰੂਰ ਨੌਲੇਜ ਹੋਣੀ ਹੈ। ਉਹ ਜਿਵੇਂ ਹੀ ਨਾਲ ਇੱਥੇ ਮੂਵ ਹੋਇਆ, ਉਹਨੇ ਲਾਇਸੈਂਸ ਲੈਣ ਨੂੰ ਲੱਗਿਆ ਕਿ ਉਹੀ ਸੇਮ ਮਾਰਕੀਟ ਹੈ ਔਰ ਆਈ ਕੈਨ ਸੈਲ ਦਾ ਹਾਊਸ ਈਜ਼ਲੀ। ਯੂ ਕੈਨ ਸੈਲ ਦਾ ਹਾਊਸ ਈਜ਼ਲੀ, ਬਟ ਦਿਸ ਇਜ਼ ਵਟ ਆਈ ਥਿੰਕ ਦੇ ਸ਼ੁੱਡ ਨੋ ਦੀ ਮੈਟਰੋਪੋਲੀਟਨ ਸਿਟੀਜ਼। ਬਿਲਕੁਲ, ਇੰਡੀਅਨਾਪੋਲਿਸ ਇਜ਼ ਨਾਟ ਵਨ ਥਿੰਗ। ਹਾਂਜੀ, ਇੰਡੀਆਨਾ ਇੱਕ ਸਿਰਫ ਇਕੱਲੀ ਨਹੀਂ ਹੈਗੀ। ਇੰਡੀਅਨਾਪੋਲਿਸ ਦੇ ਨਾਲ ਨਾਲ ਬਹੁਤ ਸਾਰੀ ਮੈਟਰੋਪੋਲੀਟਨ ਸਿਟੀਜ਼ ਹੈ ਜਿੱਥੇ ਘਰ ਬਣ ਰਹੇ ਨੇ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੈਕ ਆਫ ਨੌਲੇਜ ਉਹਨਾਂ ਰੀਅਲਟਰਸ ਨੂੰ ਹੈ। ਔਰ ਜਿਹੜਾ ਬੰਦਾ ਕੈਲੀਫੋਰਨੀਆ ਤੋਂ ਆਪਣਾ, ਭਾਵੇਂ ਉਹ ਨਿਊਯਾਰਕ ਤੋਂ ਮੂਵ ਹੋ ਰਿਹਾ, ਕਿਸੇ ਵੱਡੀ ਸਿਟੀ ਤੋਂ ਮੂਵ ਹੋ ਰਿਹਾ, ਉਹ ਉਹਨੂੰ ਸਹੀ ਗਾਈਡ ਨਹੀਂ ਕਰ ਪਾਉਂਦੇ। ਮੈਨੂੰ ਇਹ ਲੱਗਦਾ ਕਿ ਉਹ ਸਵਾਲ ਹੀ ਨਹੀਂ ਉਹਨੂੰ ਪੁੱਛਦੇ ਕਿ ਬਈ ਤੁਹਾਨੂੰ ਸਭ ਤੋਂ ਵੱਡੀ ਪ੍ਰਾਇੋਰਟੀ ਕੀ ਹੈ। ਗੁੱਡ ਐਜੂਕੇਸ਼ਨ ਸਕੂਲ ਚਾਹੀਦਾ। ਕਈਆਂ ਦੇ ਤਾਂ ਨਿਆਣੇ ਹੀ ਨਹੀਂ ਹੈਗੇ, ਦੇ ਜਸਟ ਵਾਂਟ ਟੂ ਮੂਵ ਹੇਅਰ ਟੂ ਬੈਟਰ ਲਾਈਫ ਫॉर ਅ ਬਿਜ਼ਨਸ। ਸੋ ਮੈਨੂੰ ਲੱਗਦਾ ਉਹ ਬਹੁਤ ਜ਼ਰੂਰੀ ਹੈ ਐਜੂਕੇਟ ਹੋਣਾ ਹਜੇ ਰੀਅਲਟਰਸ ਨੂੰ ਵੀ। ਬਿਲਕੁਲ ਹੈਗਾ। ਮੇਰੀ ਵੀ ਟੀਮ ਵਿੱਚ ਆਲਮੋਸਟ
2 ਦਰਜਨ ਦੇ ਕਰੀਬ ਰੀਅਲਟਰਸ ਨੇ ਹੁਣ, ਵੀ ਹੈਵ 19 ਏਜੰਟਸ ਟੂ ਬੀ ਪ੍ਰੀਸਾਈਜ਼। ਅਸੀਂ ਇਹੀ ਸਿੱਖ ਦਿੰਦੇ ਹਾਂ, ਅਤੇ ਮੇਰਾ ਐਡਵਾਈਸ ਆਪਣੇ ਬਾਕੀ ਭਰਾਵਾਂ ਭੈਣਾਂ ਨੂੰ ਵੀ, ਤੁਸੀਂ ਕਿਹੜੀ ਵੀ ਕਮਿਊਨਿਟੀ ਤੋਂ ਆਓ, ਇਹੀ ਰਹਿੰਦਾ ਕਿ ਟ੍ਰਾਂਜੈਕਸ਼ਨਲ ਰੀਅਲਟਰ ਨਾ ਬਣੋ, ਵੈਲਿਊ ਐਡਿਡ ਰੀਅਲਟਰ ਬਣੋ। ਉਹਦਾ ਮਤਲਬ ਸਿਰਫ ਇਹ ਹੈਗਾ, ਜਿਹੜਾ ਵੀ ਕਲਾਇੰਟ ਹੈਗਾ ਉਹਨੂੰ ਸਟਾਰਟ ਟੂ ਫਿਨਿਸ਼ ਪੂਰੀ ਐਜੂਕੇਸ਼ਨ ਦਿਓ, ਇਨ ਟਰਮਸ ਆਫ ਚਾਹੇ ਉਹਨਾਂ ਦੀ ਇਮੀਗ੍ਰੇਸ਼ਨ ਨੀਡ ਹੈਗੀ ਹੈ, ਉਹਨਾਂ ਦੀ ਹਾਊਸਿੰਗ ਨੀਡ ਹੈ, ਉਹਨਾਂ ਨੂੰ ਡਾਕਟਰ ਦਾ ਪਤਾ ਕਰਨਾ ਹੈ, ਹਸਪਤਾਲ ਦਾ ਕਰਨਾ ਹੈ, ਬੇਕਰੀ ਕਿੱਥੇ ਹੈ, ਹਰਜਸ ਮੀਡੀਆ ਕੀ ਕੰਮ ਕਰਦਾ, ਉਹਨਾਂ ਨੂੰ ਸਾਰੇ ਵੈਂਡਰਸ ਦਾ ਪੂਰਾ ਇੱਕ ਈਕੋਸਿਸਟਮ ਬਣਾ ਕੇ ਪੈਕੇਜ ਦਿਓ। ਸਿਰਫ ਟ੍ਰਾਂਜੈਕਸ਼ਨਲ ਡੀਲ ਨਾ ਕਰੋ ਜੀ, ਹਾਂਜੀ ਆਹ ਘਰ ਲੈ ਲਓ, ਆਹ ਵਾਲੀ ਕਮਰਸ਼ੀਅਲ ਪ੍ਰੋਪਰਟੀ ਲੈ ਲਓ, ਤੁਹਾਡਾ ਕੰਮ ਬਣ ਜਾਊਗਾ ਤਾਂ ਮੇਰਾ ਤਾਂ ਕੰਮ ਹੋ ਗਿਆ ਜੀ, ਮੈਂ ਕਮਿਸ਼ਨ ਲੈ ਕੇ ਭੱਜ ਗਿਆ। ਉਹ ਕੰਮ ਨਹੀਂ ਕਰਨਾ। ਦੈਟ ਮੇਕਸ ਯੂ ਵੈਰੀ ਸ਼ਾਰਟ ਸੈਂਟਰਡ ਮਾਇਓਪਿਕ ਟ੍ਰਾਂਜੈਕਸ਼ਨਲ ਏਜੰਟ। ਨੰਬਰ 2, ਕੋਈ ਵੀ ਬਿਜ਼ਨਸ ਹੋਵੇ ਇਨਕਲੂਡਿੰਗ ਰੀਅਲ estate, ਲਰਨ ਟੂ ਬੀ ਨੋਨ ਫॉर ਸਮਥਿੰਗ। ਉਹਦਾ ਮਤਲਬ ਕੀ ਹੁੰਦਾ ਹੈ, ਜੇ ਆਪਾਂ ਅੰਗੜਾਈ ਅੱਜ ਸਵੇਰੇ ਲਈਏ, ਕੋਈ ਬੰਦਾ ਕਹਿੰਦਾ ਚੱਲ ਯਾਰ ਮੈਂ ਪ੍ਰੋਪਰਟੀ ਖਰੀਦਣ ਚੱਲੇ ਹਾਂ, ਚਾਹੇ ਉਹ ਮੰਜ਼ਿਲ ਕੋਲੀ ਨਾਲ ਕੰਮ ਕਰੇ ਨਾ ਕਰੇ, ਪਰ ਉਹਨੂੰ ਪਤਾ ਹੈ ਮੰਜ਼ਿਲ ਕੋਲੀ ਰੀਅਲ estate ਕਰਦਾ ਹੈ। ਕਿਉਂ? ਕਿਉਂਕਿ ਆਪਾਂ ਉਹ ਪਹਿਚਾਨ, ਇੱਕ ਪਰਸੈਪਸ਼ਨ, ਹੇਲੋ ਇਫੈਕਟ ਜਿਹਨੂੰ ਕਹਿੰਦੇ ਮਤਲਬ ਹੁਣ ਮੈਨੂੰ ਦੇਖ ਕੇ ਤਾਂ ਕਈ ਨੂੰ ਲੱਗਦਾ ਕੈਮਰਾ ਆ ਗਿਆ ਸਾਹਮਣੇ ਦੀ। ਬਿਲਕੁਲ। ਸੋ ਹਰਕੀਰਤ ਜਦੋਂ ਮੈਨੂੰ ਸਮਝ ਆਉਂਦੀ, ਮੈਂ ਕਹਿੰਦਾ ਹਾਂ ਮੇਰੇ ਬੱਚੇ ਦਾ ਬਰਥਡੇ, ਵਿਆਹ ਕਰਾਣਾ, ਚਲੋ ਹਰਕੀਰਤ ਨੂੰ ਹਾਇਰ ਕਰਾਂਗੇ, ਰਾਈਟ। ਅਗੇਨ ਵੈਦਰ ਦਾ ਨੈਕਸਟ ਸਟੇਜ ਜੇ ਪ੍ਰਮੋਸ਼ਨ ਵੀ ਕਰਾਣੀ ਹੈ, ਜੇ ਪ੍ਰਮੋਸ਼ਨ ਵੀ ਕਰਾਣੀ ਹੈ, ਇਹ ਨਾਲ ਹੀ ਨਾਲ ਕਰਦੇ ਪਏ ਨੇ ਪ੍ਰਮੋਸ਼ਨ ਵੀ। ਤੇ ਕਹਿਣ ਦਾ ਮਤਲਬ ਹੈ, ਇੱਕ ਨਾ ਤੁਹਾਡੀ ਪਰਸੈਪਸ਼ਨ ਤੇ ਇਮੇਜ ਤੇ ਹੇਲੋ ਇਫੈਕਟ ਬਣਿਆ ਹੁੰਦਾ। ਹੇਲੋ ਇਫੈਕਟ ਉਹਨੂੰ ਕਹਿੰਦੇ ਆ, ਤੁਹਾਡੇ ਸਰ ਦੇ ਪਿੱਛੇ ਪਰਛਾਈ ਬਣੀ ਹੋਈ ਹੈ ਤੇ ਲੋਕੀ ਤੁਹਾਨੂੰ ਉਸ ਪਰਛਾਈ ਨਾਲ ਪਹਿਚਾਨਦੇ ਨੇ। ਉਹ ਆਪਣੀ ਪਰਛਾਈ ਨੂੰ ਕਦੀ ਵੀ ਤੁਸੀਂ ਅੰਡਰਮਾਈਨ ਜਾਂ ਲੋ ਨਹੀਂ ਕਰਨਾ ਟ੍ਰਾਂਜੈਕਸ਼ਨਲ ਬਿਹੇਵੀਅਰ ਦੇ ਨਾਲ। ਉਹਨੂੰ ਹਮੇਸ਼ਾ ਪਹਿਚਾਨ ਨੂੰ ਬਣਾ ਕੇ ਰੱਖਣਾ ਬਾਈ ਐਡਿੰਗ ਮੋਰ ਵੈਲਿਊ। ਰਾਈਟ। ਐਗਜ਼ਾਮਪਲ ਇਹ ਵੀ ਹੁੰਦਾ ਹੈ, ਹੁਣ ਮੈਂ ਸਿਰਫ ਰੀਅਲਟਰ ਨਹੀਂ ਹਾਂ, ਮੈਂ ਜਦੋਂ ਆਪਣਾ ਬਿਜ਼ਨਸ ਕਾਰਡ ਲੋਕਾਂ ਨੂੰ ਫੜਾਉਂਦਾ, ਮੈਂ ਕਹਿੰਦਾ ਆਈ ਐਮ ਦ ਲਾਰਜੈਸਟ ਫਲਿਪਰ ਇਨਵੈਸਟਰ ਇਨ ਦ ਸਟੇਟ ਆਫ ਇੰਡੀਆ। ਭਾਜੀ ਉਹ ਵੀ ਇੱਕ ਲਾਈਨ ਤੁਸੀਂ ਕਹਿੰਦੇ ਹੋ, ਆਈ ਐਮ ਅ ਟੌਪ ਰੀਅਲਟਰ। ਐਂਡ ਉਹ ਸੋਸਾਇਟੀ ਨੇ ਕਿਹਾ, ਅਸੀਂ ਸਿਰਫ ਐਕੋ ਕਰਦੇ ਹਾਂ, ਅਸੀਂ ਰਿਪੀਟ ਕਰਦੇ ਹਾਂ। ਠੀਕ ਹੈ। ਸੋ ਬਟ ਉਹੀ ਮੇਰਾ ਕਹਿਣ ਦਾ ਮਕਸਦ ਹੈ, ਤੁਸੀਂ ਬਿਲਕੁਲ ਸਹੀ ਰਾਹ 'ਤੇ ਆਪਾਂ ਗੱਲ ਕਰ ਰਹੇ ਹਾਂ। ਜਿਹੜੀ ਐਜੂਕੇਸ਼ਨ ਦੀ ਤੁਸੀਂ ਗੱਲ ਕੀਤੀ ਸੀ, ਫਾਈਨੈਂਸ਼ੀਅਲ ਪਲੈਨਿੰਗ ਵਨ, ਬਟ ਆਲਸੋ ਵੈਨ ਯੂ ਬਿਕਮ ਅ ਫਾਈਨੈਂਸ਼ੀਅਲ ਪ੍ਰੋਫੈਸ਼ਨਲ, ਤੁਸੀਂ ਇੰਸ਼ੋਰੈਂਸ ਵੇਚ ਰਹੇ ਹੋ, ਲੈਂਡਰ ਹੈਗੇ ਹੋ, ਰੀਅਲਟਰ ਹੈਗੇ ਹੋ, ਵਟ ਐਵਰ ਯੂ ਸੈਲ, ਜਸਟ ਡੋਂਟ ਬਿਕਮ ਅ ਟ੍ਰਾਂਜੈਕਸ਼ਨਲ ਏਜੰਟ। ਤੁਸੀਂ ਵੀ ਹਰਕੀਰਤ ਦੇਖਿਆ ਹੋਣਾ, ਬਹੁਤ ਸਾਰੀ ਟਾਈਮ ਨਾ ਆਪੇ ਜਾਂਦੇ ਪਾਰਟੀਜ਼ 'ਤੇ ਵੀ ਜਾਂ ਫਾਰਮਲ ਗੈਦਰਿੰਗਸ 'ਤੇ ਵੀ, ਲੋਕੀ ਫੜਾਕ ਕਰਕੇ ਹੱਥ ਬਾਅਦ 'ਚ ਮਿਲਾਉਂਦੇ, ਕਾਰਡ ਫੜਾਉਂਦੇ ਨੇ, ਭਾਜੀ ਮੈਂ ਤਾਂ ਇਹ ਕਰਦਾ, ਕਦੀ ਕੋਈ ਸਪੋਰਟ ਚਾਹੀਦਾ ਹੋਵੇ ਤਾਂ ਦੱਸਿਓ। ਉਹੋ ਜਿਹੇ ਬੰਦੇ ਕਦੀ ਸਕਸੀਡ ਨਹੀਂ ਕਰਦੇ, ਮੇਰੇ ਐਕਸਪੀਰੀਅੰਸ। ਤੁਸੀਂ ਵੀ ਭੁੱਲ ਜਾਂਦੇ ਉਹਦੇ ਬਾਰੇ, ਉਹ ਵੀ ਤੁਹਾਨੂੰ ਸਿਰਫ ਟ੍ਰਾਂਜੈਕਸ਼ਨਲੀ ਅਪਰੂਵ ਕਰਦੇ ਪਏ ਨੇ, ਉਹ ਦੋਸਤੀ ਨਹੀਂ ਬਣਾਉਣਾ ਚਾਹੁੰਦੇ। ਕਿਸੇ ਨੂੰ ਮਿਲੋ, ਉਹਦੇ ਦੁੱਖ ਦਰਦ ਜਾਣੋ, ਉਹਦਾ ਬਰਥਡੇ ਕਦੋਂ ਹੈ ਉਹ ਪਹਿਚਾਣੋ, ਫੈਮਿਲੀ ਨਾਲ ਪਹਿਚਾਣ ਵਧਾਓ, ਫੈਮਿਲੀ ਲਈ ਹਾਜ਼ਰ ਹੋ ਦੁੱਖ ਸੁੱਖ ਲਈ। ਉਹਦੇ ਬਾਅਦ ਸਡਨਲੀ ਬਿਜ਼ਨਸ ਕਾਰਡ ਦੋਗੇ ਨਾ, ਤੀਜੀ ਮੀਟਿੰਗ ਬਾਅਦ ਉਹ ਪੱਕਾ ਤੁਹਾਡੇ ਨਾਲ ਬਿਜ਼ਨਸ ਕਰੂਗਾ। ਸੋ ਬੀ ਨੋਨ ਫॉर ਸਮਥਿੰਗ, ਬੀ ਤੁਸੀਂ ਸੇਲਸ ਦਾ ਗੁਣ ਦੇਤਾ ਜਿਹੜੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ। ਫॉर ਐਨੀਵਨ, ਐਂਡ ਦੈਟ ਹੈਜ਼ ਨਥਿੰਗ ਟੂ ਡੂ ਵਿਦ ਰੀਅਲ estate। ਹਾਂਜੀ, ਐਨੀ ਵਾਕ ਆਫ ਲਾਈਫ ਜੀ। ਤੇ ਮੰਜ਼ਿਲ ਭਾਜੀ ਇੱਕ ਗੱਲ ਮੈਨੂੰ ਹੋਰ ਦੱਸੋ, ਜੇ ਮੇਰੇ ਕੋਲ $20,000 ਅੱਜ ਸੇਵ ਹੋ ਗਿਆ, ਜੇ ਮੈਂ ਕਰ ਲਿਆ, ਕੀ ਮੈਂ ਰੀਅਲ estate ਬਾਏ ਕਰ ਸਕਦਾ? ਹਾਂਜੀ, ਐਨੀ ਟਾਈਮ। ਮੇਰਾ ਬਿਜ਼ਨਸ ਗੋਲ ਇਹ ਰਹਿੰਦਾ, ਅਤੇ ਸਜੈਸ਼ਨ ਕਲਾਇੰਟਸ ਨੂੰ ਵੀ, ਅਸੀਂ ਵੀ ਆਪਣੇ ਪਾਰਟਨਰਸ ਕੋਲ ਲੈ ਕੇ ਜਾਂਦੇ ਨੇ, ਤੁਹਾਨੂੰ 1 ਸਾਲ ਵਿੱਚ ਐਟਲੀਸਟ 5 ਬੈਂਕ ਲੈਂਡਰਸ ਨਾਲ ਰਿਸ਼ਤੇਦਾਰੀ ਬਣਾ ਕੇ ਰੱਖਣੀ ਚਾਹੀਦੀ, ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ। ਠੀਕ ਹੈ। ਇਨ ਟਰਮਸ ਆਫ ਲਾਈਜ਼ਨਿੰਗ ਐਂਡ ਅੰਡਰਸਟੈਂਡਿੰਗ। ਉਹਦੇ ਨਾਲ ਕੀ ਹੁੰਦਾ ਹੈ, ਕਦੀ FHA ਲੋਨ ਪ੍ਰੋਡਕਟਸ ਹੁੰਦੇ ਨੇ, ਕਦੀ ਚਾਚੀ ਬਣਾ ਲਓ, ਭੂਆ ਬਣਾ ਲਓ, ਤਾਇਆ ਬਣਾ ਲਓ। ਹਾਂ, ਉਹ ਰਿਸ਼ਤੇਦਾਰੀ ਉਹੋ ਜਿਹੀ ਨਹੀਂ ਕਹਿ ਰਹੇ ਸੀ, ਬਟ ਇਨ ਟਰਮਸ ਆਫ ਅੰਡਰਸਟੈਂਡਿੰਗ ਕਿ ਉਹਨਾਂ ਦੇ ਪ੍ਰੋਡਕਟਸ ਕੀ ਆਫਰ ਕਰਦੇ ਨੇ। ਹੁਣ ਸਾਡੇ ਕੋਈ 1-2 ਵੀਰ ਆਏ ਸੀ, ਉਹ ਕਹਿੰਦੇ ਭਾਜੀ ਮੈਂ ਟੈਕਸ ਰਿਟਰਨ ਆਪਣਾ ਬਹੁਤ ਜ਼ਿਆਦਾ ਨਹੀਂ ਭਰਿਆ, ਅਤੇ ਬਟ ਮੇਰੇ ਕੋਲ ਨਾ ਬੈਂਕ ਵਿੱਚ ਸੇਵਿੰਗ ਕਾਫੀ ਵਧੀ ਚੰਗੀ ਪਈ ਹੈ, ਬਟ ਆਈ ਐਮ ਅ ਸੈਲਫ ਇੰਪਲੋਇਡ ਓਨਰ। ਸੋ ਬੈਂਕਸ ਦੇ ਕੋਲ ਅੱਜ ਕੱਲ੍ਹ ਬੈਂਕ ਸਟੇਟਮੈਂਟ ਲੋਨ ਵੀ ਹੁੰਦਾ, ਉਹ ਤੁਹਾਡੀ ਪਿਛਲੇ 12 ਮਹੀਨਿਆਂ ਦੀ ਜਾਂ 1 ਸਾਲ ਦੀ ਲੋਨ, ਬੈਂਕ ਖਾਤੇ ਵਿੱਚ ਕਿੰਨੀ ਸੇਵਿੰਗਸ ਹੈਗੀਆਂ, ਦੇ ਜਸਟ ਲੁੱਕ ਐਟ ਦੈਟ ਐਂਡ ਯੂ ਕੈਨ ਗੈਟ ਅਪਰੂਵ ਫॉर ਅ ਲੋਨ। ਸੋ ਇਹ ਨੌਲੇਜ ਰੱਖਣਾ, ਜਾਂ ਤਾਂ ਤੁਹਾਡੇ ਏਜੰਟ ਨੂੰ ਇਹ ਸਾਰੀ ਨੌਲੇਜ ਹੋਵੇ, ਜੇ ਨਹੀਂ ਹੈਗੀ ਹੈ ਤੁਸੀਂ ਆਪਣੇ ਲੈਵਲ 'ਤੇ ਵੀ, ਜੇ ਤੁਸੀਂ ਬਾਇਰ ਹੈਗੇ ਹੋ, ਯੂ ਕੈਨ ਗੋ ਐਂਡ ਇੰਟਰੈਕਟ ਵਿਦ ਲੈਂਡਰਸ ਐਂਡ ਅੰਡਰਸਟੈਂਡ ਤੁਹਾਡੇ ਕੋਲ ਕੀ ਪ੍ਰੋਡਕਟ ਨੇ, ਚਾਹੇ 20,000 ਹੋਵੇ, ਚਾਹੇ 5,000 ਹੋਵੇ, ਚਾਹੇ 50,000 ਹੋਵੇ। ਠੀਕ ਹੈ। ਹਰ ਬੈਂਕ ਦੇ ਕੋਲ ਕੋਈ ਨਾ ਕੋਈ ਪ੍ਰੋਡਕਟ ਹੁੰਦਾ ਅੱਡ-ਅੱਡ। ਨੈਗੇਟਿਵ ਐਨਰਜੀ ਨੂੰ ਕਿਵੇਂ ਲੈਂਦੇ ਹੋ ਤੁਸੀਂ? ਸਿੰਸ ਨਾਓ ਯੂ ਹੈਵ ਬਿਗ ਕੰਪਨੀ, 19 ਏਜੰਟਸ ਵਰਕਿੰਗ ਫॉर ਯੂ, ਆਈ ਨੋ ਨੈਗੇਟਿਵ ਐਨਰਜੀ ਵੀ ਬਹੁਤ ਆਉਂਦੀ ਹੋਏਗੀ। ਹਾਂਜੀ, ਉਹਨੂੰ ਕਿਵੇਂ ਹੀਲ ਕਰਦੇ ਹੋ? ਗੁੱਡ ਕੁਐਸਚਨ। ਇਹਦਾ ਕੋਈ ਸਟ੍ਰੇਟ ਫਾਰਵਰਡ ਆਨਸਰ ਨਹੀਂ ਹੁੰਦਾ ਕਿ ਫਾਰਮੂਲਾ ਕਿਸੇ ਨੇ ਚਿਪਕਾਇਆ ਅਤੇ ਸਾਰਿਆਂ ਦਾ ਸਵਿਚ ਔਨ ਹੋ ਗਿਆ ਅਤੇ ਸਡਨਲੀ ਨੈਗੇਟਿਵ ਐਨਰਜੀ ਚਲੀ ਗਈ। ਐਨਰਜੀ ਹੁੰਦੀ ਹੈ, ਪੂਰੇ ਯੂਨੀਵਰਸ ਵਿੱਚ ਹੁੰਦੀ ਹੈ। ਯੂਨੀਵਰਸ ਵਿੱਚ ਅਬੰਡੈਂਸ ਹੈਗੀ ਹੈ, ਠੀਕ ਹੈ, ਹਰ ਚੀਜ਼ ਦੀ। ਪ੍ਰਕਿਰਤੀ ਨੂੰ ਦੇਖੋ, ਜਾਨਵਰਾਂ ਨੂੰ ਦੇਖੋ, ਪੇੜਾਂ ਨੂੰ ਦੇਖੋ, ਫਲ ਪੌਦੇ ਜੋ ਵੀ ਦੇਖੋ। ਹੁਣ ਨਜ਼ਰੀਏ ਦੀ ਵੀ ਗੱਲ ਹੈਗੀ ਹੈ ਕਿ ਤੁਸੀਂ ਹਰ ਚੀਜ਼ ਵਿੱਚ ਕੀ ਦੇਖਣਾ ਚਾਹੁੰਦੇ ਹੋ। ਕਿਸੇ ਨੇ ਇੱਕ ਬੜਾ ਚੰਗਾ ਐਕਸਪੈਰੀਮੈਂਟ ਵੀ ਕੀਤਾ ਸੀ। ਉਹਨਾਂ ਨੇ ਕਲਾਸ ਵਿੱਚ ਬੜੇ ਸਾਰੇ ਚੰਗੇ ਵਿਦਵਾਨ ਪ੍ਰੋਫੈਸ਼ਨਲਸ ਨੂੰ ਬੁਲਾ ਕੇ
ਆਫਿਸ ਰੂਮ ਵਿੱਚ ਨਾ ਕੁਝ ਨਹੀਂ ਲੱਗਿਆ ਸੀ, ਦੇयर ਵਾਸ ਜਸਟ ਅ ਵਾਈਟ ਬੋਰਡ। ਉਹਨਾਂ ਨੇ ਮਾਰਕਰ ਪੈਨ ਲੈ ਕੇ ਨਾ ਉੱਤੇ ਕਾਲਾ ਡਾਟ ਲਾਤਾ ਇੱਕ ਕਾਰਨਰ ਵਿੱਚ ਥੱਲੇ, ਤੇ ਉਹ ਬੰਦੇ ਨੇ ਸਾਰਿਆਂ ਨੂੰ ਪੁੱਛਿਆ ਕਿ ਵਾਟ ਡੂ ਯੂ ਸੀ ਔਨ ਦ ਬੋਰਡ, ਤੇ ਵਾਟ ਡੂ ਯੂ ਸੀ ਔਨ ਦ ਬੋਰਡ, ਸਿੰਪਲ ਕੁਐਸਚਨ ਰਾਈਟ, ਜ਼ਿਆਦਾ ਕੋਈ ਔਖਾ ਕੁਐਸਚਨ ਨਹੀਂ ਹੈ। ਪਹਿਲਾ ਬੰਦਾ ਹੱਥ ਰੇਜ਼ ਕਰਦਾ ਜੀ ਉਹ ਬਲੈਕ ਡਾਟ ਇੱਕ ਦਿਖ ਰਿਹਾ, ਦੂਜਾ ਕਹਿੰਦਾ ਜੀ ਮੈਨੂੰ ਵੀ ਦਿਸਦਾ, ਤੀਜਾ ਕਹਿੰਦਾ ਆਈ ਸੀ ਦ ਬਲੈਕ ਡਾਟ ਜੀ। ਤਾਂ ਬੇਸਿਕਲੀ 80 ਬੰਦੇ ਬੈਠੇ ਸੀ ਕਮਰੇ, ਸਾਰਿਆਂ ਨੇ ਕਿਹਾ ਮੈਨੂੰ ਬਲੈਕ ਡਾਟ ਦੇ ਦਿੱਤੇ। ਇੱਕ ਬੰਦਾ ਉੱਠਿਆ, ਉਹ ਕਹਿੰਦਾ ਜੀ ਮੈਨੂੰ ਤਾਂ ਓਪਰਚੁਨਿਟੀ ਦਿਖ ਰਹੀ ਹੈ ਕਿ ਇਹੋ ਜਿਹੇ ਹੋਰ ਡਾਟ ਲਾਉਣ ਦੀ, ਪੂਰਾ ਬੋਰਡ ਹਲੇ ਵਾਈਟ ਪਿਆ, ਰਾਈਟ। ਸੋ ਦੈਟਸ ਯੋਰ ਆਨਸਰ। ਸੋ ਆਈ ਥਿੰਕ ਹਰ ਪ੍ਰੋਫੈਸ਼ਨ ਵਿੱਚ, ਹਰ ਵਾਕ ਆਫ ਲਾਈਫ ਵਿੱਚ, ਹਰ ਉਮਰ ਵਿੱਚ ਵੀ ਤੁਹਾਨੂੰ ਕਈ ਇਹੋ ਜਿਹੇ ਦੋਸਤ ਵੀ ਮਿਲਦੇ ਨੇ ਜਿਹੜੇ ਤੁਹਾਡੇ ਨਾਲ ਐਸੋਸੀਏਟ ਹੋਣਾ ਚਾਹੁੰਦੇ ਨੇ ਜਾਣ ਕੇ, ਬਿਕੋਜ਼ ਉਹ ਤੁਹਾਡੀ ਇਮੇਜ ਨੂੰ ਯੂਜ਼ ਕਰਕੇ ਜਾਂ ਤਾਂ ਰੂਇਨ ਕਰਨਾ ਚਾਹੁੰਦੇ ਨੇ ਜਾਂ ਆਪਣੀ ਇਮੇਜ ਵਧੀਆ ਬਣਾਉਣਾ ਚਾਹੁੰਦੇ ਨੇ। There are professionally people as well in your own teams as well. You know, you may have 19 or 90 or 200 people tomorrow. Some of them don't want you to be successful. Kuch loki inherently jealous honde ne. How you tackle that, deal with that, how you prevent yourself from draining your energy and still propel forward, अपने आप ਨੂੰ ਅੱਗੇ ਲੈ ਕੇ ਜਾਣਾ, ਉਹ ਆਪਣੇ ਤੇ ਰਹਿੰਦਾ ਕਿ ਤੁਸੀਂ ਉਹ ਬੋਰਡ ਤੇ ਕਾਲਾ ਡਾਟ ਵੇਖਣਾ ਹੈ ਜਾਂ ਪੂਰੀ ਬੋਰਡ ਦੀ ਓਪਰਚੁਨਿਟੀਜ਼ ਵੇਖਣੀ ਹੈ। ਇਨਫੈਕਟ ਕਦੀ ਨੈਗੇਟਿਵ ਐਨਰਜੀ ਜਾਂ ਨੈਗੇਟਿਵ ਫਰੈਂਡਸ ਨਾਲ ਰਹਿ ਕੇ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਰਿਸ਼ਤਿਆਂ ਵਿੱਚ, ਰਾਈਟ। ਸਮਟਾਈਮਜ਼ ਯੂ ਨੋ ਵਾਟ ਯੂ ਵਾਂਟ ਟੂ ਡੂ, ਹੂ ਯੂ ਵਾਂਟ ਟੂ ਹੈਂਗ ਆਊਟ ਵਿਦ, ਬਟ ਇਟਸ ਆਲਸੋ ਇੰਪੋਰਟੈਂਟ ਟੂ ਨੋ ਹੂ ਯੂ ਡੋਂਟ ਵਾਂਟ ਟੂ ਹੈਂਗ ਆਊਟ ਵਿਦ। ਉਹਦੇ ਨਾਲ ਕੀ ਹੁੰਦਾ, ਤੁਸੀਂ ਝਾੜ ਦਿੰਦੇ ਹੋ। ਮੈਂ ਕਿਹਾ ਸੀ ਨਾ ਚਿੱਕੜ ਲੱਗ ਜਾਂਦਾ ਕਦੀ ਚਿੱਕੜ ਝਾੜਿਆ ਤੇ ਆਪਾਂ ਅੱਗੇ ਵੱਧਦੇ ਹਾਂ, ਐਂਡ ਦੈਟ ਪ੍ਰੋਪੈਲਸ ਯੂ ਇਟ ਵਿਦ ਫਾਰਵਰਡ ਐਨਰਜੀ। ਐਂਡ ਆਈਲ ਗਿਵ ਯੂ ਐਗਜ਼ਾਮਪਲਸ। ਆਈ ਮੀਨ ਸਾਡੀ ਲਾਈਫ ਵਿੱਚ ਵੀ ਕਾਫੀ ਸਾਰੇ ਇੰਸਟੈਂਸਿਸ ਹੋਏ ਵੇਅਰ ਆਈ ਵਾਜ਼ ਇਨ ਅ ਫੇਜ਼, ਮੈਂ ਬਹੁਤ ਸਾਰੇ ਲੋਕਾਂ ਨਾਲ ਸੋਸ਼ਲੀ ਬਹੁਤ ਐਕਟਿਵ ਹੋ ਗਿਆ, drinking parties चल रही हैं, smoking चल रही है every day and all that stuff, but then you have to look backwards and realize यार मैं तो family वाला बंदा है, मैं ਕਿਹੋ ਜਿਹੇ ਬੰਦਿਆਂ ਨਾਲ हैंग आउट कर रहे हैं, and then you indulge in all these negative energy ਉੱਥੋਂ ਵੀ ਆਉਂਦੀ ਹੈ, ਸਿਰਫ ਬੰਦਿਆਂ ਤੋਂ ਨਹੀਂ ਆਉਂਦੀ, ਤੁਹਾਡੀ ਹਰਕਤਾਂ ਤੋਂ ਵੀ ਆਉਂਦੀ ਹੈ, ਰਾਈਟ। ਸੋ ਤੁਸੀਂ ਰੋਜ਼ ਰਾਤੀ 2-2 ਵਜੇ ਬਹਿ ਕੇ ਪਾਰਟੀਆਂ ਕਰ ਰਹੇ ਹੋ, ਚਾਹੇ ਡਰਿੰਕ ਕਰੋ ਨਾ ਕਰੋ, ਬਟ ਰੋਜ਼ ਕੀ ਹੋ ਰਿਹਾ ਉਹਦੇ ਨਾਲ ਤੁਹਾਡੀ ਅਗਲੇ ਦਿਨ ਦੀ ਪ੍ਰੋਡਕਟਿਵਿਟੀ, ਐਨਰਜੀ, ਜਿਹੜਾ ਤੁਹਾਡੀ ਸ਼ਮਤਾ ਹੈਗੀ ਹੈ, ਉਹ ਸਾਰੀ ਊਰਜਾ ਉਹ ਡਿੱਗ ਜਾਂਦੀ ਆ। ਤੁਸੀਂ ਰੱਬ ਨੂੰ ਨਹੀਂ ਯਾਦ ਕਰ ਰਹੇ ਸਵੇਰੇ ਉੱਠ ਕੇ, ਤੁਸੀਂ 11-12 ਵਜੇ ਉੱਠਦੇ ਪਏ ਹੋ, ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ, ਹਾਊ ਵਿਲ ਯੂ ਫੋਕਸ ਔਨ ਯੋਰ ਬਿਜ਼ਨਸ ਦੈਨ, ਰਾਈਟ। ਸੋ ਸਮਟਾਈਮਜ਼ ਆਪਣੀ ਹਰਕਤਾਂ ਨੂੰ ਵੀ ਚੇਂਜ ਕਰਕੇ, ਹੈਬਿਟਸ ਨੂੰ ਚੇਂਜ ਕਰਕੇ, ਆਪਣੀ ਸੰਗਤ ਨੂੰ ਚੇਂਜ ਕਰਕੇ ਤੁਹਾਨੂੰ ਲੱਗਦਾ ਕਿ ਹਾਂ ਮੈਂ ਕੁਝ ਪੋਜ਼ਿਟਿਵ ਕਰ ਰਿਹਾ। ਐਂਡ ਆਈ ਐਮ, ਐਜ਼ ਯੂ ਨੋ, ਆਈ ਐਮ ਨਾਟ ਜਸਟ ਇਨ ਰੀਅਲ ਐਸਟੇਟ ਟੂਡੇ, ਮੈਂ ਹੋਰ ਵੀ ਬਿਜ਼ਨਸਿਸ ਰਨ ਕਰਦਾ। ਵੀ ਓਨ 7 ਬਿਜ਼ਨਸਿਸ ਨਾਓ, ਵੀ ਆਰ ਇਨ ਦ ਰੈਸਟੋਰੈਂਟ ਸਪੇਸ। ਤੁਹਾਡੀ ਲਾਈਫ 'ਚ ਵੀ ਐਵੇਂ ਜਸਟ ਆਇਆ ਦਿਨ ਕਿ ਜਿੱਥੇ ਤੁਸੀਂ ਆਪ ਦੱਸ ਰਹੇ ਹੋ ਕਿ ਬਈ ਮੈਂ ਹੈਂਗ ਆਊਟ ਕਰਦਾ ਸੀ, ਪਾਰਟੀਜ਼ ਕਰਦਾ ਸੀ, ਹਾਂਜੀ। ਸੋ ਉਹ ਟਾਈਮ ਕਿਵੇਂ ਜਿਹਾ ਸੀਗਾ, ਔਰ ਜਦ ਤੁਸੀਂ ਉਸ ਤੋਂ ਬਾਹਰ ਨਿਕਲੇ ਕਿੰਨਾ ਗਰੋ ਹੋਏ? ਮੈਨੂੰ ਲੱਗਦਾ ਮੈਂ ਉਸ ਗਰੁੱਪ ਤੋਂ ਨਿਕਲ ਕੇ ਬਾਅਦ ਜਾਂ ਉਹੋ ਜਿਹੇ ਸੰਗਤ ਤੋਂ ਨਿਕਲ ਕੇ ਬਾਅਦ ਜ਼ਿਆਦਾ ਗਰੋ ਕੀਤਾ। ਵੈਨ ਯੂ ਆਰ ਯੰਗ ਸਮਟਾਈਮਜ਼ ਗਲਤੀਆਂ ਹੋ ਜਾਂਦੀਆਂ, ਤੁਸੀਂ ਕਿਉਂਕਿ ਇਹ ਸਾਰੇ ਰਿਸ਼ਤੇ ਜਿਹੜੇ ਹੁੰਦੇ ਨੇ ਬਚਪਨ ਦੇ ਕੋਈ ਯਾਰ ਮਿੱਤਰ ਨਹੀਂ ਹੈਗੇ, ਸਾਰੇ ਆਪਾਂ ਰਿਸ਼ਤੇ ਇੱਥੇ ਆ ਕੇ ਬਣੇ ਨੇ। ਕਈਆਂ ਦੇ ਸਿਰਫ ਫਰਜ਼ੀ ਬੰਦੇ ਨੇ, ਕਈਆਂ ਦੇ ਟ੍ਰਾਂਜੈਕਸ਼ਨਲ ਬੰਦੇ ਨੇ, ਕਈਆਂ ਦੇ ਸੱਚੇ ਵੀ ਬਣ ਜਾਂਦੇ ਨੇ, ਉਹ ਵੀ ਗੱਲ ਹੈਗੀ। ਸਾਡੇ ਬੜੇ ਚੰਗੇ ਦੋਸਤ ਵੀ ਨੇ, ਵੀਕਐਂਡ 'ਤੇ ਸਾਰੇ ਹੈਂਗ ਆਊਟ ਕਰਦੇ ਨੇ, ਬਟ ਅਗੇਨ you have to pick who you want to hang out and exchange that energy with. ਕੁਛ ਲੋਕੀ ਤੁਹਾਡੇ ਦੋਸਤ ਵੀ ਹੁੰਦੇ ਨੇ, ਪਰ ਉਹ ਇਹ ਨਹੀਂ ਸਮਝ ਪਾਉਂਦੇ ਕਿ ਤੁਸੀਂ ਬਿਜ਼ਨਸ ਫੋਕਸਡ ਹੈਗੇ ਹੋ ਤੇ ਤੁਸੀਂ ਕਿੰਨੇ ਬਿਜ਼ੀ ਹੈਗੇ ਹੋ ਆਪਣੀ ਲਾਈਫ ਵਿੱਚ, ਰਾਈਟ। ਸੋ ਦੋਸਤੀ ਨਿਭਾਉਣ ਲਈ ਵੀ ਥੋੜ੍ਹਾ ਜਿਹਾ ਸੈਕਰੀਫਾਈਸ ਹੁੰਦਾ, ਜਸਟ ਲਾਈਕ ਇੱਕ ਵਾਈਫ ਨੂੰ ਜਾਂ ਸਪਾਊਸ ਨੂੰ ਸੰਭਾਲਣ ਵਾਸਤੇ। ਯੋਰ ਵਾਈਫ ਮੇ ਅੰਡਰਸਟੈਂਡ ਯੂ ਬੈਟਰ, ਬਟ ਸਮਟਾਈਮਜ਼ ਯੋਰ ਫਰੈਂਡਸ ਡੋਂਟ, ਰਾਈਟ। सो टू आंसर योर क्वेश्चन, डेफिनेटली जितनी आप नेगेटिव एनर्जी को शेक ऑफ करोगे उतना आपका माइंड क्रिएटिव रहेगा। आप टाइम से सो, 8-9 घंटे की पूरी नींद लो, सही टाइम से उठो, शरीर को एक्टिव रखो। बेसिकली लाइफ को एक कुर्सी की तरह समझो या ये मेज़ की तरह, 4 टांगें हैं जी। आपने एक टांग तो कर ली जिसमें आपने अपना इमोशनल कोशेंट या पार्टियां कर ली, ढुमचक, शराबें, खाना पीना, सोशल गैदरिंग। भैया फ्राइडे सैटरडे आ गया, हमने हर बार कहीं ना कहीं जाना ही है, मिलना ही है। नो, ये किसने सिखाया है? ये लाइफस्टाइल नहीं है। इनवर्ड्स से भी अंदर से अगर खुशी मिल रही है, पेशेंस है, सेटिस्फैक्शन है, आपको किसी के घर जाने की ज़रूरत नहीं है, आपको किसी को बुलाने की ज़रूरत भी नहीं है। अपने परिवार के साथ लूडो खेलो, टीवी देखो, जो अच्छा लगता है वो करो, किताब पढ़ो, ठीक है, लेकिन वो एक टांग है। ऐसे ही आपको एक परमात्मा की अपनी स्पिरिचुअल लाइफ, जो भी आप फेथ फॉलो करते हैं, आप वॉट एवर फेथ यू बिलीव इन, अपने रब ਨੂੰ याद करो, अपनी खुशियां ਨੂੰ ਤੇ ਪਰਮਾਤਮਾ ਦਾ ਜੋ ਵੀ ਦਿੱਤਾ ਉਹਨਾਂ ਦਾ ਸ਼ੁਕਰਾਨਾ ਕਰੋ। ਉਹ ਟੰਗ ਨੂੰ ਵੀ ਬੈਲੈਂਸ ਕਰਨਾ ਜ਼ਰੂਰੀ ਹੈ, ਲੋਕੀ ਭੁੱਲ ਜਾਂਦੇ ਨੇ ਕਦੇ। ਫਿਰ ਤੁਹਾਡਾ ਬਿਜ਼ਨਸ ਦੀ ਲੈਗ ਆਉਂਦੀ ਹੈ, ਆਪਣੇ ਬਿਜ਼ਨਸ 'ਤੇ ਫੋਕਸ ਕਰੋ। ਨੌਕਰੀ ਕਰਦੇ ਹੋ, ਬਿਜ਼ਨਸ ਕਰਦੇ ਹੋ, ਜੋ ਵੀ, ਉਹਨੂੰ ਵੀ ਖੁਸ਼ਹਾਲ ਬਣਾਓ। ਐਂਡ ਦ ਮੋਸਟ ਇੰਪੋਰਟੈਂਟ ਇਜ਼ ਯੋਰ ਓਨ ਬੋਡੀ ਐਂਡ ਯੋਰ ਹੈਲਥ, ਦੈਟਸ ਦ 4th ਲੈਗ। ਸੋ ਕਦੀ ਅਸੀਂ ਕੀ ਕਰਦੇ ਹਾਂ, ਅਸੀਂ
ਇਮੋਸ਼ਨਲ ਕੋਸ਼ੈਂਟ ਵਿੱਚ ਜ਼ਿਆਦਾ ਹੋ ਜਾਂਦੇ ਆ ਪਾਰਟੀਆਂ 'ਚ, ਆਪਾਂ ਹੈਲਥ ਨੂੰ ਭੁੱਲ ਜਾਂਦੇ ਹਾਂ। ਰਾਈਟ ਆਪਾਂ ਹੈਲਥ ਨੂੰ ਫੋਕਸ ਕਰਦੇ ਹਾਂ ਤਾਂ ਪੈਸਾ ਕਮਾਉਣਾ ਭੁੱਲ ਜਾਂਦੇ ਹਾਂ, ਜਾਂ ਆਪਾਂ ਪੈਸੇ ਦੇ ਮਗਰ ਇੰਨੇ ਲੱਗ ਜਾਂਦੇ ਹਾਂ ਅਤੇ ਫੈਮਿਲੀ ਨੂੰ ਸੈਕਰੀਫਾਈਸ ਕਰ ਰਹੇ ਹਾਂ। ਲੂਡੋ ਜਿਵੇਂ ਮੈਂ ਐਗਜ਼ਾਮਪਲ ਦੇ ਰਿਹਾ, ਬੱਚਿਆਂ ਨਾਲ ਕੁਆਲਿਟੀ ਟਾਈਮ ਨਹੀਂ ਦੇ ਰਹੇ, ਜਾਂ ਭੱਜ ਨੱਸ, ਜਾਂ ਫੋਮੋ ਕਹਿੰਦੇ ਆ ਅੱਜ ਕੱਲ੍ਹ ਜਿਹਨੂੰ ਯੰਗ ਬੱਚੇ, ਫੀਅਰ ਆਫ ਮਿਸਿੰਗ ਆਊਟ। ਉਹ ਯਾਰ ਹਰਕੀਰਤ ਸਿੰਘ ਦੇ ਘਰ ਤਾਂ ਪਾਰਟੀ ਹੋ ਰਹੀ ਹੈ, ਉਹਨੇ ਮੈਨੂੰ ਇਨਵਾਈਟ ਕਿਉਂ ਨਹੀਂ ਕੀਤਾ, ਰਾਈਟ। ਉਹ ਯਾਰ ਮੇਰੇ ਤਾਂ 6 ਦੋਸਤ ਸੀਗੇ, ਮੈਂ ਤਾਂ ਉਹਨਾਂ ਨੂੰ ਇਨਵਾਈਟ ਕੀਤਾ ਸੀ ਪਰ ਉਹਨਾਂ ਨੇ ਮੈਨੂੰ ਇਨਵਾਈਟ ਕਿਉਂ ਨਹੀਂ ਕੀਤਾ। ਇਹ ਜੰਜਾਲ ਤੋਂ ਨਿਕਲਣਾ, ਵਟਸਐਪ ਗਰੁੱਪ ਵਿੱਚ ਮੈਨੂੰ ਕਿਉਂ ਪਾਇਆ, ਕਿਉਂ ਕੱਢਿਆ ਗਿਆ, ਦਿਸ ਇਜ਼ ਵੈਰੀ ਇੰਪੋਰਟੈਂਟ। ਛੋਟੀ ਸੋਚ ਤੋਂ ਆਪਾਂ ਹਟੀਏ ਐਂਡ ਪ੍ਰੋਗਰੈਸਿਵ ਐਜ਼ ਅ ਕਮਿਊਨਿਟੀ ਗਰੋ ਕਰੀਏ। ਐਂਡ ਜਿਵੇਂ ਤੁਹਾਡੀ ਸੋਚ ਵੀ ਹੈਗੀ ਆ, ਆਪਣੇ ਆਸ-ਪਾਸ ਜਿਹੜੇ ਲੋਕੀ ਨੇ ਉਹਨਾਂ ਦੀ ਵੀ ਹੈਲਪ ਕਰੋ ਐਂਡ ਖੁਦ ਵੀ ਗਰੋ ਕਰੋ। Right. Does that make sense? Yeah. And it's good to listen, because that's your experience, and you're telling everything from your experience. ਹਾਂਜੀ। And also ਇੱਕ ਗੱਲ ਮੈਨੂੰ ਹੋਰ ਦੱਸੋ, ਇਹ ਤੁਹਾਡੇ ਨਾਲ ਵੀ ਹੁੰਦਾ ਹੋਏਗਾ, ਮੇਰੇ ਨਾਲ ਵੀ ਜ਼ਰੂਰ ਹੁੰਦਾ। Since now you have seen the world, I'm still learning every day, and We all are. yes, so I just want to learn ਕਿ ਤੁਹਾਨੂੰ ਪਤਾ ਹੈ ਸਾਹਮਣੇ ਵਾਲਾ ਬੰਦਾ ਜਿਹੜਾ ਤੁਹਾਡੇ ਸਾਹਮਣੇ ਖਲੋਤਾ ਹੋਇਆ, ਹਾਂਜੀ ਔਰ ਕਿਸੇ ਨੇ ਤੁਹਾਨੂੰ ਦੱਸਿਆ ਤੁਹਾਡੀ ਬਹੁਤ ਨਿਖੇਧੀ ਕਰ ਰਿਹਾ ਸੀ, ਤੁਹਾਡੇ ਬਹੁਤ ਨੈਗੇਟਿਵ ਬੋਲ ਰਿਹਾ ਸੀ ਤੁਹਾਡੇ ਬਾਰੇ, ਹਾਂਜੀ ਪਰ he is not saying anything in front of you, ਹਾਂਜੀ ਹਾਂਜੀ and he's very sweet in front of you, he's very good in front of you. ਹਾਂਜੀ। How you take that person, ਉੱਥੇ ਆਪਣੇ ਇਮੋਸ਼ਨਸ ਨੂੰ ਤੁਸੀਂ ਕਿਵੇਂ ਕੰਟਰੋਲ ਕਰਦੇ ਹੋ? ਬਹੁਤ ਅੱਛੀ ਗੱਲ ਹੈ। ਆਈ ਥਿੰਕ ਦਿਸ ਇਜ਼ ਅ ਗੁੱਡ ਕੁਐਸਚਨ, ਔਰ ਇਹ ਸਭ ਕੋ ਆਪਣੇ ਲਰਨਿੰਗ ਇੰਬਾਈਬ ਕਰਨ ਦੀ ਜ਼ਰੂਰਤ ਹੁੰਦੀ ਹੈ। ਪੰਜਾਬੀ 'ਚ ਵੀ ਕਹਾਵਤ ਹੈ ਕਿ ਸਾਹਮਣੇ ਵਾਲੇ ਦਾ ਫੇਸ ਦੇਖ ਕੇ ਚੰਡ ਜਿਹੜਾ ਤਮਾਚਾ ਮਾਰਨਾ ਹੁੰਦਾ ਨਾ, ਉਹ ਚਪੇੜ ਵੀ ਸਾਹਮਣੇ ਵਾਲੇ ਦਾ ਚਿਹਰਾ ਵੇਖ ਕੇ ਮਾਰੀਦਾ। ਹਰ ਬੰਦਾ ਵਰਦੀ ਨਹੀਂ ਹੁੰਦਾ ਤੁਹਾਡਾ ਚਪੇੜ ਖਾਣ ਲਈ ਵੀ। ਰਾਈਟ। ਅਨਦਰ ਵੇ ਆਫ ਸੇਇੰਗ ਇਟ ਇਜ਼ ਮੈਚੋਰਿਟੀ। ਐਸੇ ਦਾ ਨਾਂ ਹੁੰਦਾ ਤੁਹਾਨੂੰ ਕਿੱਥੇ ਕੀ ਬੋਲਣਾ ਅਤੇ ਕਿੱਥੇ ਨਹੀਂ ਬੋਲਣਾ, ਉਹ ਵੀ ਸਿੱਖਣਾ ਜ਼ਰੂਰੀ ਹੁੰਦਾ। ਕਦੀ ਕਦੀ ਚੁੱਪ ਰਹਿਣਾ ਵੀ ਇੰਪੋਰਟੈਂਟ ਹੁੰਦਾ। ਆਈ ਹੈਵ ਬੀਨ ਬਲੈਸਡ, ਮੈਂ ਕਾਰਪੋਰੇਟ ਵਰਲਡ ਤੋਂ ਆਇਆ ਹਰਕੀਰਤ। ਮੈਂ ਬਹੁਤ ਵੱਡੀ ਟੀਮਸ ਮੈਨੇਜ ਵੀ ਕੀਤੀਆਂ ਅਤੇ ਰਿਹਾ ਵੀ ਹਾਂ। ਨਾਟ ਐਵਰੀਵਨ ਲਾਈਕਸ ਐਵਰੀਵਨ ਇਨ ਦ ਟੀਮ। ਪੋਲੀਟਿਕਸ ਵੀ ਚੱਲਦਾ ਹੈ, ਤੁਹਾਨੂੰ ਇਹੋ ਜਿਹੇ ਬੰਦਿਆਂ ਨਾਲ ਵੀ ਕੰਮ ਕਰਨਾ ਪੈਂਦਾ। ਕੱਲ੍ਹ ਰਾਤੀ ਇੱਕ ਰਾਤ ਪਹਿਲਾਂ ਹੀ ਤੁਹਾਡੀ ਤੂੰ ਮੈਂ ਹੋਈ ਹੁੰਦੀ, ਜਾਂ ਉਹਨੂੰ ਪ੍ਰਮੋਸ਼ਨ ਮਿਲ ਗਈ ਤੁਹਾਨੂੰ ਨਹੀਂ ਮਿਲੀ, ਜਾਂ ਉਲਟਾ ਹੋ ਗਿਆ ਤੁਹਾਨੂੰ ਮਿਲ ਗਈ ਅਤੇ ਉਹ ਜਲਿਆ ਬੈਠਾ ਹੋਇਆ, ਰਾਈਟ। ਤਾਂ ਵੀ ਐਜ਼ ਅ ਟੀਮ for the collective purpose of the whole good, At that ਵੱਡੀ situation, picture, what should an individual do? ਕੀ ਕਰੇ ਹਮੇਸ਼ਾ ਉਹ? ਪੋਜ਼ਿਟਿਵ ਆਊਟਲੁੱਕ ਆਪਣਾ ਗੱਲਾਂ ਕਰਨੀ ਬਿਲਕੁਲ ਜਿਵੇਂ ਲੋਕ ਰੱਖਣੀ ਚਾਹੁੰਦੇ ਕਿ ਚਾਹੀਦੀ, ਇਹ ਬੋਲੇ ਔਰ ਲੋਕ ਸਵਾਦ ਵੀ ਲੈਂਦੇ ਵਿੱਚ ਇਹਨਾਂ ਨਹੀਂ। ਚੀਜ਼ਾਂ 'ਚ। ਤੁਹਾਨੂੰ ਉਹ ਛੋਟੀ ਸੋਚ ਵਾਲੇ ਲੋਕੀ ਨੇ, ਉਹਨਾਂ ਨੇ ਤੁਹਾਨੂੰ ਪੋਕ ਕਰੀ ਜਾਣਾ, ਪਰ ਤੁਹਾਡੀ ਐਂਡ ਵਿਜ਼ਨ ਤੇ ਗੋਲ ਕੀ ਹੈ, ਉਸ ਡਿਸਕਸ਼ਨ ਤੋਂ ਤੁਸੀਂ ਕੀ ਹਾਸਿਲ ਕਰਨਾ ਚਾਹੁੰਦੇ ਹੋ। ਕਿਉਂਕਿ ਇਹ ਵੀ ਹੋ ਸਕਦਾ ਹੈ ਬੰਦਾ ਕੋਈ ਨਾਲ ਵਾਲਾ ਬਹਿ ਕੇ ਤੁਹਾਨੂੰ ਪੋਕ ਕਰ ਰਿਹਾ, ਪਰ 10 ਹੋਰ ਬੰਦੇ ਬੈਠੇ ਨੇ ਜਿਹੜੇ ਤੁਹਾਨੂੰ ਨਹੀਂ ਜਾਣਦੇ, ਜਾਂ ਤੁਹਾਡਾ ਉਸ ਬੰਦੇ ਨਾਲ ਕੈਮਿਸਟਰੀ ਕੀ ਹੈਗੀ ਉਹ ਨਹੀਂ ਪਹਿਚਾਣਦੇ। ਤੁਸੀਂ ਰਿਐਕਟ ਕਰੋਗੇ ਅਤੇ ਤੁਸੀਂ ਹੋਰ 10 ਬੰਦਿਆਂ ਨਾਲ ਆਪਣੀ ਵਿਗਾੜ ਲਓਗੇ, ਆਪਣਾ ਇੰਪਰੈਸ਼ਨ ਇਮੈਚੋਰਿਟੀ ਦਾ ਪ੍ਰੈਜ਼ੈਂਟ ਕਰੋਗੇ। ਠੀਕ ਹੈ। ਇਹ ਇੰਪੋਰਟੈਂਟ ਮੈਸੇਜ ਦੇਣਾ ਜਿਹੜੇ ਬਾਕੀ ਲੋਕ ਵੀ ਬੈਠੇ ਨੇ ਉਹਨਾਂ ਨੂੰ ਦੇਣਾ ਕਿ ਨਹੀਂ, ਆਈ ਐਮ ਸਟਿਲ ਅ ਵੈਰੀ ਕਾਮ ਪੋਲਾਈਟ ਬੰਦਾ। ਐਂਡ ਇਹ ਮਿਹਨਤ ਕਰਨੀ ਪੈਂਦੀ ਆਪਣੇ ਆਪ, ਤੇ ਰਾਤੋਂ ਰਾਤ ਨਹੀਂ ਹੋ ਜਾਂਦਾ। ਦਿਸ ਇਜ਼ ਨਾਟ ਅ ਸਵਿਚ ਕਿ ਬਿਜਲੀ ਦਾ ਸਵਿਚ ਔਨ ਆਫ ਕੀਤਾ। ਇਹ ਮੈਚੋਰਿਟੀ ਨਾਲ ਹੀ ਆਉਂਦਾ ਹੈ। ਗਲਤੀਆਂ ਕਰੋ, ਕੋਈ ਗੱਲ ਨਹੀਂ, ਬਟ ਡੋਂਟ ਕੀਪ ਪੁਲਿੰਗ ਯੋਰਸੈਲਫ ਬੈਕ ਕਿ ਯਾਰ ਮੈਂ ਉਹਨੂੰ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ, ਈਵਨ 2 ਦਿਨ ਪਹਿਲਾਂ ਕੁਝ ਗਲਤ ਕਹਿਤਾ ਸੀ। ਡੋਂਟ ਕੀਪ ਪੁਲਿੰਗ ਯੋਰਸੈਲਫ ਡਾਊਨ। ਪੋਜ਼ੀਟਿਵ ਐਨਰਜੀ, ਫੋਕਸ ਔਨ ਦ ਐਂਡ ਗੋਲ। ਅਗੇਨ ਐਂਡ ਗੋਲ ਕੀ ਹੈਗਾ? ਲੈਟਸ ਸੇ ਤੁਹਾਡੀ ਕੋਈ ਰੀਅਲ ਏਸਟੇਟ ਡੀਲ ਹੋ ਰਹੀ ਹੈ। ਸਮਟਾਈਮਸ ਯੂ ਡੋਂਟ ਲਾਈਕ ਪੀਪਲ ਦੈਟ ਯੂ ਵਰਕ ਵਿਦ ਔਨ ਦ ਅਦਰ ਸਾਈਡ or even on your team, but you still focus on that. ਮੰਜ਼ਿਲ ਭਾਜੀ, ਤੁਹਾਡੇ ਨਾਲ ਦੇ ਕਈ ਬੰਦੇ ਜਿਹਨਾਂ ਨੇ ਤੁਹਾਡੇ ਨਾਲ ਸਫ਼ਰ ਸ਼ੁਰੂ ਕੀਤਾ ਹੋਏਗਾ 2 decades ਪਹਿਲਾਂ ਆਏ ਹੋਣਗੇ ਇੱਥੇ, ਰਾਈਟ? ਬਿਕੋਜ਼ I just want to know out of curiosity, right? So now you, by the grace of God, by the grace of Baba Ji, you have been blessed with this real estate world and some other businesses you do, right? Now you drive Rolls Royce, right? And you become fitness freak too, right? Because everyone watches. ਲੋਕ ਕਹਿੰਦੇ ਸੀ ਦੇਖਦੇ ਨਹੀਂ, ਸਭ ਦੇਖਦੇ ਆ, right? Everyone watches everyone, right? This is how our community is, how our people are. Some people love you like anything from bottom of their heart. Some people try to, say negative energy. But now I understand ki how world operates, right? So ਜਿਹੜੇ ਤੁਹਾਡੇ ਨਾਲ ਦੇ ਆ, ਜਿਹੜੇ ਨਹੀਂ ਅੱਗੇ ਵੱਧ ਪਾਏ, ਜਾਂ ਜਿਹੜੇ ਮਤਲਬ ਬੇਸਿਕਲੀ ਉਹ ਗਰੋ ਨਹੀਂ ਹੋ ਪਾਏ, ਮੇਬੀ ਆਫ ਦੇਅਰ ਫੈਮਿਲੀ ਰੀਜ਼ਨਸ, ਮੇਬੀ ਆਫ ਦੇਅਰ ਓਨ ਇੰਡੀਵਿਜੂਅਲ ਰੀਜ਼ਨਸ, ਹਾਊ ਯੂ ਸੀ ਦੈਟ ਪਰਸਨ ਜਦ ਉਹ ਉਹਨਾਂ ਨੂੰ ਨੈਗੇਟਿਵ ਜਦੋਂ ਬੋਲਦੇ ਹੋਣਗੇ ਤੁਹਾਡੇ ਬਾਰੇ, ਜਾਂ ਤੁਹਾਨੂੰ ਪਤਾ ਯਾਰ ਮੇਰੇ ਨਾਲ ਹੀ ਰਹਿੰਦਾ ਸੀ, ਉਹ ਅੱਜ ਇਸ ਕਰਕੇ ਨੈਗੇਟਿਵ ਬੋਲ ਰਿਹਾ ਕਿ ਵਿਚਾਰਾ ਗਰੋ ਨਹੀਂ ਹੋ ਪਾਇਆ, ਰਾਈਟ? ਔਰ ਅੱਜ ਮੈਂ ਇਸ ਲੈਵਲ 'ਤੇ ਗੁਰੂ ਸਾਹਿਬ ਨੇ ਮੈਨੂੰ ਪਹੁੰਚਾਤਾ। ਸੋ ਉਸ ਐਨਰਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਰਫਾ ਇੰਜ ਨਹੀਂ ਵੇਖਣਾ ਹੁੰਦਾ ਕਿ ਉਹਨੇ ਮੇਰੇ ਬਾਰੇ ਕੀ ਕਿਹਾ। ਕਦੀ ਕਦੀ ਇਹ ਵੀ ਅੰਡਰਸਟੈਂਡ ਕਰਨਾ ਚਾਹੀਦਾ ਕਿ ਉਹਨਾਂ ਦੇ ਕੀ ਕਾਰਨ ਸੀਗੇ ਜਿਹੜੇ ਉਹਨਾਂ ਨੂੰ ਫੋਰਸ ਕਰਦੇ ਪਏ ਇਹੋ ਜਿਹਾ ਇੱਕ ਪਰਸੈਪਸ਼ਨ ਬਣਾਉਣ ਲਈ। ਉਹ ਜੇ ਕੋਈ ਤੁਹਾਨੂੰ ਪਿਆਰ ਦਿੰਦਾ ਪਿਆ ਤਾਂ ਉਹਦਾ ਵੀ ਕੋਈ ਕਾਰਨ ਹੈਗਾ, ਉਹਦਾ ਵੀ ਐਨਾਲਿਸਿਸ ਕਰਨਾ ਚਾਹੀਦਾ ਕਿ ਉਹਦੇ ਕੀ ਕਾਰਨ ਨੇ। ਤੁਸੀਂ ਕੋਈ ਗੁੱਡ ਕਰਮ ਕੀਤੇ ਨੇ ਉਹਨਾਂ ਦੇ ਨਾਲ,
ਵਰਡਸ ਆਫ ਅਫੈਕਸ਼ਨ ਦਿੱਤੇ ਨੇ, ਵਰਡਸ ਆਫ ਐਫਰਮੇਸ਼ਨ ਦਿੱਤੇ ਨੇ, ਸੈਲਫਲੈਸ ਸਰਵਿਸ ਕੀਤੀ ਉਹਨਾਂ ਦੇ ਵਾਸਤੇ ਤੁਸੀਂ, ਰਾਈਟ? ਕਦੀ ਕੋਈ ਬਿਮਾਰ ਸੀਗਾ, ਤੁਸੀਂ ਉਹਦੇ ਲਈ ਹਾਜ਼ਰ ਸੀਗੇ, ਕਿਸੇ ਦਾ ਟਾਇਰ ਪੰਚਰ ਹੋ ਗਿਆ, ਤੁਸੀਂ ਉਹਦੀ ਸੇਵਾ ਕਰਤੀ, ਹੈਲਪ ਕਰਤੀ। ਉਹ ਹਮੇਸ਼ਾ ਤੁਹਾਨੂੰ ਯਾਦ ਰੱਖਦਾ ਉਹ ਚੀਜ਼ਾਂ ਨਾਲ, ਰਾਈਟ? ਪਰ ਕਈ ਬੰਦੇ ਭੁੱਲ ਜਾਂਦੇ ਆ। ਅਗੇਨ ਮੈਂ ਉਹੀ ਕਹਿ ਰਿਹਾ ਕਿ ਉਹਨਾਂ ਦੇ ਰੀਜ਼ਨਸ ਕੀ ਨੇ, ਕੌਣ ਕਿੰਨਾ ਸਤਾਇਆ ਹੋਇਆ ਆਪਣੀ ਲਾਈਫ ਵਿੱਚ। ਦੇਖੋ ਪ੍ਰੋਬਲਮ ਹਰ ਇੱਕ ਦੀ ਲਾਈਫ 'ਚ ਹੁੰਦੀ ਹੈ, ਕਿਸੇ ਨੂੰ ਫਾਈਨੈਂਸ਼ੀਅਲ ਹੋ ਸਕਦੀ ਹੈ, ਕਿਸੇ ਨੂੰ ਹੈਲਥ ਦੀ ਹੋ ਸਕਦੀ ਹੈ, ਕਿਸੇ ਦੇ ਪੇਰੈਂਟਸ ਨਹੀਂ ਹੈਗੇ ਲਾਈਫ ਵਿੱਚ, ਕਿਸੇ ਨੂੰ ਕੋਈ ਗਾਈਡ ਕਰਨ ਵਾਲੀ ਫੋਰਸ ਨਹੀਂ ਹੈਗੀ, ਕਿਸੇ ਦੀ ਵਾਈਫ ਦੇ ਨਾਲ ਨਹੀਂ ਬਣਦੀ, ਰਾਈਟ? ਸੋ ਐਵਰੀਵਨ ਹੈਜ਼ ਸਮ ਕਾਈਂਡ ਆਫ ਕੌਨਫਲਿਕਟ ਇਨ ਹੇਅਰ, ਸਭ ਦਾ ਚੱਲਦਾ ਹੁੰਦਾ। ਲੇਕਿਨ ਉਹਨਾਂ ਨੂੰ ਸਿਰਫ ਇਹ ਜੱਜ ਕਰਨਾ ਕਿ ਯਾਰ ਬਸ ਤੂੰ ਮੇਰੇ ਨਾਲ ਭੈੜੀ ਕੀਤੀ ਇਸ ਲਈ ਤੂੰ ਭੈੜਾ ਬੰਦਾ ਬਣ ਗਿਆ ਐਂਡ ਮੈਂ ਹੁਣ ਬਸ ਠਕ ਵੀ ਬਿਕਮ ਐਨੀਮੀਜ਼ ਔਨ ਦ ਅਦਰ ਸਾਈਡ ਆਫ ਦ ਫੈਂਸ, ਉਹ ਗਲਤ ਅਪਰੋਚ ਹੁੰਦੀ ਹੈ। ਮੇਰਾ ਵਿਊ ਹੈਗਾ ਕਿ ਲੋਕੀ ਹਰਕਤਾਂ ਜਿਹੜੀ ਕਰਦੇ ਨੇ ਜਾਂ ਬਿਹੇਵ ਕਰਦੇ ਨੇ, ਉਹ ਆਪਣੀ ਜਿਹੜੀ ਇਨਫੀਰੀਓਰਿਟੀ ਕੰਪਲੈਕਸ ਜਾਂ ਆਪਣੇ ਜਿਹੜੇ ਵੋਇਡ ਉਹਨਾਂ ਦੀ ਜ਼ਿੰਦਗੀ 'ਚ ਹੁੰਦੇ ਨੇ ਨਾ, ਉਹਨਾਂ ਨੂੰ ਕਵਰ ਕਰਨ ਲਈ ਬਿਹੇਵ ਕਰਦੇ ਨੇ। ਜੋ ਵੀ ਕਰਦੇ ਨੇ ਉਹ ਤੁਹਾਨੂੰ ਚਿੜ ਕੇ ਤੁਹਾਡੇ ਬਾਰੇ ਨਹੀਂ ਬੋਲਦਾ ਪਿਆ, ਜੋ ਵੀ ਬੋਲ ਰਿਹਾ, ਜੇ ਕੋਈ ਬੋਲ ਰਿਹਾ, ਉਹ ਜੋ ਬੋਲਦਾ ਪਿਆ ਉਹ ਆਪਣੀ ਖਾਮੀਆਂ ਵਾਸਤੇ, ਉਹਨੂੰ ਬਚਾਉਣ ਵਾਸਤੇ, ਛੁਪਾਉਣ ਵਾਸਤੇ, ਉਹ ਆਪਣੀ ਜਿਹੜੀ ਘ੍ਰਿਣਾ ਭਾਵ ਜਾਂ ਜੋ ਮਰਜ਼ੀ ਕਹੋ ਉਹਨੂੰ ਕੱਢਣ ਵਾਸਤੇ ਬੋਲਦਾ ਪਿਆ। ਕਿਉਂਕਿ ਉਹ ਸ਼ਾਇਦ ਤੁਹਾਡੇ ਵਰਗੇ, ਜਿਵੇਂ ਤੁਸੀਂ ਕੁਐਸਚਨ ਪੁੱਛਿਆ, ਤੁਹਾਡੇ ਵਰਗੇ 3-4 ਸਟੈਪਸ ਗਰੋ ਨਹੀਂ ਕਰ ਸਕਿਆ, ਅਤੇ ਸ਼ਾਇਦ ਉਹਦੇ ਮਨ 'ਚ ਉਹਨੂੰ ਲੱਗਦਾ ਕਿ ਮੈਂ ਇੱਥੇ ਹੈਗਾ। ਦੇ ਹੈਵ ਟੂ ਫਾਈਂਡ ਸਮ ਵੇ ਐਲਸ ਟੂ ਅਟੈਕ ਯੂ ਬੜੀ ਪ੍ਰੋਬਲਮ ਹੋ ਰਿਹਾ ਰਾਈਟ? ਸਾਡੇ ਮਤਲਬ ਹਰ ਕਿਸੇ 'ਚ ਨਹੀਂ, ਮੈਂ ਨਹੀਂ ਕਹਿ ਰਿਹਾ ਕਿ ਹਰ ਕੋਈ ਐਵੇਂ ਹੈ। ਕਈ ਬੰਦੇ ਬਹੁਤ ਵੀ ਪਿਆਰ ਕਰਨ ਵਾਲੇ ਮਿਲਦੇ ਤੁਹਾਨੂੰ ਜ਼ਿੰਦਗੀ ਦੇ ਵਿੱਚ, ਤੁਹਾਨੂੰ ਸਪੋਰਟ ਕਰਨ ਮਿਲਦੇ, ਪਰ ਕਈਆਂ ਦੀ ਅਪਰੋਚ ਇਹ ਹੁੰਦੀ ਹੈ ਕਿ ਯਾਰ ਮੈਂ ਇਹਨੂੰ ਲੈ ਕੇ ਆਇਆ, ਮੈਂ ਇਹਨੂੰ ਗਰੋ ਕੀਤਾ, ਮੈਂ ਇਹਨੂੰ ਸਾਰਿਆਂ ਨਾਲ ਇੰਟਰੋਡਿਊਸ ਕਰਾਇਆ, ਔਰ ਅਸੀਂ ਉਹਦੇ ਬਾਰੇ ਕੋਈ ਨੈਗੇਟਿਵ ਨਹੀਂ ਬੋਲੇ, ਪਰ ਅਸੀਂ ਗਰੋ ਹੋ ਗਏ, ਹੈ ਨਾ। ਔਰ ਵੈਰੀ ਥੈਂਕ ਯੂ ਕਿ ਹੀ ਡਿਡ ਇਟ ਐਂਡ ਵੀ ਆਰ ਆਲਵੇਜ਼ ਬੀ ਥੈਂਕਫੁਲ ਟੂ ਦੈਟ ਪਰਸਨ। ਪਰ ਉਹ ਕहीं ਨਾ ਕहीं ਉਹਨੂੰ ਜੈਲਸੀ ਸ਼ੁਰੂ ਹੋ ਜਾਂਦੀ ਹੈ ਅੰਦਰ ਕਿ ਯਾਰ ਮੈਂ ਲੈ ਕੇ ਆਇਆ ਸੀ, ਮੈਂ ਇਹਨੂੰ ਸਾਰਿਆਂ ਨਾਲ ਇੰਟਰੋਡਿਊਸ ਕਰਾਇਆ, ਔਰ ਅੱਜ ਇਹ ਕੀ ਕਹਿੰਦੇ ਆ, ਸਾਰੇ ਦੁਨੀਆ ਇਹਨੂੰ ਜਾਣਦੀ ਹੈ, ਇਹਨੂੰ ਅਪਰੋਚ ਕਰਦੀ ਹੈ, ਰਾਈਟ, ਔਰ ਮੈਂ ਪਿੱਛੇ ਰਹਿ ਗਿਆ। ਉਸ ਅਪਰੋਚ ਨੂੰ ਕਿਵੇਂ ਦੇਖਦੇ ਹੋ ਤੁਸੀਂ? ਸੋ ਮੈਂ 2 ਚੀਜ਼ਾਂ ਕਹਾਂਗਾ, ਆਈ ਡੋਂਟ ਨੋ ਇਫ ਦੈਟ ਵਿਲ ਆਨਸਰ ਯੋਰ ਕੁਐਸਚਨ, ਬਟ ਤੁਸੀਂ ਸਮਝ ਜਾਓਗੇ ਮੇਰਾ ਆਨਸਰ। ਪਹਿਲੀ ਚੀਜ਼, ਮੈਂ ਫੈਮਿਲੀ ਅਤੇ ਬੱਚਿਆਂ ਦੀ ਗੱਲ ਕਰਦਾ, ਤੁਹਾਡੇ ਕੁਐਸਚਨ ਦਾ ਆਨਸਰ ਉੱਥੇ ਵੀ ਹੈ। ਅਸੀਂ ਜਦੋਂ ਬੱਚੇ ਪੈਦਾ ਵੀ ਕਰਦੇ ਹਾਂ, ਬਹੁਤ ਸਾਰੇ ਇੰਡੀਅਨ ਫੈਮਿਲੀਜ਼, ਆਪਣੀ ਪੰਜਾਬੀ ਫੈਮਿਲੀਜ਼ ਵੀ ਕੋਸ਼ਿਸ਼ ਕਰਦੀਆਂ ਬੱਚਿਆਂ ਨੂੰ ਕੁਝ ਹੱਦ ਤੱਕ ਤਾਂ ਦੇਖੋ ਸੀਖ ਦੇਣੀ ਹੁੰਦੀ ਆਪਣੇ ਵਿਰਸੇ ਬਾਰੇ, ਆਪਣੀ ਕਲਚਰ ਵਾਲੇ, ਉਹਦੇ ਕਰੀਅਰ ਵਾਸਤੇ, ਪੜ੍ਹਾਈ ਵਾਸਤੇ। ਉਹਨਾਂ ਨੂੰ ਵੀ ਤੁਸੀਂ ਲਿਆਏ, ਤੁਹਾਡਾ ਕੁਐਸਚਨ ਇਹ ਸੀਗਾ ਨਾ, ਕੋਈ ਮੈਂ ਲਿਆਇਆ ਅਤੇ ਪਲੈਟਫਾਰਮ ਦਿੱਤਾ ਸਪੋਰਟ, ਬੱਚਿਆਂ ਨੂੰ ਵੀ ਦੁਨੀਆ 'ਚ ਤੁਸੀਂ ਲਿਆਏ ਹੋ। ਲੇਕਿਨ ਇੱਕ ਸਟੇਜ 'ਤੇ ਜਾ ਕੇ ਤੁਹਾਨੂੰ ਇਹ ਫੀਲਿੰਗ ਜ਼ਰੂਰ ਆਉਣੀ ਚਾਹੀਦੀ ਐਜ਼ ਅ ਪੇਰੈਂਟ, ਐਜ਼ ਅ ਫਾਦਰ, ਮੈਂ ਉਸ ਬੱਚੇ ਨੂੰ ਓਨ ਨਹੀਂ ਕਰਦਾ, ਮੈਂ ਇੱਕ ਜੀਵ ਪੈਦਾ ਕੀਤਾ ਹੈ, ਉਹਦੇ 'ਚ ਰੱਬ ਨੇ ਆਤਮਾ ਅਤੇ ਜੀਵ ਨੂੰ ਦਿੱਤੀ ਹੈ ਸ਼ਮਤਾ, ਉਹਦਾ ਵੀ ਦਿਮਾਗ ਹੈ, ਉਹਦੇ ਵਿੱਚ ਵੀ ਆਪਣੀ ਸ਼ਮਤਾ ਹੈ, ਉਹਦੇ ਵਿੱਚ ਵੀ ਊਰਜਾ ਹੈਗੀ ਹੈ। ਕੱਲ੍ਹ ਨੂੰ ਉਹ ਵੀ ਪੰਛੀ ਨੇ ਉੜਨਾ ਆਪਣਾ, ਤੁਸੀਂ ਉਹਦੇ ਪੰਖ ਕੱਟ ਕੇ ਜਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਚੇਨ ਬੰਦ ਲਈ ਕਿਉਂਕਿ ਮੈਂ ਪੈਦਾ ਕੀਤਾ। ਤੁਸੀਂ ਕੌਣ ਹੈਗੇ ਹੋ? ਤੁਸੀਂ ਰੱਬ ਤਾਂ ਨਹੀਂ ਹੈਗੇ ਹੋ। ਯੂ ਆਰ ਜਸਟ ਅਨਦਰ ਹਿਊਮਨ ਹੂ ਬ੍ਰੌਟ ਅਨਦਰ ਬੀਇੰਗ ਔਨ ਦ ਪਲੈਨਟ। Same thing now you apply to a business owner, right? A business owner may support another business owner. Luckily and blessed, if the other second person is blessed and because of the sheer luck and hard work, they proceed forward, ਅੱਗੇ ਵੱਧ ਗਏ। ਲੀਡਰਸ਼ਿਪ ਜਿਹੜੀ ਹੁੰਦੀ ਹੈ ਨਾ, ਮੈਂ ਦੂਜਾ ਟੌਪਿਕ ਲੀਡਰਸ਼ਿਪ 'ਤੇ ਟੱਚ ਕਰਨਾ ਚਾਹੁੰਦਾ। ਲੀਡਰਸ਼ਿਪ ਹਮੇਸ਼ਾ ਸੈਲਫਲੈਸ ਹੋਣੀ ਚਾਹੀਦੀ ਹੈ, ਸੈਲਫਿਸ਼ ਨਹੀਂ ਹੋ ਸਕਦੀ। ਬਿਲਕੁਲ। ਜਿਹੜੇ ਟਰੂ ਲੀਡਰਸ ਹੁੰਦੇ ਨੇ ਉਹ ਤੁਹਾਡੀ ਪ੍ਰੋਗਰੈਸ ਵਿੱਚ ਜ਼ਿਆਦਾ ਮਾਣ ਰੱਖਣਗੇ, ਖੁਸ਼ੀ ਲੈਣਗੇ, ਰੈਦਰ ਦੈਨ ਮੈਂ ਲਿਆਇਆ, ਮੈਨੂੰ ਇਹਨੇ ਕੀ ਦਿੱਤਾ, ਮੇਰੇ ਲਈ ਕੀ ਕੀਤਾ। ਇੰਝ ਨਹੀਂ ਹੁੰਦਾ। ਟੂ ਮੀ ਲੀਡਰਸ਼ਿਪ, ਹੁਣ ਮੈਂ ਜੇ ਤੁਹਾਨੂੰ ਬੜੀ ਪ੍ਰਾਊਡਲੀ ਕਹਿੰਦਾ ਮੇਰੇ ਕੋਲ 19 ਏਜੰਟ ਨੇ, ਜੇ 19 ਦੀ ਟੀਮ ਵਿੱਚ ਵੀ ਬਹਿ ਕੇ ਮੈਂ ਕਹੀ ਜਾਵਾਂ ਮੰਜ਼ਿਲ ਕੋਲੀ ਦਾ ਡੰਕਾ ਵੱਜਣਾ ਚਾਹੀਦਾ, ਮੰਜ਼ਿਲ ਕੋਲੀ ਮੈਂ then I'm not a leader. ਮੈਂ ਆਪਣੀ ਟੀਮ ਨੂੰ ਐਨਰਿਚ ਨਹੀਂ ਕਰ ਰਿਹਾ। ਮੈਂ ਉਹਨਾਂ ਨੂੰ ਪਰਸੈਪਸ਼ਨ ਲੱਗਦੀ ਹੈ ਮੰਜ਼ਿਲ ਬਾਰੇ ਲੋਕਾਂ ਨੂੰ ਕਿ ਬਈ ਉਹ ਸਿਰਫ ਆਪਣੇ ਆਪ ਨੂੰ ਪ੍ਰਮੋਟ ਕਰਦਾ ਹੈ, ਹੀ ਜਸਟ ਪੁੱਟ ਹਿਸ ਕਾਰਡਸ, ਬਟ ਦਿਸ ਇਜ਼ ਹਾਊ ਆਈ ਟੇਕ ਦੈਟ ਅਪਰੋਚ ਕਿ ਬਈ ਜੇ ਉਹ ਕਰਦੇ ਹੋ, ਸੋ ਯੂ ਆਰ ਪ੍ਰਮੋਟਿੰਗ ਯੂਰ ਓਨ ਬਿਜ਼ਨਸ ਐਂਡ ਐਵਰੀਵਨ ਹੈਜ਼ a right to promote their business. But this is also, some people have approach for you, right? They think ਕਿ ਬਈ ਜਿੱਥੇ ਜਾਓ ਉਹ ਆਪਣੇ ਆਪ ਹੀ ਨੂੰ ਪ੍ਰਮੋਟ ਕਰਦਾ ਹੈ ਜਾਂ ਕਿਸੇ ਹੋਰ ਰੀਅਲਟਰ ਨੂੰ ਉਹ ਗਰੁੱਪ 'ਚ ਐਂਟਰ ਨਹੀਂ ਹੋਣ ਦਿੰਦਾ, ਦਿਸ ਐਂਡ ਦੈਟ। ਇਹ ਬੜੀ ਪਰਸੈਪਸ਼ਨ ਹੈ ਲੋਕਾਂ ਦੇ ਮਨ ਦੇ ਵਿੱਚ। ਤੁਹਾਡੇ ਲਈ ਇਸ ਅਪਰੋਚ ਨੂੰ ਕਿਵੇਂ ਦੇਖਦੇ ਹੋ ਤੁਸੀਂ? I have personally never heard that feedback, but ਜੇ ਆਉਂਦਾ ਵੀ ਹੈ ਤਾਂ I think it's healthy competition in the marketplace. ਰੀਅਲ estate ਇੱਕ ਇਹੋ ਜਿਹਾ ਯੂਨੀਕ ਬਿਜ਼ਨਸ ਹੈ ਕਿ ਹਰ ਬੰਦਾ ਓਨਾ ਹੀ ਖਾਂਦਾ ਜਿੰਨਾ ਉਹ ਮਿਹਨਤ ਕਰਕੇ ਲੈ ਕੇ ਆਉਂਦਾ, ਰਾਈਟ? ਕੋਈ ਕਿਸੇ ਦੀ ਥਾਲੀ 'ਚ ਪਰੋਸ ਕੇ ਨਹੀਂ ਦਿੰਦਾ। ਮੈਂ ਆਪਣੀ ਟੀਮ ਦੀ ਗੱਲ ਕਰ ਸਕਦਾ, ਮੈਂ ਬਾਹਰਲੇ ਬੰਦਿਆਂ ਦੀ ਗੱਲ ਨਹੀਂ ਕਰ ਸਕਦਾ। ਵੈਨ ਵੀ ਆਰ ਇਨ ਆਰ ਟੀਮ ਐਂਡ ਸਾਡੀ ਆਪਣੀ ਟੀਮ ਦੀ ਮੀਟਿੰਗ ਹੋ ਰਹੀ ਹੁੰਦੀ ਹੈ, ਆਰ ਫੋਕਸ ਆਲਵੇਜ਼ ਇਜ਼ ਕਿ ਐਨਰਿਚ ਸਾਰਿਆਂ ਨੂੰ ਕਰੋ। ਜੇ ਕੋਈ ਤੁਹਾਡੀ ਟੀਮ ਜੁਆਇਨ ਕਰ ਰਿਹਾ, ਤੁਹਾਡੇ ਹੋਪਫੁਲ ਹੋ ਕੇ ਆ ਰਿਹਾ, ਕੁਝ ਸੋਚ ਤੁਹਾਡੇ ਬਾਰੇ ਬਣਾ ਕੇ ਆਇਆ,
ਤੇ ਉਸੀ ਇੱਕ ਤਾਂ ਨੈਗੇਟਿਵ ਗੱਲ ਜਿਹੜੀ ਮੈਂ ਸੁਣ ਲਈ, ਪਰ ਜਿਹੜੀ ਮੈਂ ਪੋਜ਼ਿਟਿਵ ਗੱਲ ਦੇਖਦਾ ਤੁਹਾਡੇ ਅੰਦਰ, ਰਾਈਟ, what I have seen in you, and every person should learn that thing from you, ਕਿਉਂਕਿ ਉਹ ਨੈਗੇਟਿਵ ਸਾਈਡ ਦੇਖ ਰਹੇ ਨੇ, ਹਾਂਜੀ ਪੋਜ਼ਿਟਿਵ ਨਹੀਂ ਦੇਖ ਰਹੇ. So this is what I think, ਕਿ when you talk about Manzil Kauli, he is not just friend with one community, ਹਾਂਜੀ right? He is just not a Punjabi face, ਹਾਂਜੀ या फिर Haryanvi face, ਹਾਂਜੀ या फिर North Indian face. When you see Manzil Kohli, he has friends in every community. ਹਾਂਜੀ ਹਾਂਜੀ ਬਹੁਤ He ਜ਼ਰੂਰੀ has Telugu friends, he has South Indian friends, he has Gore. Gore friends, right? American friends. ਇਹ ਮੁਲਕੀ ਗੋਰਿਆਂ ਤੇ ਜੀ Right. So this, I take this approach in a very positive way. ਹਾਂਜੀ ਕਿ ਯਾਰ ਉਸ ਬੰਦੇ 'ਚ ਕੁਛ ਤਾਂ ਐਵੇਂ ਜੀ ਕਾਬਲੀਅਤ ਹੋਏਗੀ ਕਿ ਉਹ ਹਰ ਕਿਸੇ ਕਮਿਊਨਿਟੀ ਦੇ ਵਿੱਚ ਹੈ, and he establishes business. ਹਾਂਜੀ ਸੋ ਉਹ ਸੇਲਸ ਜਿਹੜੀ ਹੈ ਜਾਂ ਉਹ ਮਾਰਕੀਟਿੰਗ ਸਟਾਈਲ ਹੈ, ਉਹ ਮੰਜ਼ਿਲ ਕੋਹਲੀ ਕਿਸ ਤਰੀਕੇ ਨਾਲ ਅਪਰੋਚ ਕਰਦੇ ਆ, ਔਰ ਉਹ ਕਿਵੇਂ ਇੱਕਦਮ ਇੱਕ ਪਾਵਰ ਬਣ ਜਾਂਦੀ ਤੁਹਾਡੇ ਬਿਜ਼ਨਸ ਦੇ ਲਈ? ਥੈਂਕ ਯੂ, ਤੁਸੀਂ ਬੜੇ ਸੀਕ੍ਰੀਏਟਿਵ ਕੁਐਸਚਨਸ ਹੁਣ ਪੁੱਛ ਰਹੇ ਹੋ. ਮੈਂ ਕੱਲ੍ਹ ਹੀ ਆਪਣੀ ਟੀਮ ਨੂੰ ਇਹੀ ਸੇਮ ਟੌਪਿਕ 'ਤੇ ਵੀ ਟ੍ਰੇਨ ਕਰਕੇ ਆਇਆ. ਕਦੀ ਵੀ ਕੂਏ ਦਾ ਮੇਂਢਕ ਨਹੀਂ ਬਣਨਾ ਚਾਹੀਦਾ, ਨੰਬਰ 1, ਰਾਈਟ, ਵਿਚ ਆਲਸੋ ਮੀਨਸ ਮੈਨੂੰ ਪਤਾ ਮੈਂ ਕਿਹੜੀ ਕਮਿਊਨਿਟੀ ਤੋਂ ਆਇਆ, ਮੈਂ ਪੰਜਾਬੀ ਹਾਂ, ਬਟ ਦੈਟ ਡਜ਼ ਨਾਟ ਮੀਨ ਕਿ ਮੈਂ ਆਪਣੇ ਆਪ 'ਤੇ ਫਿਲਟਰ ਲਾ ਲਾਂ. ਘੋੜੇ ਦੇ ਅੱਗੇ ਆਪਾਂ ਬਲਾਈਂਡਰਸ ਲਾ ਲੈਂਦੇ ਨਾ, ਕਿ ਸੱਜੇ ਨਹੀਂ ਵੇਖਣਾ ਖੱਬੇ ਨਹੀਂ ਵੇਖਣਾ. ਉਹ ਜਦੋਂ ਆਪਾਂ ਲਾ ਲੈਂਦੇ, ਬਿਜ਼ਨਸ ਕਦੀ ਬਿਜ਼ਨਸ ਗਰੋ ਹੀ ਨਹੀਂ ਹੋ ਸਕਦਾ, ਰਾਈਟ? ਆਪਾਂ ਦੂਜੇ ਮੁਲਕ 'ਚ ਆਏ ਹੋਏ ਹਾਂ, ਆਪਣੀ ਰੋਜ਼ੀ ਰੋਟੀ ਕਮਾਉਂਦੇ ਹਾਂ, ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਟੂ ਡਾਇਵਰਸੀਫਾਈ. ਆਪਾਂ ਇੱਕੋ ਹੀ ਕਮਿਊਨਿਟੀ ਦੇ ਵਿੱਚ ਰਹਿ ਕੇ ਉਹਦੇ ਵਿੱਚੋਂ ਵੀ ਨਾਰਥ ਇੰਡੀਅਨ ਸਾਊਥ ਇੰਡੀਅਨ ਕਰਕੇ ਇਹੋ ਜਿਹਾ ਬਿਜ਼ਨਸ ਜੇ ਕਰੀਏ, ਆਪਾਂ, ਮੈਨੂੰ ਲੱਗਦਾ ਹੈ ਆਪਾਂ ਕਦੀ ਫਲਰਿਸ਼ ਨਹੀਂ ਕਰ ਸਕਦੇ. ਸਾਡੀ ਕਮਿਊਨਿਟੀ ਜਿੰਨੀ ਵੀ ਥਰਾਈਵਿੰਗ ਹੈਗੀ ਹੈ, ਬੜੀ ਹਾਰਡ ਵਰਕਿੰਗ ਹੈਗੀ ਹੈ. ਪੰਜਾਬੀਜ਼ ਆਰ ਨੋਨ ਅਕਰੋਸ ਦ ਵਰਲਡ, ਆਪਾਂ ਬਹੁਤ ਹਾਰਡ ਵਰਕ ਕਰਦੇ ਹਾਂ, ਬਟ ਸਾਡਾ ਇਹ ਵੀ ਫਰਜ਼ ਬਣਦਾ ਕਿ ਆਪਾਂ ਜਿਹੜੀ ਵੀ ਸਰਵਿਸਿਜ਼ ਦਈਏ, ਇਨਕਲੂਡਿੰਗ ਯੂ, ਐਂਡ ਯੂ ਆਰ ਅ ਗੁੱਡ ਐਗਜ਼ਾਮਪਲ ਫॉर ਦੈਟ ਟੂ. ਜੋ ਵੀ ਤੁਹਾਡਾ ਬਿਜ਼ਨਸ ਆਉਂਦਾ, ਤੁਸੀਂ ਅੱਡ ਕਲਾਇੰਟ ਦੇ ਉਹਦੀ ਐਥਨੀਸਿਟੀ ਵੇਖ ਕੇ ਨਹੀਂ ਕਰਦੇ, ਉਹ ਕਿਹੜਾ ਬੈਕਗਰਾਊਂਡ ਤੋਂ ਹੈ ਉਹ ਨਹੀਂ ਕਰਦੇ, ਉਹ ਤੁਹਾਨੂੰ ਪਸੰਦ ਕਰਦਾ ਨਹੀਂ ਕਰਦੇ. ਸੇਮ ਕੁਐਸਚਨਸ ਤੁਹਾਡੇ ਤੇ ਸੇਮ ਬੇਸਿਕਲੀ, ਰਾਈਟ? ਯੂ ਹੈਵ ਟੂ ਲਰਨ ਟੂ ਵਰਕ ਵਿਦ ਐਵਰੀਵਨ, ਰਾਈਟ, ਐਜ਼ ਅ ਬਿਜ਼ਨਸ ਓਨਰ, ਬੀਇੰਗ ਨਿਊਟਰਲ, ਬੀਇੰਗ ਲੈਸ ਇਮੋਸ਼ਨਲ, ਐਂਡ ਅਗੇਨ ਗੋਲ ਫੋਕਸਡ. ਤੁਹਾਡਾ ਗੋਲ ਕੀ ਹੈਗਾ? ਤੁਸੀਂ ਉਹਨਾਂ ਨੂੰ ਵੈਲਿਊ ਐਡ ਸਰਵਿਸ ਦੇਣੀ ਹੈ, ਤੁਸੀਂ ਆਪਣੀ ਮਾਇਆ ਲੈਣੀ ਹੈ, ਜੋ ਵੀ ਪੇਮੈਂਟ ਤੁਹਾਡੀ ਸਰਵਿਸ ਦੀ ਬਣਦੀ ਹੈ. ਐਂਡ ਸਤਿ ਸ਼੍ਰੀ ਅਕਾਲ ਲੱਗਦਾ ਕਰਕੇ ਅੱਜ ਦੇ ਇਸ ਪੋਡਕਾਸਟ ਤੋਂ ਬਾਅਦ ਨਾ ਸਿਰਫ ਟੌਪ ਰੀਅਲਟਰ ਮੰਜ਼ਿਲ ਕੋਹਲੀ ਨਹੀਂ ਹੋਏਗਾ, ਨਾਲ ਸਲੈਸ਼ ਹੋਏਗਾ ਮੋਟੀਵੇਸ਼ਨਲ ਸਪੀਕਰ. ਨਹੀਂ, ਬਹੁਤ ਨਹੀਂ, ਮੇਰਾ ਪ੍ਰਿੰਸੀਪਲ ਇਹੀ ਹੈਗਾ, ਐਂਡ ਆਈ ਐਗਰੀ ਵਿਦ ਯੂ. ਮੋਟੀਵੇਸ਼ਨਲ ਸਪੀਕਰ ਦਾ ਤਾਂ ਪਤਾ ਨਹੀਂ, ਬਟ ਮੈਂ ਇੱਕ ਪ੍ਰਿੰਸੀਪਲ, ਮੇਰਾ ਹੁਣ ਇੱਕ ਨੈਸ਼ਨਲ ਮੈਗਜ਼ੀਨ ਦੇ ਕਵਰ ਵਿੱਚ ਵੀ ਕੋਚ ਵੀ ਕਹਿੰਦੇ ਆ. ਹਾਂਜੀ, ਆਈ ਐਮ ਅ ਬਿਜ਼ਨਸ ਕੋਚ ਟੂ, ਬਟ ਮੇਰਾ ਇੱਕ ਮੈਗਜ਼ੀਨ ਦੇ ਫਰੰਟ ਪੇਜ 'ਤੇ ਕਵਰ 'ਤੇ ਫੋਕਸ ਵੀ ਹੈ, ਨੈਸ਼ਨਲ ਮੈਗਜ਼ੀਨ ਨੇ ਮੇਰਾ ਇੰਟਰਵਿਊ ਲਿੱਤਾ ਸੀ, ਅਤੇ ਉਹਨਾਂ ਨੇ ਮੈਨੂੰ ਇੱਕੋ ਹੀ ਕੁਐਸਚਨ ਪੁੱਛਿਆ ਸੀ ਕਿ ਮੰਜ਼ਿਲ ਗੋਰੇ ਸੀਗੇ, ਤਾਂ ਉਹਨਾਂ ਨੇ ਪੁੱਛਿਆ ਵਾਟ ਪ੍ਰਿੰਸੀਪਲ ਡੂ ਯੂ ਲਿਵ ਬਾਏ, ਅਤੇ ਮੈਂ ਉਹਨਾਂ ਨੂੰ ਵੀ ਇਹੀ ਕਹਿੰਦਾ ਜਿਹੜਾ ਮੈਂ ਤੁਹਾਨੂੰ ਵੀ ਹੁਣੇ ਕਹਿ ਰਿਹਾ ਸੀ, ਡੂ ਲੈਸ ਬਟ ਡੂ ਬੈਸਟ. ਰਾਈਟ, ਥੋੜ੍ਹਾ ਕਰੋ, ਆਪਣੀ ਸ਼ਮਤਾ ਪਹਿਚਾਨੋ. ਤੁਸੀਂ ਮੀਡੀਆ ਐਂਟਰਟੇਨਮੈਂਟ ਵਿੱਚ ਫੋਕਸ ਕਰਨਾ ਚਾਹੁੰਦੇ ਹੋ, ਰੀਅਲ ਏਸਟੇਟ ਕਰਨਾ ਚਾਹੁੰਦੇ ਹੋ, ਨਰਸ ਬਣਨਾ ਚਾਹੁੰਦੇ ਹੋ, ਜੋ ਕਰਨਾ ਚਾਹੁੰਦੇ ਹੋ, ਬਟ ਆਪਣੀ ਸ਼ਮਤਾ 'ਚ ਡੀਪ ਜਾਓ, ਪੂਰੀ ਨੌਲੇਜ ਚੂਜ਼ ਕੇ ਰਸ ਕੱਢ ਲਓ ਸਾਰਾ, ਕਿ ਮਤਲਬ ਜੋ ਕੋਈ ਤੁਹਾਡੇ ਕੋਲ ਆਵੇ, ਤੁਸੀਂ ਇੰਨੀ ਐਜੂਕੇਸ਼ਨ ਉਹਨੂੰ ਦਿਓ, ਇੰਨੀ ਦਿਓ, ਉਹ ਕਹੇ ਯਾਰ ਮੈਂ ਤਾਂ ਸਹੀ ਬੰਦੇ ਕੋਲ ਅੱਜ ਤੱਕ ਮਿਲਿਆ ਹੀ ਨਹੀਂ ਹੈ, ਇਹ ਬੰਦੇ ਨੇ ਤਾਂ ਓਵਰਵੈਲਮ ਕਰਤਾ. ਉਹ ਭਰ ਦਿਓ ਉਹਦੇ ਅੰਦਰ ਇਨਫੋਰਮੇਸ਼ਨ, ਰਾਈਟ? ਭੰਡਾਰਾ ਦੇ ਦਿਓ ਆਪਣਾ ਸਾਰਾ, ਬਟ ਡੂ ਲੈਸ ਬਟ ਯੂ ਡੂ ਬੈਸਟ. ਲੇਕਿਨ ਵਾਟ ਯੂ ਡੂ ਬੈਸਟ ਨੈਵਰ ਡੂ ਫॉर ਫ੍ਰੀ. ਰਾਈਟ, ਅਸੀਂ ਚੈਰਿਟੀ ਕਾਲ ਸੈਂਟਰ ਨਹੀਂ ਖੋਲ੍ਹਿਆ, ਰਾਈਟ? ਸੋ ਜੇ ਤੁਹਾਨੂੰ ਸਾਡੀ ਸਰਵਿਸਿਜ਼ ਚਾਹੀਦੀਆਂ, ਯੈਸ ਵੀ ਆਰ ਦ ਬੈਸਟ ਪ੍ਰੋਫੈਸ਼ਨਲ ਸਰਵਿਸਿਜ਼ ਆਊਟ ਹੇਅਰ, but it comes at a cost. Right. And you know, when you demonstrate that on day one to a customer, whether it's videography, photography, real estate, be outright, be open, मेरी ए cost हैगी है, मेरी इतनी worth है, and I am proud of it. Right. Clients will respect you more. एक बात बताओ यार, आप इतनी एनर्जी कैसे ले आते हो, मतलब सारी चीजों की? किस चीज़ की? मतलब you have a great energy. आलू पराठे खाओ रोज. वो तो खा नहीं रहे आप. अब पराठे छोड़ने पड़ेंगे. पराठे जो भाई, you are like fitness. मेरा 2-pack बन गया भाई यार. अच्छा, नीचे फैमिली पैक है, ऊपर 2-pack है. अच्छा. It is working. मैं तेरे को खाना दिखा रहा था. अच्छा, एक बात होता है, मैंने भी जिम शुरू किया था. हाँ, मैं तो देख रहा हूँ, करता हूँ, छोड़ देता हूँ, मेरा हाल ऐसा है, पर अब दोबारा कर लूंगा क्योंकि मुझे पता है पॉडकास्ट में बैठना है. पर नेक्स्ट डे कितनी पॉजिटिव एनर्जी आपके वेव्स ब्रेन से निकल रही होती है. बड़ा मजा आता है ना? मतलब आपको कुछ नेगेटिव लगती नहीं है. नहीं लगती नहीं है. कोई आपको अपने थप्पड़ में मार गया ना, समुंदर में समा कोई थप्पड़ भी मार देता है, मैं उसमें कहता हूँ इसका कुछ भला होता है. ऐसी गल कह रहे सी ਜਿਹੜੀ स्पिरिचुअल लाइफ भी ਹੁੰਦੀ ਹੈ ਨਾ, ਕੁਝ ਲੋਕੀ ਮੈਡੀਟੇਸ਼ਨ ਕਰਦੇ ਨੇ, ਮੁਦਰਾ 'ਚ ਚਲੇ ਜਾਓ ਜਾਂ ਪਾਠ ਕਰੋ. ਪਾਠ ਜੇ ਕਰਦਾ ਉਹਦੇ ਨਾਲ ਵੀ ਕੀ ਹੁੰਦਾ, ਪਾਠ ਜਪਨਾ ਕੀ ਹੁੰਦਾ, ਇੱਕ ਗੱਲ ਦੱਸ. ਹਾਂ, ਜਪਨਾ ਇਜ਼ ਨਥਿੰਗ ਬਟ ਯੂ ਆਰ ਟੇਕਿੰਗ ਯੋਰ ਬ੍ਰੇਨ ਇਨਟੂ ਅ ਟ੍ਰਾਂਸ ਮੋਡ. ਰਾਈਟ. ਤੂੰ ਇੱਕੋ ਚੀਜ਼ ਜਪੀ ਜਾ, ਉਹੀ ਸ਼ਬਦ 6 ਵਾਰੀ ਬੋਲੇਗਾ ਨਾ, ਬਾਰੀ ਬੋਲੀ ਜਾਏਗਾ 1 ਘੰਟੇ ਤੱਕ ਨॉन स्टॉप, ਤੇਰਾ ਬ੍ਰੇਨ ਸਾਰੀ ਚੀਜ਼ਾਂ ਤੋਂ मुक्त हो जाता है. राइट. वर्कआउट इज आल्सो सेम थिंग. वर्कआउट में ऐसा है ना कि जब आप वर्कआउट करते हो, जब तुसी करते हो वर्कआउट, तो बेसिकली आपकी जो ब्रेन की जो सेल्स है
वो भी अपनी जब कहीं पे अड़े होते हैं तो वो भी तो खुल जाते हैं ना, बहुत अच्छा है, यस बहुत पॉजिटिव तरीके से वो भी Yes. खुल जाते हैं, सर्कुलेट ब्लड होता है आपका, यस आपकी हर एक नर्व चलनी शुरू हो जाती है। यस सो आपकी जो अंदर की जो बेसिकली अंदर का आपका ह्यूमन बीइंग है, जो आपका अंदर का हरकीरत है, जो अंदर का मंजिल है, वो आपको राइट पॉजिटिव ही चीज बताता है। Yeah. वो कभी रिएक्शन वाली चीज बताते लेकर नहीं आता था। वो और मैं तो बड़ा खुश होता हूँ ट्रेडमिल पे, वो मेरे को ट्रेनर वो डंडा मारता है कि 10 मिनट और भाग, Right. मैं ऐसे हो रहा हूँ। पर खुशी यही आती है कि आई एम कैसे डूइंग हो इट, तुम, कैसे? आई फील गुड कि मैं अपने लिए कर रहा हूँ, और कल को मैं अपनी जो तस्वीरें परिवार के साथ लूंगा, इंस्टाग्राम डालूंगा, आई एम द वन हु लुक, या ये डेडिकेशन मेरे और अंदर मजा आता है। हाँ, अभी मैं इंडिया गया था शादी पे, हम्म। सो दैट्स द रीजन, यू नो, आई रियली वांट टू, बिकॉज मुझे पता था कि आई हैव टू शेयर अ स्टेज विद गुरदास मान साहब, हम्म। राइट, एंड दे विल शो other celebrities, they will be there as well, so I have to get a picture. So that was my motivation to lose my weight. Yeah. So I have lost 15 pounds before I traveled to India, अच्छा, and it was a dedication, 1 month, no oily food, nothing, and it was a great. उसे खा के आया काफी। ਹੁਣ ਵਾਪਸ ਖਾ ਕੇ ਆ ਗਏ ਹੋ ਕਿਉਂਕਿ ਯੂ نو ਦਿੱਲੀ ਜਾ ਕੇ you can't you स्ट्रीट can't फूड ਤਾਂ ਆਉਂਦਾ ਹੀ ਹੈ। bro ਉੱਥੇ ਦੇ ਛੋਲੇ ਭਟੂਰੇ, Yeah. you know, one second street momos, then you have tandoori chicken and butter chicken Delhi style. This is in your blood when you're a Delhiite, right? ਨਹੀਂ ਮੇਰਾ ਵੀ ਹੈਗਾ, ਮੈਂ ਸਾਡੀ ਫੈਮਿਲੀ ਦਿੱਲੀ ਚੰਡੀਗੜ੍ਹ ਹੀ ਹੈ ਸਾਰੀ, Right. ਬਟ ਹੁਣ ਮੈਂ ਚੱਲਿਆ, ਮੈਂ ਹਰ ਸਾਲ ਜਾਂਦਾ। ਹੁਣ ਛੋਲੇ ਭਟੂਰੇ ਦਾ ਰੂਲ ਕੀ ਹੈਗਾ, ਮੇਰੇ ਕੋਚ ਨੇ ਕਿਹਾ ਜੀ ਸੱਦ ਕੇ ਖਾ। Right. ਛੋਲੇ ਭਟੂਰੇ ਦੀ ਪਲੇਟ 'ਚ ਕੀ ਹੁੰਦਾ, ਛੋਲੇ ਦਿੰਦੇ ਨੇ, ਸੈਲਡ, ਪਿਆਜ਼ ਦਿੰਦੇ ਨੇ, ਸ਼ਾਇਦ ਰਾਇਤਾ, ਅਚਾਰ, ਕਿੰਨੇ ਭਟੂਰੇ ਦਿੰਦੇ ਨੇ ਨਾਲ, Right. ਕਿੰਨੇ, 2 ਦਿੰਦੇ ਨੇ ਭਟੂਰੇ ਐਟਲੀਸਟ, ਨਾਲ। ਵੱਡੇ ਵੱਡੇ ਫੁੱਲੇ, ਇੱਕ ਕੱਢ ਕੇ ਪਹਿਲਾਂ ਇੱਕ ਪਲੇਟ 'ਚ ਕਿਸੇ ਹੋਰ ਦੀ ਪਾ ਦੇ, ਅੱਛਾ, ਅੱਖ ਮੀਟ ਕੇ, ਜਿੰਨੀ ਮਰਜ਼ੀ ਭੁੱਖ ਲੱਗੀ ਤੈਨੂੰ, okay. ਠੀਕ ਹੈ। ਜਦੋਂ ਫੁੱਲੇ ਫੁੱਲੇ ਗਰਮਾ ਗਰਮ ਧੂਏ ਵਾਲਾ ਖਾਣਾ ਆਇਆ ਨਾ, ਇੱਕ ਭਟੂਰਾ ਫੜੋ, ਮੰਮੀ ਡੈਡੀ ਕਿਸੇ ਦੀ ਵੀ ਪਲੇਟ 'ਚ ਪਾ ਦੇ, ਕਿ ਮੈਂ ਦੇਖਣਾ ਹੀ ਨਹੀਂ ਇਹਨੂੰ ਦੁਬਾਰਾ, ਇੱਕ ਨਾਲ ਹੀ ਤੇਰਾ ਰੱਜ ਜਾਏਗਾ। ਥੋੜੇ ਚਿਰ ਬਾਅਦ ਨਾ ਆਪੇ ਜਦ ਤੈਨੂੰ ਸੈਲਫ ਰੀਅਲਾਈਜੇਸ਼ਨ ਆਏਗੀ, ਇੱਕ ਵੀ ਕੱਢ ਤੇ ਜਿਹੜਾ ਉਹ ਵੀ ਇੱਕ ਹੈਗਾ ਨਾ, ਉਹਨੂੰ ਵੀ ਅੱਧਾ ਕਰਕੇ ਫੜ ਦੇ, ਅੱਧਾ ਖਾ ਲੈ, ਛੋਲੇ ਜਿੰਨੇ ਮਰਜ਼ੀ ਖਾ ਲੈ। ਅੱਛਾ, ਫਿਰ ਉਹਦੇ ਬਾਅਦ ਸ਼ਾਇਦ ਮੇਰੀ ਤਾਂ ਨਹੀਂ ਆਈ ਹਲੇ, ਉਹ ਸ਼ਾਇਦ ਤੇਰੀ ਆ ਜਾਏ, ਛੋਲੇ ਭਟੂਰੇ ਆਰਡਰ ਕਰੋ ਤੇ ਪੂਰੀ ਪਲੇਟ ਹੀ ਕਿਸੇ ਹੋਰ ਨੂੰ ਫੜਾ ਦਿਓ। ਮੇਰੀ ਵੀ ਨਹੀਂ ਆ ਸਕਦੀ bro, that I can't live with it. So coming back to the point, bro, ਹਾਂਜੀ, where is Indianapolis growing? Indianapolis, when we talk about Indianapolis, when someone is sitting in California, New York, he sees कि यार मेरा गवांडी इंडियाना चला गया, ਹਾਂਜੀ, ਗੱਡੀ ਲੈ ਲਈ ਹੈ, ਉਹਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ, ਆਹ ਦੇਖੋ ਜੀ ਉਹਨੇ ਮਰਸੀਡੀਜ਼ ਲੈ ਰਹੀ ਹੈ, ਤੁਸੀਂ ਇੱਥੇ ਧੱਕੇ ਖਾਂਦੇ ਰਹਿਣਾ ਸੀ ਅੱਜ ਦੇ ਵਿੱਚ, ਰਾਈਟ? ਸੋ ਦੇ ਸੀ sitting back in California and in New York कि the life is very bougie here. ਹਾਂਜੀ, ਕਈਆਂ ਦੀ ਹੁੰਦੀ ਵੀ ਹੈ, ਹਾਂਜੀ, ਰਾਈਟ, ਕਈਆਂ ਦੇ ਖਰਚੇ ਘੱਟ ਹੋ ਜਾਂਦੇ ਜਦੋਂ ਇੱਥੇ ਆਉਂਦੇ ਆ, ਰਾਈਟ, ਪਰ seeing all this scenario, social media blast, you know, seeing all the scenarios of immigration nowadays, ICE, ਜਿਹੜਾ ਹੁਣ ਨਵਾਂ ਬਿੱਲ ਵੀ ਸੈਨੇਟ ਨੇ ਪਾਸ ਕਰਤਾ, ਹਾਂਜੀ, ਹਾਂਜੀ, so there are so many things ਜਿਹਦੇ ਕਰਕੇ ਇੰਡੀਆਨਾ ਹੁਣ ਨਜ਼ਰਾਂ 'ਚ ਆ ਗਿਆ ਵਾਪਸ, correct, ਫੈਡਰਲ ਗਵਰਨਮੈਂਟ ਦੇ ਜਿਹੜੇ ਵੀ ਹੁਣ ਡਿਸੀਜਨਸ ਹੋਏ ਨੇ, ਹਾਂਜੀ। ਔਰ ਭਾਵੇਂ ਜਿਹੜੇ ਸਟੇਟ ਨੇ ਵੀ ਡਿਸੀਜਨ ਲਿੱਤੇ ਆ। ਕੀ ਭਵਿੱਖ ਹੈ ਇੰਡੀਆਨਾ ਦਾ ਆਉਣ ਵਾਲੇ 5 ਸਾਲਾਂ ਦੇ ਵਿੱਚ? ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਫੈਸਲਾ ਕਰ ਰਹੇ ਸੀ ਇੰਡੀਆਨਾ ਜਾਣ ਦਾ, ਉਹਨਾਂ ਨੂੰ ਆਉਣਾ ਚਾਹੀਦਾ, ਜਾਂ ਅਗਰ ਆਉਣਾ ਚਾਹੀਦਾ ਤਾਂ ਕਿਸ ਅਪਰੋਚ ਨਾਲ ਆਉਣਾ ਚਾਹੀਦਾ? ਬਹੁਤ ਚੰਗਾ ਸਵਾਲ ਹੈ ਤੁਹਾਡਾ। ਤੇ ਪਹਿਲਾ ਤਾਂ ਜਵਾਬ ਇਹ ਹੁੰਦਾ ਸੋਸ਼ਲ ਮੀਡੀਆ ਦੀ ਪੋਸਟ ਦੇ ਬਾਰੇ ਕਿ ਹਾਥੀ ਦੇ ਦੰਦ ਦਿਖਾਉਣ ਦੇ ਹੋਰ, ਖਾਣ ਦੇ ਹੋਰ, ਠੀਕ ਹੈ ਜੀ। ਤੇ ਕਦੀ ਵੀ ਕਿਸੇ ਦੀ ਭੇਡ ਚਾਲ ਵਿੱਚ ਆ ਕੇ ਕਿ ਮੇਰੇ ਚਾਚੇ ਦਾ, ਭਤੀਜੇ ਦਾ ਆ ਮੁੰਡਾ ਉਹ ਉੱਥੇ ਪਹੁੰਚ ਗਿਆ ਜੀ, ਬੜਾ ਚੰਗਾ ਕਰ ਰਿਹਾ ਹੈ, ਜਸਟ ਕਿਉਂਕਿ ਮੈਂ ਉਹਦੀ ਸੋਸ਼ਲ ਮੀਡੀਆ ਪੋਸਟਾਂ ਦੇਖੀਆਂ, ਸ਼ੁੱਡ ਨਾਟ ਬੀ ਦਾ ਕਾਰਨ ਜਾਂ ਰੀਜ਼ਨ ਸਾਡੇ ਵੀਰਾਂ ਦਾ ਕਿ ਆਪਣਾ ਬਸਾ ਬਸਾਇਆ ਕਾਰੋਬਾਰ ਜਾਂ ਘਰ-ਬਾਰ ਕੈਲੀਫੋਰਨੀਆ ਜਾਂ ਨਿਊਯਾਰਕ ਛੱਡ ਕੇ ਇੱਥੇ ਆ ਜਾਣ ਅੱਖਾਂ ਮੀਟ ਕੇ, ਰਾਈਟ? ਲਾਈਕ ਆਈ ਸੈਡ, ਹਰ ਇੱਕ ਦੀ ਪ੍ਰੋਬਲਮਸ ਵੀ ਹੁੰਦੀਆਂ ਲਾਈਫ ਵਿੱਚ, ਕੋਈ ਦੱਸਦਾ ਨਹੀਂ। ਸੋਸ਼ਲ ਮੀਡੀਆ ਕਿਸੇ ਨੂੰ ਦੇਖਿਆ ਆਪਣੀ ਪੀੜ੍ਹੀਆਂ ਪੋਸਟ ਕਰਦੇ ਹੋਏ, ਯਾਰ ਮੈਨੂੰ ਤਾਂ ਆਹ ਹੋ ਗਿਆ, ਮੇਰੀ ਵੋਟੀ ਛੱਡ ਗਈ, ਮੈਨੂੰ ਕੈਂਸਰ ਹੋ ਗਿਆ, ਮੈਨੂੰ ਆਹ ਹੋ ਗਿਆ। ਉਹ ਚੰਗੀ ਲਾਈਫ ਵੀ ਫਲੈਸ਼ੀ ਦਿਖਾਉਂਦੇ ਨੇ ਸਾਰੇ, ਰਾਈਟ? ਬਟ ਲੌਂਗ ਸਟੋਰੀ ਸ਼ਾਰਟ, ਮੈਂ ਤੁਹਾਡੇ ਕੁਐਸਚਨ ਤੇ ਫੋਕਸ ਕਰਨਾ ਚਾਹੁੰਦਾ। ਇੱਕ ਤਾਂ ਭੇਡ ਚਾਲ ਨਾ ਹੋਵੇ। ਆਪਾਂ ਬੜੀ ਆਪਣੀ ਕਮਿਊਨਿਟੀ 'ਚ ਦੇਖੀ ਹੈ, ਕੈਲੀਫੋਰਨੀਆ, ਨਿਊਯਾਰਕ ਤੋਂ ਵੀਰ ਆਪਣੇ ਇੱਥੇ ਆ ਗਏ, ਰੋਜ਼ਗਾਰ ਸੀਗਾ ਨਹੀਂ, ਲਾਰੇ ਲਾਏ ਰਿਸ਼ਤੇਦਾਰਾਂ ਨੇ, ਦੋਸਤਾਂ ਨੇ, ਤੇ ਇੱਥੇ ਆ ਗਏ, ਫਿਰ ਕਹਿੰਦੇ ਉਹ ਯਾਰ ਕੰਮ ਤਾਂ ਹੈਗਾ ਨਹੀਂ, ਚਲੋ ਹੁਣ ਜਾਂ ਤਾਂ ਵਾਪਸ ਚਲੀਏ ਜਾਂ ਫਿਰ ਇੰਡੀਆਨਾ ਨੂੰ ਮਾੜਾ ਕਹਿੰਦੇ ਨੇ, ਰਾਈਟ? ਆਪਣੇ ਕਈ ਫੈਮਿਲੀਜ਼ ਮੂਵ ਹੋਈਆਂ ਵੀ ਆ ਹੋਈ ਨੇ, ਹਾਂ, ਅਸੀਂ ਵੀ ਕਰਾਇਆ ਸੀ, ਲਿਆਏ ਵੀ ਆ ਤੇ ਦੇਖਿਆ ਵੀ ਹੈ। ਨਹੀਂ, ਮਤਲਬ ਘਰ ਦਿਵਾਇਆ ਵੀ ਹੈ, ਫਿਰ ਘਰ ਵੇਚਿਆ ਵੀ ਹੈ, ਅਨਫੋਰਚੂਨੇਟਲੀ, ਹਾਂਜੀ, ਯੈਸ। ਪਰ ਤਾਂ ਹੀ ਮੈਂ ਪਹਿਲਾਂ ਵੀ ਕਹਿ ਰਿਹਾ ਸੀ, ਟ੍ਰਾਂਜੈਕਸ਼ਨਲ ਰੀਅਲਟਰ ਉਹ ਜਿਹਾ ਨਹੀਂ ਬਣਨਾ ਚਾਹੀਦਾ। ਮੈਨੂੰ ਉਹ ਚੰਗਾ ਨਹੀਂ ਲੱਗਦਾ ਕਿ ਮੈਂ ਉਹਨਾਂ ਦੀ ਅੱਖਾਂ 'ਚ ਉਹ ਗਲੀਮ ਤੇ ਖੁਸ਼ੀ ਵੇਖਦਾ ਕਿ ਉਹ ਆ ਕੇ ਘਰ ਖਰੀਦਦੇ ਪਏ ਨੇ, ਸੈਟਲ ਹੁੰਦੇ ਪਏ ਨੇ,
ਫਿਰ ਮੈਂ ਉਹੀ ਦੁੱਖ ਦੇਖ ਰਿਹਾ ਕਿ ਭਾਜੀ ਬੰਦਿਆਂ ਨਹੀਂ, ਅਸੀਂ ਤਾਂ ਚੱਲੇ ਹਾਂ ਵਾਪਸ। ਉਹੋ ਜਿਹਾ ਰੀਅਲਟਰ ਬਣ ਕੇ ਮੈਨੂੰ ਚੰਗਾ ਰੀਅਲਟਰ ਨਹੀਂ ਲੱਗਦਾ। ਮੈਂ ਉਹੋ ਜਿਹਾ ਰੀਅਲਟਰ ਬਣਨਾ ਚਾਹੁੰਦਾ ਜਿਹੜਾ ਘਰ ਵੀ ਦਿਲਾਵੇ ਤੇ ਕਹੇ ਕਿ ਆਓ ਤੁਹਾਨੂੰ ਸੈਟਲ ਵੀ ਕਰਾਈਏ ਇੱਥੇ, ਰਾਈਟ। ਬਟ ਕਈਆਂ ਦੀ ਪਹਿਲੀ 3 ਚੀਜ਼ਾਂ ਉਹਨਾਂ ਨੂੰ ਕੀ ਸੋਚਣੀ ਚਾਹੀਦੀਆਂ ਇੱਥੇ ਮੂਵ ਹੋਣ ਤੋਂ ਪਹਿਲਾਂ? ਗੁੱਡ ਪੁਆਇੰਟ। ਸੋ ਅਗੇਨ ਦ ਪੋਜ਼ਿਟਿਵ ਥਿੰਗਸ, ਰਾਈਟ। ਇੰਡੀਆਨਾ ਹਲੇ ਵੀ ਈਸਟ ਕੋਸਟ ਵੈਸਟ ਕੋਸਟ ਜੋ ਵੀ ਕੰਪੇਅਰ ਕਰਦੇ ਹਾਂ ਆਪਾਂ, ਜਿਹੜੇ ਥੋੜੇ ਜ਼ਿਆਦਾ ਵੋਲੇਟਾਈਲ ਨੇ, ਮਾਰਕੀਟ ਥੋੜੀ ਉੱਤੇ ਥੱਲੇ ਜ਼ਿਆਦਾ ਹੁੰਦੀ ਹੈ, ਉੱਤੇ ਥੱਲੇ। ਇੰਡੀਆਨਾ ਹਲੇ ਵੀ ਕਾਫੀ ਸਟੇਬਲ ਮਾਰਕੀਟ ਹੈ ਪੂਰੇ ਅਮਰੀਕਾ ਵਿੱਚ ਹੈ। ਦੇਰ ਆਰ 50 ਸਟੇਟਸ ਇਨ ਅਮਰੀਕਾ, ਵੀ ਆਰ ਸਟਿਲ ਦ ਮੋਸਟ ਅੰਡਰਵੈਲਿਊਡ ਮਾਰਕੀਟ। ਉਹਦਾ ਮਤਲਬ ਕੀ ਹੈਗਾ, ਜਿੰਨੇ ਡਾਲਰ ਆਪਾਂ ਖਰਚਦੇ ਹਾਂ ਫॉर द डॉलर स्पेंड ਸਾਨੂੰ ਵੈਲਿਊ ਐਂਡ ਰੀਅਲ ਏਸਟੇਟ ਜਿੰਨੀ ਮਿਲਦੀ ਹੈ ਇੰਡੀਆਨਾ ਤੋਂ ਬੈਟਰ ਅੱਜ ਦੀ ਰੇਟ 'ਚ ਤੁਹਾਨੂੰ ਬਹੁਤ ਹੀ ਘੱਟ ਸ਼ਹਿਰਾਂ 'ਚ ਮਿਲਦੀ ਹੈ। ਸੋ ਵੈਰੀ ਗੁੱਡ ਪਲੇਸ ਟੂ ਇਨਵੈਸਟ। ਨੰਬਰ 2, ਕਾਰੋਬਾਰ ਤੇ ਪਹਿਲਾਂ ਫੋਕਸ ਕਰੋ। ਆਪਣੇ ਪਾਉ ਦੇਖੋ, ਜਿਵੇਂ ਕਹਿੰਦੇ ਨੇ ਚਾਦਰ ਦੇਖ ਕੇ ਪਾਉ ਫੈਲਾਓ, ਤੇ ਦੇਖੋ ਆਪਣਾ ਬਜਟ ਕੀ ਹੈਗਾ ਹੈ, ਆਪਣੇ ਉੱਥੇ ਸੋਰਸ ਆਫ ਇਨਕਮ ਕੀ ਬਣਨੇ ਹੈ। ਤੁਹਾਡੀ ਗੱਲ ਬਿਲਕੁਲ ਸਹੀ ਸੀਗੀ ਹਰਕੀਰਤ, ਇੱਥੇ ਆ ਕੇ ਖਰਚੇ ਘਟ ਜਾਂਦੇ ਨੇ ਪਰ ਆਮਦਨੀ ਵੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਆਪਾਂ ਸਿੰਪਲੀ ਆ ਗਏ ਖਰਚੇ ਘਟਾਉਣ ਲਈ, ਬਟ ਆਮਦਨ ਕੀ ਹੈਗੀ ਹੈ। ਸੋ ਆਪਣੇ ਪਾਉ ਪੱਕੇ ਕਰੋ। ਐਂਡ ਨੰਬਰ 3, ਅਗੇਨ ਗੋਇੰਗ ਬੈਕ ਟੂ ਯਰ ਕੁਐਸਚਨ, ਆਈ ਥਿੰਕ ਹਾਲਾਤ ਥੋੜੇ ਬਦਲ ਗਏ ਨੇ। ਇਮੀਗ੍ਰੇਸ਼ਨ ਵਾਈਜ਼ ਆਲਸੋ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਖਤੀ ਹੈਗੀ ਹੈ, ਜਾਂ ਸਖਤੀ ਪਹਿਲਾਂ ਵੀ ਸੀਗੀ, ਅੱਜ ਕੱਲ੍ਹ ਹੱਲਾ ਗੁੱਲਾ ਸ਼ੋਰ ਸ਼ਰਾਬਾ ਬੜਾ। ਗੱਲ ਕਹੂੰਗਾ ਇਹਦੇ ਵਿੱਚ, ਹਾਂਜੀ, ਜਿੰਨਾ ਸ਼ੋਰ ਪਾਇਆ ਹੋਇਆ ਹੈ, ਫੋਰ ਹਾਂਜੀ। ਐਗਜ਼ਾਮਪਲ ਆਈਸ ਦਾ ਹੈਡਕੁਆਟਰ ਬਣ ਰਿਹਾ ਦਿਸ ਐਂਡ ਦੈਟ, ਪਰ ਹਾਂਜੀ। ਮੈਂ ਵੀ ਸਾਰਾ ਦਿਨ ਸਾਡੀ ਪਬਲਿਕ ਸਰਵਿਸ ਕੰਮ ਹੈ, Correct. ਸਾਰਾ ਦਿਨ ਸੜਕਾਂ 'ਚ ਹੀ ਹੁੰਦੇ ਆ, ਹਾਂਜੀ, ਸਾਰੇ ਦਿਨ ਕਮਿਊਨਿਟੀ ਨਾਲ ਹੀ ਮਿਲਦੇ ਆ। ਹਾਂਜੀ। ਮੈਂ ਤਾਂ ਅਜੇ ਤੱਕ ਕੋਈ ਐਵੇਂ ਦੀ ਚੀਜ਼ ਦੇਖੀ ਨਹੀਂ। ਮੈਂ ਵੀ ਨਹੀਂ ਦੇਖੀ ਹੈ। ਐਂਡ ਆਈ ਥਿੰਕ ਜਿਨ੍ਹਾਂ ਨੇ ਡਰਾਣਾ ਹੈ ਜਾਂ ਹੱਲਾ ਗੁੱਲਾ ਪੋਲੀਟੀਕਲ ਨੋਇਜ਼ ਜ਼ਿਆਦਾ ਕੀਤਾ, ਉਹ ਕੀਤਾ ਹੋਇਆ ਹੈ। Right. ਜਿਹੜੀ ਸਰਕਾਰ ਹੈ ਪ੍ਰੈਜ਼ੀਡੈਂਟ ਟਰੰਪ ਨੇ, ਤੁਸੀਂ ਵਿਸ਼ਵਾਸ ਰੱਖੋ ਆਪਣੇ ਨੇਤਾਓਂ ਤੇ, ਹੀ ਇਜ਼ ਡੂਇੰਗ ਅ ਵੈਰੀ ਗੁੱਡ ਜੌਬ। ਆਪਣੀ ਐਸੋਸੀਏਸ਼ਨ ਪ੍ਰਸ਼ਾਸਨ ਤੇ ਸਾਰਿਆਂ ਤੇ ਆਪਣਾ ਫੋਕਸ ਰੱਖੋ, ਵਿਸ਼ਵਾਸ ਰੱਖੋ, ਉਹ ਠੀਕ ਕੰਮ ਕਰਦੇ ਪਏ ਨੇ। ਕੋਈ ਵੀ ਮੁਲਕ ਦੀ ਨੈਗੇਟਿਵਿਟੀ ਲਈ ਉਹ ਕੰਮ ਨਹੀਂ ਕਰਦੇ ਪਏ, ਰਾਈਟ। ਉਹ ਖੁਸ਼ਹਾਲ ਬਣਾਉਣਾ ਚਾਹੁੰਦੇ ਨੇ, ਉਹ ਸਾਰਿਆਂ ਨੂੰ ਵੈਲਕਮ ਵੀ ਕਰਦੇ ਨੇ, ਬਟ ਉਹ ਸਿਰਫ ਇਹ ਵੈਲਕਮ ਕਰਦੇ ਪਏ ਨੇ ਕਿ ਸਹੀ ਚੈਨਲਸ ਨਾਲ ਆਓ। ਜੇ ਆ ਵੀ ਗਏ ਹੋ ਤਾਂ ਸਹੀ ਪ੍ਰੋਪਰ ਅਨੁਸ਼ਾਸਨ ਫੋਲੋ ਕਰੋ, ਲਾਅ ਐਂਡ ਆਰਡਰ ਫੋਲੋ ਕਰੋ, ਟੈਕਸਿਸ ਦੀ ਚੋਰੀ ਨਾ ਕਰੋ, ਤੇ ਆਬਵੀਅਸਲੀ ਚੀਟਿੰਗ ਨਾ ਕਰੋ, ਰਾਈਟ। ਇੱਥੇ ਲਾਅ ਐਂਡ ਆਰਡਰ ਸਭ ਤੋਂ ਉੱਤੇ ਹੁੰਦਾ, ਪ੍ਰੈਜ਼ੀਡੈਂਟ ਤੋਂ ਵੀ ਉੱਤੇ ਲਾਅ ਐਂਡ ਆਰਡਰ ਹੁੰਦਾ। ਤੇ ਜੇ ਤੁਸੀਂ ਉਹਦੇ ਨਾਲ ਹੀ ਚੋਰ ਬਾਜ਼ਾਰੀ ਕਰ ਰਹੇ ਹੋ, ਚੀਟਿੰਗ ਕਰ ਰਹੇ ਹੋ, ਦੈਨ ਉਹ ਥੋੜੀ ਜਿਹੀ ਮੇਰੇ ਵਿਊ ਵਿੱਚ ਗਲਤ ਹੈਗਾ। ਆਪਣੇ ਸ਼ਿਸ਼ਟਾਚਾਰ ਦੇ ਨਿਯਮ ਜਿਹਨੂੰ ਕਹਿੰਦੇ ਆ, ਪ੍ਰਿੰਸੀਪਲਸ ਕਹਿੰਦੇ, ਉਹਨਾਂ ਨੂੰ ਫੋਲੋ ਕਰੋ, ਸੱਚੇ ਬਣ ਕੇ ਰਹੋ, ਸਾਰੇ ਨਾਲ ਚੰਗਾ ਬਣ ਕੇ ਰਹੋ, ਪ੍ਰਸ਼ਾਸਨ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰਦਾ। ਤੇ ਕੋਈ ਅਗੇਨ ਆਈ ਵਾਂਟ ਆਸਕ ਯੂ ਦ ਸੇਮ ਕੁਐਸਚਨ, 3 ਪੁਆਇੰਟ ਇੰਡੀਆਨਾ ਮੂਵ ਹੋਣ ਤੋਂ ਪਹਿਲਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ। ਹਾਂਜੀ, ਗੁੱਡ। ਫਰਸਟ ਆਈ ਵੁੱਡ ਸੇ ਇਜ਼ ਫੋਕਸ, ਆਪਣਾ ਬਜਟ ਕੀ ਹੈਗਾ, ਕਾਰੋਬਾਰ ਤੇ ਫੋਕਸ ਕਰੋ ਕਿ ਆਪਾਂ ਕਿੰਨਾ ਸਪੈਂਡ ਕਰਨਾ ਚਾਹੁੰਦੇ ਹਾਂ, ਕਿੱਥੇ ਸਪੈਂਡ ਕਰਨਾ ਚਾਹੁੰਦੇ ਹਾਂ, ਤੇ ਸਾਡਾ ਕੀ ਕਾਰੋਬਾਰ ਉੱਥੇ ਹੋਣਾ ਔਰ ਇੱਕ ਗੱਲ ਬੜੀ ਜਾਣੀ ਜ਼ਰੂਰੀ ਹੈ, ਜਿਨ੍ਹਾਂ ਨੇ ਵੀ ਇੰਡੀਆਨਾ ਮੂਵ ਹੋਣ ਦਾ ਪਲੈਨਿੰਗ ਕੀਤੀ ਹੋਈ ਹੈ ਇਸ ਸਾਲ ਦੇ ਵਿੱਚ, ਕਿ ਆਪਣੀ ਮੈਟਰੋਪੋਲੀਟਨ ਸਿਟੀ ਚੁਣੋ ਪਹਿਲਾਂ। ਯੈਸ। ਤੁਸੀਂ ਹੁਣ ਇੰਡੀਅਨੈਪਲਸ ਕੱਲਾ ਇੰਡੀਅਨੈਪਲਸ ਹੀ ਨਹੀਂ, ਇੰਡੀਅਨੈਪਲਸ ਦੇ ਵਿੱਚ ਵੀ ਵੌਨ ਹੈ, ਪਲੇਇੰਗ ਫੀਲਡ ਹੈ, ਸਬਰਬ ਜਿਹੜੇ ਲੱਗਦੇ ਆ, ਕਾਰਮਲ ਹੈ, ਵਾਈਟਸਟਾਊਨ ਹੈ, ਜ਼ਾਇਨਸਵਿਲ ਹੈ, ਯੈਸ। ਫਿਰ ਇੱਥੇ ਆ ਜਾਓ ਆਪਾਂ, ਸਾਡਾ ਡਾਊਨਟਾਊਨ ਹੈ, ਫਿਰ ਉਸ ਤੋਂ ਬਾਅਦ ਸਾਊਥ ਪੋਰਟ ਫ੍ਰੈਂਕਲਿਨ ਹੋ ਗਿਆ, ਉਹ ਅੱਗੇ ਗ੍ਰੀਨਵੁੱਡ ਹੋ ਗਿਆ, ਵਾਈਟਲੈਂਡ ਹੋ ਗਿਆ। ਸੋ ਬੇਸਿਕਲੀ ਦੇ ਹੈਵ ਟੂ ਚੂਜ਼ देयर ਸਬਰਬ ਫਰਸਟ ਕਿ ਮੂਵ ਕਿੱਥੇ ਹੋਣਾ। ਔਰ ਉਹ ਬਹੁਤ ਵੱਡੀ ਨੌਲੇਜ ਜਿਹੜੀ ਹੈ ਰੀਅਲਟਰਾਂ ਦੇ ਕੋਲ ਵੀ ਇੱਥੇ ਨਹੀਂ ਹੈਗੀ। ਹਾਂਜੀ, ਹਾਂਜੀ। ਨੇ ਮੈਂ ਉਹੀ ਤਿੰਨ ਤੁਹਾਡੇ ਕੁਐਸਚਨ ਆਨਸਰ ਕਰਨਾ ਚਾਹੁੰਦਾ ਸੀ ਵੈਰੀ ਸਿੰਪਲੀ। ਨੰਬਰ 1, ਕਾਰੋਬਾਰ ਆਪਣਾ ਕੀ ਸੈਟਅਪ ਕਰਨਾ ਚਾਹੁੰਦੇ ਹੋ, ਚਾਹੇ ਉਹ ਜੌਬ ਹੋਵੇ ਚਾਹੇ ਬਿਜ਼ਨਸ ਹੋਵੇ। ਨੰਬਰ 1 ਕੀ ਕਰਨਾ ਚਾਹੁੰਦੇ ਹੋ ਉਹ ਪਹਿਲਾਂ ਕਰਕੇ ਆਓ। ਨੰਬਰ 2, ਫਾਈਂਡ ਯੋਰ ਲੋਕੇਸ਼ਨ ਵੇਅਰ ਯੂ ਵਾਂਟ ਟੂ ਗੋ। ਨੰਬਰ 3, ਭੇਡ ਚਾਲ ਨਾ ਫੋਲੋ ਕਰੋ ਕਿ ਆਹ ਬੰਦੇ ਨੇ ਮੈਨੂੰ ਦੱਸਤਾ ਕਿ ਇੰਡੀਆਨਾ ਬਹੁਤ ਚੰਗਾ ਵਾ, ਉੱਥੇ ਇਹ ਹੁੰਦਾ ਉਹ ਹੁੰਦਾ। ਨਹੀਂ, ਆਪਣੀ ਰਿਸਰਚ ਕਰੋ, ਆਪਣਾ ਸਾਰਾ ਪੂਰਾ ਐਜੂਕੇਸ਼ਨ ਲੈ ਕੇ ਉਹਦੇ ਬਾਅਦ ਮੂਵ ਕਰੋ। ਇਹ ਨਹੀਂ ਕਿ ਪਹਿਲਾਂ ਮੂਵ ਕਰਕੇ ਫਿਰ ਆਪਾਂ ਐਜੂਕੇਸ਼ਨ ਲੈ ਰਹੇ। ਠੀਕ ਹੈ। ਤੇ ਜਾਂਦੇ ਕੋਈ ਐਡਵਾਈਸ ਸਾਡੇ ਦਰਸ਼ਕਾਂ ਨੂੰ, ਔਰ ਇਹ ਆਪਾਂ ਉਹਨਾਂ ਨੂੰ ਜਾਨਣਾ ਚਾਹਾਂਗੇ ਕਿ ਬਈ ਇੰਡੀਅਨੈਪਲਸ 5 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਵੇਖ ਰਹੇ ਹੋ? ਆਈ ਥਿੰਕ ਇਹ ਸਭ ਤੋਂ ਫਾਸਟੈਸਟ ਗਰੋਇੰਗ ਸ਼ਹਿਰ ਹੈਗੇ ਨੇ ਇੰਡੀਆਨਾ ਵਿਖੇ। ਇੰਡੀਅਨੈਪੋਲਿਸ ਇਜ਼ ਦ ਸੈਂਟਰ, ਐਂਡ ਜਿਵੇਂ ਤੁਸੀਂ ਕਿਹਾ ਸਬਰਬਸ ਨੇ, ਬਾਕੀ ਲੋਕੇਸ਼ਨਸ, ਵੀ ਆਰ ਸੀਇੰਗ ਦ ਮੋਸਟ ਗਰੋਥ ਰਾਈਟ ਨਾਓ ਇਨ ਆਲ ਆਫ ਅਮਰੀਕਾ। ਕੋਕੋਮੋ ਕਰਕੇ ਸ਼ਹਿਰ ਹੈਗਾ ਸਾਡੇ ਕੋਲ, ਜਿੱਥੇ ਪੂਰੇ ਅਮਰੀਕਾ ਦਾ, ਨਾਟ ਜਸਟ ਸਾਡੇ ਪ੍ਰਦੇਸ਼ ਦਾ, ਬਟ ਪੂਰੀ ਕੰਟਰੀ ਦਾ ਸਭ ਤੋਂ ਵੱਡਾ ਬੈਟਰੀ ਰੀਸਾਈਕਲ ਪਲਾਂਟ ਆਉਂਦਾ ਪਿਆ। ਲੈਬਨਨ ਜਿਹੜਾ ਬੂਨ ਕਾਉਂਟੀ ਵਿੱਚ ਪੈਂਦਾ ਹੈ, ਜਿੱਥੇ ਮੈਂ ਰਹਿਣਾ, ਜਿੱਥੇ ਤੁਸੀਂ ਰਹਿੰਦੇ ਹੋ ਨਾਲ। ਹਾਂਜੀ, ਸਾਡਾ ਰੈਸਟੋਰੈਂਟ ਵੀ ਉੱਥੇ ਦੇਸੀ ਚੌਰਸਤਾ। ਸੋ ਐਨੀਵੇਜ਼, ਇਹਦੇ ਵਿੱਚ ਪੈਸੇ ਮੰਗ ਲੈਣੇ। ਸੋ ਉੱਥੇ ਵੀ ਤੁਹਾਨੂੰ ਪਤਾ ਹੈ ਇਲਾਈ ਲਿਲੀ ਦਾ ਲੀਪ ਡਿਸਟ੍ਰਿਕਟ ਆ ਰਿਹਾ ਹੈ, ਐਂਡ ਦੇयर इज अ लॉट ऑफ ਡਿਵੈਲਪਮੈਂਟ ਗੋਇੰਗ। ਹੋਣੇ ਰੀਸੈਂਟਲੀ ਮੈਟਾ ਨੇ ਵੀ ਆਪਣਾ ਡੇਟਾ ਸੈਂਟਰ ਉੱਥੇ ਅਨਾਉਂਸ ਕੀਤਾ ਵਾ। Amazon's coming, Google is coming, a lot of big companies, lot of investment, $50 billion or more. Indianapolis itself is a metropolitan town. There's a lot of historic towns and a lot of development happening.
ਸੋ ਮੈਨੂੰ ਲੱਗਦਾ ਹੈ ਅਗਲੇ 5 ਸਾਲਾਂ ਵਿੱਚ ਇਸ ਸਟੇਟ ਦਾ ਇਸ ਸਿਟੀ ਦਾ ਫਿਊਚਰ ਬਹੁਤ ਬ੍ਰਾਈਟ ਹੈ। ਟੂ ਮੋਰ ਥਿੰਗਸ ਵੈਰੀ ਕੁਇਕਲੀ, ਜਿਹੜੇ ਗਵਰਨਰ ਨੇ ਇੰਡੀਆਨਾ ਦੇ, ਉਹਨਾਂ ਦੀ ਵਿਜ਼ਨ ਹੈਗੀ ਹੈ ਉਹ ਇੰਡੀਆਨਾ ਨੂੰ ਸਿਲੀਕਨ ਵੈਲੀ ਆਫ ਦਾ ਮਿਡਵੈਸਟ ਬਣਾਉਣਾ ਚਾਹੁੰਦੇ ਨੇ। ਪ੍ਰੀਵੀਅਸ ਗਵਰਨਰ ਐਰਿਕ ਹੌਲਕੌਮ ਜਿਹੜੇ ਸੀਗੇ, ਉਹਨਾਂ ਨੇ ਨੀਂਹ ਰੱਖੀ ਸੀ, ਉਹ ਹਲੇ ਵੀ ਕੰਟੀਨਿਊ ਹੋ ਰਹੀ ਹੈ। ਮਾਈਕ ਬਰਾਊਨ ਜਿਹੜੇ ਨਿਊ ਗਵਰਨਰ ਨੇ, what that means is ਸਾਡਾ ਮਿਡਵੈਸਟ ਜਿਹਨੂੰ ਕਹਿੰਦੇ ਆ, ਮਿਡਵੈਸਟ ਵਿਖੇ ਇਲੀਨੋਏ, ਮਿਸ਼ੀਗਨ, ਆਇਓਵਾ, ਇੰਡੀਆਨਾ, ਕੈਂਟਕੀ, ਓਹਾਈਓ, ਦਿਸ ਅਬਾਊਟ 11-12 ਸਟੇਟਸ, ਉਹਨਾਂ ਦੇ ਵਿਖੇ ਸਾਰਾ ਜਿਹੜਾ ਆਈਟੀ ਸਰਵਿਸਿਜ਼ ਨੇ ਉਹ ਚਾਹੁੰਦੇ ਨੇ ਕਿ ਇੰਡੀਅਨਾਪੋਲਿਸ ਵਿੱਚ ਹੈੱਡਕੁਆਟਰ ਹੋਵੇ। ਤੁਸੀਂ ਪਿਛਲੇ 10 ਸਾਲਾਂ ਦਾ ਟ੍ਰੈਂਡ ਦੇਖਿਆ ਹੋਣਾ, ਐਗਜ਼ੈਕਟ ਟਾਰਗੇਟ ਕਰਕੇ ਕੰਪਨੀ ਹੁੰਦੀ ਸੀ, ਉਹਨੂੰ ਸੇਲਸਫੋਰਸ ਨੇ ਐਕਵਾਇਰ ਕੀਤਾ। ਅੱਜ ਦੀ ਰੇਟ ਡਾਊਨਟਾਊਨ ਇੰਡੀਅਨਾਪੋਲਿਸ ਦਾ ਟਾਵਰਲੈਸਟ ਸਭ ਤੋਂ ਵੱਡਾ ਉੱਚਾ ਬਿਲਡਿੰਗ ਹੈਗੀ ਸੇਲਸਫੋਰਸ ਟਾਵਰ ਦੀ, ਉਹ ਆਈਟੀ ਕੰਪਨੀ ਹੈਗੀ ਹੈ, ਡਿਜੀਟਲ ਮਾਰਕੀਟਿੰਗ CRM ਸਰਵਿਸਿਜ਼। Infosys Technologies, which is of the world's third largest IT company, ਉਹਨਾਂ ਨੇ ਇੰਡੀਆਨਾ ਨੂੰ ਆਪਣਾ ਗੜ ਬਣਾਇਆ ਵਾ, ਆਪਣਾ ਸੈਕੰਡ ਹੈੱਡਕੁਆਰਟਰਸ ਆਊਟਸਾਈਡ ਇੰਡੀਆ ਇੰਡੀਅਨਾਪੋਲਿਸ ਵਿਖੇ ਹੈਗਾ। ਸੋ ਇਹੋ ਜਿਹੀ ਹੋਰ ਕੰਪਨੀਆਂ ਸਿਲੀਕਨ ਵੈਲੀਆਂ ਤੋਂ ਵੀ ਆ ਰਹੀਆਂ, ਇੰਡੀਆ ਤੋਂ ਵੀ ਆ ਰਹੀਆਂ। The other thing that is very mature in Indiana is healthcare services. ਸਾਡਾ life sciences, Eli Lilly, Roche Diagnostics, there's a lot of other companies here ਜਿਹੜੀ pharmaceutical research, cancer research ਦੇ ਜਿਹੜੇ hospitals ਨੇ, one of the best in the country. ਜਦੋਂ IT services, information technology ਨੂੰ healthcare ਨਾਲ ਮੈਰੀ ਕਰਦੇ ਹਾਂ ਆਪਾਂ, ਉਹਨੂੰ ਇੱਕ ਨਵੀਂ ਇੰਡਸਟਰੀ ਬਣਦੀ ਹੈ healthcare IT। ਉਹ ਨਾ ਉਹਦੇ ਲਈ ਕੀ ਚਾਹੀਦਾ ਸਾਨੂੰ? workforce। ਲਕੀਲੀ ਇੰਡੀਆਨਾ ਇਹੋ ਜਿਹਾ ਵੀ ਸ਼ਹਿਰ ਹੈਗਾ ਜਿੱਥੇ ਬॉल ਸਟੇਟ, ਪਰਡਿਊ, ਕੈਲੀ ਸਕੂਲ ਆਫ ਬਿਜ਼ਨਸ, ਬਲੂਮਿੰਗਟਨ ਐਂਡ ਆਲ ਦੈਟ, ਇਹੋ ਜਿਹੇ ਵਿਕਸਿਤ ਤੇ ਚੰਗੇ ਕਾਲਜਿਸ ਨੇ ਜਿੱਥੇ ਅਸੀਂ ਗ੍ਰੈਜੂਏਟਸ ਨੇ, ਗ੍ਰੈਜੂਏਟਸ ਨੂੰ ਇੱਥੇ ਹੀ absorb ਕਰ ਸਕਦੇ ਹਾਂ in our own industries. We have that ecosystem. So as the industry grows, the supply of the talent pool is also there. So ਸਾਡੀ growth ਵਿੱਚ ਅਗਲੇ 5 ਸਾਲ 10 ਸਾਲ ਤੱਕ ਕੋਈ ਮੈਨੂੰ ਲੱਗਦਾ ਕੋਈ ਸਲੋਨੈਸ ਨਹੀਂ ਆਣੀ। ਇਨਫੋਰਮੇਸ਼ਨ ਟੈਕਨੋਲੋਜੀ ਐਂਡ ਹੈਲਥ ਕੇਅਰ ਦੇ ਪ੍ਰੋਫੈਸ਼ਨਲਸ ਦਾ ਬਹੁਤ ਚੰਗਾ ਫਿਊਚਰ ਹੈਗਾ। ਜੇ ਤੁਹਾਡੇ ਵੀ ਬੱਚੇ ਵੱਡੇ ਹੋ ਰਹੇ ਨੇ, ਕਾਲਜ ਜਾਣਗੇ ਇਵੈਂਚੁਅਲੀ 10-15 ਸਾਲ ਬਾਅਦ ਵੀ, ਮੇਕ ਸ਼ੋਰ ਇਫ ਦੇ ਹੈਵ ਅ ਫੋਕਸ ਇਨ ਦੋਜ਼ ਇੰਡਸਟਰੀਜ਼, देयर ਫਿਊਚਰ ਇਜ਼ ਵੈਰੀ ਬ੍ਰਾਈਟ। ਠੀਕ ਹੈ, ਉਹ ਗਰੋ ਕਰਨਗੇ, ਘਰ ਖਰੀਦਣ ਵਾਸਤੇ ਉਹਨਾਂ ਨੂੰ ਪਤਾ ਕਿਹਨੂੰ ਕਾਲ ਕਰਨਾ ਫਿਰ। ਟੌਪ ਰੀਅਲਟਰ ਮੰਜ਼ਿਲ ਕਾਲਿੰਗ। ਥੈਂਕ ਯੂ ਵੈਰੀ ਮਚ। ਐਂਡ ਬਹੁਤ ਸੋਹਣਾ ਲੱਗਿਆ ਭਾਜੀ ਤੁਹਾਨੂੰ ਇਨਸਾਈਡ ਤੋਂ ਆਊਟਸਾਈਡ ਤੋਂ ਜਾਣ ਕੇ। ਕਈ ਵਾਰ ਅਸੀਂ ਮਿਲੇ ਜ਼ਰੂਰ ਹਾਂ, ਔਰ ਚਲੋ ਸੋਸ਼ਲ ਮੀਡੀਆ ਤੇ ਵੀ ਆਪਾਂ ਕਈ ਵਾਰ ਇੱਕ ਦੂਸਰੇ ਨੂੰ ਇੰਟਰੈਕਟ ਕੀਤਾ, ਪਰ ਕਦੀ ਦਿਲ ਦੀਆਂ ਗੱਲਾਂ ਨਹੀਂ ਹੋਈਆਂ। ਸੋ ਵੀ ਡਿਡਨਟ ਨੋ both of us from inside। ਤਾਂ ਬੜਾ ਅੱਛਾ ਲੱਗਿਆ ਤੁਹਾਡਾ ਇੱਕ ਮੈਂ ਬਾਹਰ ਦਾ ਮੰਜ਼ਿਲ ਕੋਲੀ ਤੇ ਦੇਖਿਆ, ਹਾਂਜੀ, ਲੇਕਿਨ ਜਿਹੜਾ ਅੰਦਰ ਮੰਜ਼ਿਲ ਕੋਲੀ ਬੈਠਾ ਹੈ ਨਾ ਅੱਜ, ਉਹ ਦੇਖ ਕੇ ਬੜਾ ਮਜ਼ਾ ਆਇਆ। ਥੈਂਕ ਯੂ। ਤੇ ਦਰਸ਼ਕਾਂ ਨੂੰ ਦੱਸ ਦਈਏ ਕਿ ਹਰਕੀਰਤ ਜੀ ਵੀ ਆਫ ਕੈਮਰਾ ਦੱਸ ਰਹੇ ਸੀ ਇਹ ਇਕੁਏਰੀਅਨ ਹੈਗੇ ਨੇ ਮੇਰੇ ਵਰਗੇ। ਸੋ ਸਾਡੇ ਬਰਥਡੇ ਵੀ ਨੇੜੇ ਹੀ ਹੈਗੇ ਇੱਕ ਦੂਜੇ ਦੇ। ਰਾਈਟ। ਔਰ ਬੜਾ ਅੱਛੀ ਤੁਸੀਂ ਗੱਲ ਪੁੱਛੀ, ਐਕੁਏਰੀਅਨਸ ਦੀ ਇੱਕ ਆਪਣੀ ਪਾਵਰ ਹੈ। ਹਾਂਜੀ, ਐਕੁਏਰੀਅਸ ਜਿਹੜੇ ਲੋਕ ਹੁੰਦੇ ਆ, ਜੋ ਮੈਂ ਆਪਣੀ ਗੱਲ ਤੋਂ ਸਮਝਦਾ, ਪਹਿਲਾਂ ਤੁਸੀਂ ਦੱਸੋ ਹਾਊ ਦੇ ਆਰ। ਮੈਂ ਤਾਂ ਸਨ ਸਾਇੰਸ ਵਿੱਚ ਬਹੁਤ ਸਟਰੋਂਗਲੀ ਵਿਸ਼ਵਾਸ ਰੱਖਦਾ। ਮੈਂ ਤੁਹਾਨੂੰ ਕਿਤਾਬ ਦਾ ਨਾਮ ਵੀ ਦੱਸ ਦਿੰਦਾ, ਇੱਕ ਲਿੰਡਾ ਗੁੱਡਮੈਨ ਕਰਕੇ ਆਥਰ ਹੁੰਦੀ ਸੀ, ਉਹਨੇ ਇੰਨੀ ਮੋਟੀ ਕਿਤਾਬ ਛਾਪੀ ਔਨ ਐਵਰੀ ਸਨ ਸਾਈਨ। ਇਕੁਏਰੀਅਨਸ ਵਾਸਤੇ ਸਪੈਸ਼ਲੀ ਕੋਕੋਨਟ ਵਰਗੀ ਪਰਸਨੈਲਿਟੀ, ਯੈਸ ਬਾਹਰ ਤੋਂ ਥੋੜੇ ਹਾਰਡ ਹੁੰਦੇ ਨੇ, ਐਗਰੈਸਿਵ ਵੀ ਹੁੰਦੇ ਨੇ, ਬਟ ਦੇ ਆਰ ਗੋ ਗੈਟਰਸ। ਗੋ ਗੈਟਰਸ ਮਤਲਬ ਜੋ ਚਾਹੁੰਦੇ ਨੇ, ਮਛਲੀ ਦੀ ਅੱਖ ਦਿਸਦੀ ਹੈ ਅਰਜੁਨ ਵਾਂਗੂ, ਤੇ ਉਹ ਨਿਸ਼ਾਨਾ ਲਾ ਕੇ ਰਹਿੰਦੇ ਨੇ, ਤੇ ਵਿਚਕਾਰਲੇ ਕੋਈ ਵੀ ਹਰਡਲਸ ਆ ਜਾਣ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਐਂਡ ਯੂ ਆਰ ਅ ਗੋ ਗੈਟਰ। ਆਈ ਹੈਵ ਸੀਨ ਯੂਰ ਵਰਕ ਐਥਿਕ, I've seen you struggle, I've seen you work hard. You come from another state. ਤੁਸੀਂ ਇੰਡੀਆਨਾ relatively ਨਵੇਂ ਹੀ ਆਏ ਹੋ, ਤੁਸੀਂ ਇੱਥੇ ਜੰਮੇ ਪੱਲੇ ਵੀ ਨਹੀਂ ਹੋ, but the amount of success you've attained and ਆਪਣਾ ਨਾਂ ਫੈਲਾਣਾ, ਹਰ ਕਮਿਊਨਿਟੀ ਮੈਂਬਰ ਦੇ ਮੁਖ ਤੇ ਆਪਣਾ ਨਾਂ ਰੱਖਣਾ, ਹਰ ਜਸ ਮੀਡੀਆ ਨੂੰ, ਹਰ ਜਸ ਡਿਜੀਟਲ ਪੋਡਕਾਸਟ ਨੂੰ ਫੇਮਸ ਕਰਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਐਂਡ all that demonstrates to me is again energy, positive, negative, ਮੈਂ ਉਸ ਗੱਲਾਂ ਮੈਂ ਜਾਣਦਾ ਹੀ ਨਹੀਂ ਹਾਂ। to me ਜੋ ਮਿਹਨਤ ਕਰਦਾ ਹੈ ਉਹ ਵੱਜਦਾ ਹੈ, ਉਹ ਗਰਜਦਾ ਹੈ। ਐਂਡ ਤੁਸੀਂ ਡੈਮੋਨਸਟ੍ਰੇਟ ਕਰਕੇ ਦਿਖਾਇਆ ਹੈ, ਅਸੀਂ ਵੀ ਕੀਤਾ ਸਾਰੇ ਨੇ, ਕਿ ਅਸੀਂ ਇੱਕ ਦਿਨ ਦੇ 24 ਘੰਟੇ ਜਿਹੜੇ ਹੁੰਦੇ ਨੇ ਨਾ, ਉਹਦੇ ਵਿੱਚੋਂ ਤੁਸੀਂ ਮੈਜੋਰਿਟੀ ਟਾਈਮ ਸੜਕ ਤੇ ਮਿਹਨਤ ਤੇ ਆਪਣੇ ਗੋਲਸ ਤੇ ਲਾਉਂਦੇ ਹੋ। ਐਂਡ ਇਟ ਇਜ਼ ਵੈਰੀ ਆਬਵੀਅਸ। ਐਂਡ ਆਈ ਵਿਸ਼ ਯੂ ਮਚ ਸੋ ਮਚ ਮੰਜ਼ਿਲ ਭਾਜੀ। ਔਰ ਬਹੁਤ ਅੱਛਾ ਲੱਗਦਾ ਹੈ ਕਿ ਜਦ ਤੁਸੀਂ ਗ੍ਰੇਟ ਲੀਡਰਸ ਨੂੰ ਮਿਲਦੇ ਹੋ ਜਿਨ੍ਹਾਂ ਨੇ ਵਾਕਈ ਕੰਮ ਕਰ ਰਹੇ ਨੇ ਔਰ ਕੰਮ ਤੋਂ ਜਵਾਬ ਦੇ ਰਹੇ ਨੇ, ਔਰ ਇਹ ਮੈਨੂੰ ਬੜਾ ਅੱਛਾ ਲੱਗਦਾ ਕਿ ਤੁਸੀਂ ਗੱਲਾਂ ਤੋਂ ਨਹੀਂ ਕੰਮ ਤੋਂ ਜਵਾਬ ਦੋ ਸਾਰਿਆਂ ਨੂੰ, ਔਰ ਤੁਹਾਡਾ ਕੰਮ ਹਮੇਸ਼ਾ ਬੋਲਣਾ ਚਾਹੀਦਾ। ਮੈਨੂੰ ਲੱਗਦਾ ਕਿ ਯੂ ਆਰ ਡੂਇੰਗ ਅ ਗ੍ਰੇਟ ਜੌਬ ਬਾਈ ਸ਼ੋਇੰਗ ਯੂਰ ਐਥਿਕਸ ਐਂਡ ਪ੍ਰੋਫੈਸ਼ਨਲਿਜ਼ਮ in real estate world, and you gave a great knowledge to us today, and this is what our community should educate on the real estate world. There is not only buying a car or some other materialistic things. Real estate is also one of the best thing to invest your time with, and hope
ਜੇਕਰ ਤੁਸੀਂ ਚਾਹੁੰਦੇ ਹੋ ਕਿ ਬਈ 2-4 ਪੈਸੇ ਜੁੜ ਗਏ ਨੇ, ਕਮੇਟੀ ਚੱਕ ਕੇ ਬਿਜ਼ਨਸ ਨਹੀਂ ਲੈਣਾ, ਕਮੇਟੀ ਚੱਕ ਕੇ ਤੁਸੀਂ ਰੀਅਲ ਸਟੇਟ ਵੀ ਲੈ ਸਕਦੇ ਹੋ। ਹਾਂਜੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪੰਜਾਬੀਆਂ ਦੇ ਵਿੱਚ ਕਮੇਟੀਆਂ ਬਹੁਤ ਚੱਲਦੀਆਂ। ਹਾਂਜੀ ਹਾਂਜੀ ਮੈਨੂੰ ਪਤਾ ਹੈ। ਹਾਂਜੀ ਸੋ ਤੁਸੀਂ ਜੁੜ ਸਕਦੇ ਹੋ ਮੰਜ਼ਿਲ ਜੀ ਦੇ ਨਾਲ, ਐਂਡ ਹੀ ਵਿਲ ਟੈਲ ਯੂ ਕਿ ਇੰਡੀਅਨੈਪੋਲਿਸ ਜਾਂ ਮੈਟਰੋਪੋਲੀਟਨ ਸਿਟੀ ਜਾਂ ਸਟੇਟ ਆਫ ਇੰਡੀਆਨਾ ਦੇ ਵਿੱਚ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਭਾਵੇਂ ਤੁਸੀਂ $20,000 ਲਾਣਾ ਹੈ, $2 ਲੱਖ ਲਾਣਾ ਹੈ, $2 ਮਿਲੀਅਨ ਲਾਣਾ ਹੈ ਜਾਂ $20 ਮਿਲੀਅਨ ਲਾਣਾ ਹੈ, ਜਿੰਨਾ ਵੀ ਡਾਲਰ ਲਾਉਣੇ ਹੈ ਤਾਂ ਤੁਸੀਂ ਕਨੈਕਟ ਹੋ ਸਕਦੇ ਹੋ ਰੀਅਲਟਰ ਮੰਜ਼ਿਲ ਕੋਹਲੀ ਦੇ ਨਾਲ। ਔਰ ਬਹੁਤ ਵਧੀਆ ਲੱਗਿਆ ਅੱਜ ਗੱਲਾਂ, ਮੈਨੂੰ ਤਾਂ ਬਹੁਤ ਸਵਾਲ ਹੋਰ ਵੀ ਆ ਰਹੇ ਨੇ, ਪਰ ਮੈਂ ਚਾਹੁੰਦਾ ਕਿ ਮੰਜ਼ਿਲ ਭਾਜੀ ਨੂੰ ਮੈਂ ਲਿਆਉਂਦਾ ਰਹੂੰਗਾ ਵਿੱਚ ਔਰ ਇਹਨਾਂ ਨਾਲ ਗੱਲਾਂ ਕਰਦੇ ਰਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਐਜੂਕੇਟ ਹੀ ਕਰਾਂਗੇ ਕਿ ਬਈ ਇੰਡੀਅਨੈਪੋਲਿਸ ਕਿਵੇਂ ਗਰੋ ਹੋ ਰਿਹਾ, ਕਿੱਥੇ ਕਿੱਥੇ ਗਰੋ ਹੋ ਰਿਹਾ। ਇਹ ਤਾਂ ਤੁਹਾਨੂੰ ਹੁਣ ਪਤਾ ਲੱਗ ਹੀ ਗਿਆ ਕਿ ਕਿੱਥੇ ਕਿੱਥੇ ਕਿਹੜੀ ਕੰਪਨੀ ਆ ਰਹੀ। ਕੋਕੋਮੋ ਤੁਹਾਨੂੰ ਦੱਸਤਾ, ਲੈਬਨਨ ਦੱਸਤਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਇੱਥੇ ਡਿਵੈਲਪਮੈਂਟਸ ਹੋ ਰਹੀਆਂ। ਵਿਲ ਸਟੇ ਕਨੈਕਟਡ, ਸਟੇ ਟਿਊਨਡ। ਜ਼ਰੂਰ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਹਰਜਸ ਡਿਜੀਟਲ ਪੋਡਕਾਸਟ ਸਟੂਡੀਓ ਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਪਲੀਜ਼ ਫੋਲੋ ਕਰ ਲਓ। ਟਿਕਟੌਕ ਦੇ ਉੱਤੇ ਵੀ ਸਾਡਾ ਅਕਾਊਂਟ ਹੈ, ਥੱਲੇ ਸਾਰਾ ਕੁਝ ਚੱਲ ਰਿਹਾ ਸਾਡੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਹੈਂਡਲਸ ਦਾ। ਸਭ ਜਗ੍ਹਾ ਜਾ ਕੇ ਸਾਨੂੰ ਫੋਲੋ ਕਰ ਲਓ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਖਬਰਾਂ ਔਰ ਬਹੁਤ ਵਧੀਆ ਇਨਸਾਈਟ ਸਟੋਰੀਜ਼, ਬਿਜ਼ਨਸ ਓਪਰਚੁਨਿਟੀਜ਼, ਕਿੱਥੇ ਤੁਹਾਨੂੰ ਇਨਵੈਸਟ ਕਰਨਾ ਚਾਹੀਦਾ ਹੈ, ਔਰ ਇਮੀਗ੍ਰੇਸ਼ਨ, ਲਾਅ ਇਨਫੋਰਸਮੈਂਟ ਦੇ ਕਿਵੇਂ ਨਵੇਂ ਰੂਲਸ ਆ ਰਹੇ ਨੇ, ਕਿਹੜਾ ਪੋਲੀਟੀਸ਼ੀਅਨ ਕਿੱਥੋਂ ਖੜ ਰਿਹਾ ਹੈ। ਯੂ ਵਿਲ ਸੀ ਲੋਟਸ ਆਫ ਥਿੰਗਸ ਹੈਪਨਿੰਗ ਇਨ ਦਿਸ ਪੋਡਕਾਸਟ ਸਟੂਡੀਓ ਬਿਕੋਜ਼ time is digital. It's your time. It's our time. Let's work together and let's make it happen. And let's build Indiana together. With me, Harkirat Singh Ahluwalia, Harjas Digital Podcast Studio.